ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਫੋਕਸ ਦੇ ਵਿੱਚ। ਮੇਰੇ ਨਾਲ ਸਟੂਡੀਓਸ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ। ਹਾਂਜੀ, ਪੰਜਾਬ ਮੇਲ USA TV ਚੈਨਲ ਦੇ ਪਿਆਰੇ ਦਰਸ਼ਕੋ, ਨਿੱਘੀ ਜੀ ਆਇਆਂ ਨੂੰ। ਤੇ ਮੈਂ ਹਾਂ ਬਲਕਾਰ ਸਿੰਘ, ਸੀਨੀਅਰ ਜਰਨਲਿਸਟ। ਤੇ ਅੱਜ ਅਸੀਂ ਉਹਨਾਂ ਮੁੱਦਿਆਂ ਨਾਲ ਤੁਹਾਡੀ ਸਾਂਝ ਪਾਵਾਂਗੇ ਜਿਹੜੇ ਸਿਆਸੀ ਮੁੱਦੇ ਨੇ, ਔਰ ਨਾ ਕੇਵਲ ਪੰਜਾਬ ਵਿੱਚ ਵਾਪਰੇ ਨੇ, ਸਗੋਂ ਨਾਲ ਦੇ ਦੇਸ਼ਾਂ ਪ੍ਰਦੇਸ਼ਾਂ ਤੇ ਬਾਹਰਲੇ ਦੇਸ਼ਾਂ ਵਿੱਚ ਵੀ। ਤੇ ਮੇਰੇ ਨਾਲ ਤਸ਼ਰੀਫ ਫਰਮਾਨ ਨੇ ਖੰਨਾ ਜੀ, ਸੰਜੀਵ ਖੰਨਾ ਜੀ। ਉਹਨਾਂ ਵਿਸ਼ਿਆਂ ਨੂੰ ਤੁਹਾਡੇ ਤੱਕ ਪਹੁੰਚਾਉਣਗੇ, ਅਸੀਂ ਦੋਨੇ ਉਹਨਾਂ ਦਾ ਜਵਾਬ ਦੇਵਾਂਗੇ। ਤੇ ਅੱਜ ਕਿਹੜਾ ਵਿਸ਼ਾ ਹੈ ਜਿਹੜਾ ਅਸੀਂ ਆਪਣੇ ਦਰਸ਼ਕਾਂ ਦੀ ਨਜ਼ਰ ਕਰ ਰਹੇ ਹਾਂ? ਜੀ, ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਜਿਹੜਾ ਇੰਡੀਆ ਦੀ ਇਕੋਨਮੀ ਹੈ ਉਹਦੀ ਗੱਲਬਾਤ ਕਰਾਂਗੇ। ਜੀ ਜ਼ਰੂਰ। ਕੁਝ ਸਮਾਂ ਪਹਿਲਾਂ ਹਿੰਡਨਬਰਗ ਜੋ ਅਮਰੀਕਨ ਏਜੰਸੀ ਹੈ ਉਹਦੀ ਰਿਪੋਰਟ ਆਈ ਅਡਾਨੀ ਗਰੁੱਪ ਬਾਰੇ, ਜੋ ਇੰਡੀਆ ਦਾ ਲੀਡਿੰਗ ਬਿਜ਼ਨਸ ਟਾਈਕੂਨ ਹੈ, ਕਿ ਦੁਨੀਆ ਦਾ ਦੂਜੇ ਤੀਜੇ ਨੰਬਰ 'ਤੇ ਅਮੀਰ ਗਰੁੱਪ ਵੀ ਇਹ ਰਹਿ ਚੁੱਕਾ ਹੈ। ਪਰ ਜਦੋਂ ਦੀ ਹਿੰਡਨਬਰਗ ਦੀ ਰਿਪੋਰਟ ਆਈ ਹੈ ਉਦੋਂ ਦਾ ਇਹਨਾਂ ਦੀ ਸ਼ੇਅਰ ਮਾਰਕੀਟ ਕਰੈਸ਼ ਕਰ ਰਹੀ ਹੈ, ਕਾਫੀ ਜ਼ਿਆਦਾ ਡਾਊਨ ਜਾ ਰਹੇ ਨੇ ਇਹਨਾਂ ਦੇ ਸ਼ੇਅਰਸ। ਔਰ ਇਹਨਾਂ ਦਾ FPO ਵੀ ਇਹਨਾਂ ਨੇ ਵਾਪਸ ਲੈ ਲਿਆ, ਜਿਹੜਾ ਬੜੇ ਸ਼ਾਨੋ ਸ਼ੌਕਤ ਦੇ ਨਾਲ ਲਾਂਚ ਕਰਨ ਜਾ ਰਹੇ ਸੀ। ਸੋ ਉਸ ਦਾ ਅਸਰ ਕਹਿੰਦੇ ਨੇ ਕਿ ਇੰਡੀਅਨ ਇਕੋਨਮੀ ਦੇ ਉੱਤੇ ਹੋਣਾ ਹੈ, ਕਿਉਂਕਿ LIC ਦਾ, SBI ਦਾ ਕਾਫੀ ਪੈਸਾ ਲੱਗਾ ਹੋਇਆ ਹੈ ਉਹਨਾਂ ਦੇ ਸਟਾਕਸ ਦੇ ਵਿੱਚ। ਸੋ ਉਹਨਾਂ ਦੀਆਂ ਰਿਪੋਰਟਸ ਇਹ ਆ ਰਹੀਆਂ ਨੇ ਕਿ ਜੋ ਉਹਨਾਂ ਨੇ ਆਪਣੇ ਸ਼ੇਅਰਸ ਦੀ ਕੀਮਤ ਵਧਾਈ ਸੀ, ਬਲਕਿ ਵਧਾ ਕੇ ਦਿਖਾਈ ਸੀ, ਉਹ ਮੈਨੀਪੂਲੇਟ ਕੀਤੀ ਗਈ ਹੈ। ਕਈ ਸ਼ੈਲ ਕੰਪਨੀਜ਼ ਖੋਲ੍ਹ ਕੇ ਉਹਨਾਂ ਦੇ ਦੁਆਰਾ ਆਪਣੇ ਸ਼ੇਅਰਸ ਨੂੰ ਆਪੇ ਹੀ ਖਰੀਦ ਕੇ ਉਹਨਾਂ ਦੀਆਂ ਪ੍ਰਾਈਸ ਰਾਈਜ਼ ਕਰ ਦਿੱਤੀਆਂ ਗਈਆਂ। ਐਕਚੁਅਲ ਕੀਮਤ ਉਹ ਨਹੀਂ ਸੀ, ਔਰ ਉਹਨਾਂ ਵਧਾਈਆਂ ਹੋਈਆਂ ਕੀਮਤਾਂ ਦੇ ਅਗੇਂਸਟ ਉਹਨਾਂ ਨੇ ਕਾਫੀ ਲੋਨਸ ਲਏ ਨੇ, ਔਰ ਉਸ ਦਾ ਇਸ ਵਕਤ ਆਮ ਲੋਕਾਂ ਦਾ ਪੈਸਾ ਕਾਫੀ ਜ਼ਿਆਦਾ ਰਿਸਕ 'ਤੇ ਹੈ। ਹਾਂਜੀ, ਜਿਹੜੀ ਤੁਸੀਂ ਖੰਨਾ ਦੀ ਗੱਲ ਕੀਤੀ, ਵੈਸੇ ਇਹਦੀ ਬੜੀ ਚਰਚਾ ਰਹੀ ਹੈ। ਪਹਿਲਾਂ ਤਾਂ ਚਰਚਾ ਇਹਦੀ ਪਾਰਲੀਮੈਂਟ ਦੇ ਸੈਸ਼ਨ ਵਿੱਚ ਵੀ ਰੌਲਾ ਪਿਆ। ਜਿੰਨੀਆਂ ਵੀ ਸਾਡੀਆਂ ਵਿਰੋਧੀ ਪਾਰਟੀਆਂ ਨੇ, ਰਾਜਨੀਤਿਕ ਪਾਰਟੀਆਂ ਨੇ, ਉਹਨਾਂ ਨੇ ਸਰਕਾਰ ਦਾ ਧਿਆਨ ਇੱਧਰ ਖਿੱਚਿਆ ਵੀ ਆ, ਪਰ ਸਰਕਾਰ ਨੇ ਅਵੋਇਡ ਕੀਤਾ। ਉਹਨਾਂ ਨੇ ਕਿਹਾ ਕਿ ਇਹਦੇ 'ਤੇ ਨਾ ਕੋਈ ਡਿਸਕਸ ਹੋਵੇ, ਨਾ ਕੋਈ ਇਹਦੇ 'ਤੇ ਪ੍ਰਸ਼ਨ ਉੱਤਰ ਹੋਵੇ, ਤਾਂ ਕਿ ਇਹਦੇ 'ਚ ਜਿਹੜੇ ਬਿਰਲਾ ਜੀ ਨੇ, ਮੁਖੀ ਨੇ, ਜਿਹੜੇ ਲੋਕ ਸਭਾ ਦੇ ਸਪੀਕਰ ਨੇ, ਉਹਨਾਂ ਨੇ ਵੀ ਕਹਿਤਾ ਸੀਗਾ ਕਿ ਇਹ 'ਤੇ ਕੋਈ ਡਿਸਕਸ ਨਹੀਂ ਕਰਾਂਗੇ। ਉਹਨਾਂ ਨੇ ਇਹ 'ਤੇ ਪਰਦਾ ਪਾਤਾ, ਬੰਦ ਕਰ ਦਿੱਤਾ। ਹੁਣ ਜਿਹੜੀ ਫਾਈਨਾਂਸ ਮਿਨਿਸਟਰ ਉਹਨੇ ਵੀ ਕਿਹਾ, ਉਹਨੇ ਇਹ ਕਿਹਾ ਹੈਗਾ ਕਿ ਜਿਹੜਾ ਪੈਸਾ ਆ ਰਿਹਾ ਸੀਗਾ, ਜਿਹੜਾ ਹਿੰਡਨਬਰਗ ਦੇ ਵਿੱਚ ਏਜੰਸੀ ਨੇ ਜਿਹੜਾ ਇਹਦੇ ਵਿੱਚ ਸ਼ੇਅਰਾਂ 'ਤੇ ਲਾਇਆ ਇਹਦੇ ਨਾਲ ਸਾਂਝੇ ਤੌਰ 'ਤੇ, ਉਹ ਵੀ ਜਿਹੜਾ ਹੈਗਾ ਉਹ ਹੁਣ ਇਸ ਕਰਕੇ ਡਾਊਨ ਚਲੇ ਗਿਆ ਅਡਾਨੀ ਗਰੁੱਪ ਦਾ, ਕਿ ਉਹ ਐਕਚੁਅਲ ਆ ਸੀਗਾ ਪੈਸਾ। ਨੰਬਰ 2, ਉਹਨਾਂ ਨੇ ਇਹ ਕਿਹਾ ਫਾਈਨਾਂਸ ਮਿਨਿਸਟਰ ਨੇ, ਕਿ ਜਿਹੜਾ ਇਹਨਾਂ ਦੀ ਗੱਠਜੋੜ ਸੀ, ਜਿਹਨਾਂ ਦਾ ਹੈ ਸੀ ਓਨਲੀ ਸਿੰਗਲ ਕੰਪਨੀ, ਜਿੰਨੇ ਵੀ ਸ਼ੇਅਰ ਬਾਜ਼ਾਰ ਦੇ ਵਿੱਚ ਆ ਰਹੇ ਨੇ, ਜਿਹੜੇ ਵੀ ਗਰੁੱਪ, ਜਿਹੜੇ ਵੀ ਕਾਰਪੋਰੇਟ ਗਰੁੱਪ ਆ ਰਹੇ, ਉਹਨਾਂ ਕੋਲ ਇੱਕ ਕੰਪਨੀ ਇਹਨਾਂ ਨੇ ਅੱਜ ਕੇਂਦਰ ਸਰਕਾਰ ਨੇ ਕਹਿ ਤਾ ਕਿ ਉਹਦੇ ਵਿੱਚ ਲਮਸਮ ਬਾਕੀਆਂ ਕੰਪਨੀਆਂ ਨਾਲ ਇਹਨਾਂ ਦਾ ਕੋਈ ਲਗਾਵ ਨਹੀਂ ਹੈਗਾ, ਔਰ ਇੱਕ ਕੰਪਨੀ ਨਾਲ ਇਹਨਾਂ ਦਾ ਹੈਗਾ। ਔਰ ਇਹਦੇ ਵਿੱਚ ਜੋ ਰੇਟ ਇਹਨਾਂ ਨੇ ਸ਼ੇਅਰ ਕਰਦੇ ਆ, ਲੋਕਾਂ ਨੂੰ ਦੱਸਦੇ ਆ, ਉਹ ਲੋਕ ਉਦੋਂ ਤੋਂ ਲੈ ਲੈਂਦੇ ਆ, ਵੇਚ ਲੈਂਦੇ ਸਾਰਾ ਕੁਛ ਆ, ਫਿਰ ਉਹ ਉੱਥੇ ਦਾ ਉੱਥੇ ਹੀ ਰਹਿੰਦਾ। ਜਿੰਨੇ ਦਾ ਖਰੀਦਿਆ ਉਹਨੇ ਦਾ ਉਨਾ ਹੀ ਆ। ਇਹ ਐਕਚੁਅਲੀ ਪੈਸਾ ਇਕੱਠਾ ਕਰਕੇ ਵੱਡੇ ਕੰਮਾਂ 'ਤੇ ਲਾ ਦਿੰਦੇ ਆ। ਸ਼ੇਅਰ ਮੰਨ ਲਓ 100 ਰੁਪਏ ਦਾ ਇਹਨਾਂ ਨੇ ਅਨਾਊਂਸ ਕੀਤਾ, ਉਹ ਅੱਜ ਵੀ 100 ਦਾ ਹੈਗਾ। ਉਹਦੇ 'ਚ ਉਹ ਸ਼ੇਅਰ ਬਾਜ਼ਾਰ ਅੱਜ ਇੰਨਾ ਇਹੀ ਅਨਾਊਂਸ ਹੋਇਆ ਕਿ ਇਹ ਸ਼ੇਅਰ ਜਿੰਨੇ ਵੀ ਹੈਗੇ ਬਹੁਤ ਡਾਊਨ ਹੋਏ। ਕਈ 10-10 ਸਾਲਾਂ ਤੋਂ ਸ਼ੇਅਰ ਲੈ ਕੇ ਬੈਠੇ ਆ, ਜਿੰਨੇ ਖਰੀਦੇ ਉਹਨਾਂ ਨੇ ਉਹ ਉਸੇ ਰੇਟ 'ਚ ਪਏ ਆ ਜਿੰਨੇ 'ਚ ਉਹਨਾਂ ਨੇ ਖਰੀਦੇ ਆ, ਨਾ ਅੱਗੇ ਨਾ ਪਿੱਛੇ। ਇਹਦੇ 'ਚ ਏਜੰਸੀ ਜਿਹਦੀ ਤੁਸੀਂ ਹਿੰਡਨਬਰਗ ਦੀ ਗੱਲ ਕੀਤੀ ਹੈ, ਜਿਹੜੀ ਇਹ ਬਾਹਰ ਦੀ ਏਜੰਸੀ ਹੈ, ਇਹਦੇ ਨਾਲ ਵੀ ਇਹਨਾਂ ਦੀ ਸਾਂਝ ਹੈਗੀ ਹੈ। ਇਹਦੇ 'ਚ ਵੀ ਬੜਾ ਇਹਨਾਂ ਦਾ ਮੇਲ ਮਿਲਾਪ ਆ। ਔਰ ਇਹ ਸਾਰਾ ਕੁਝ ਜੋ ਕੁਛ ਵਾਪਰ ਰਿਹਾ ਹਿੰਦੁਸਤਾਨ ਦੇ ਵਿੱਚ, ਇਹ 'ਤੇ ਕੌਣ ਪਰਦਾ ਪਾ ਰਹੀ ਹੈ, ਇਹਨੂੰ ਕਿਉਂ ਲੁਕਾ ਰਹੀ ਹੈਗੀ ਆ? ਇਹ ਜਿਹੜੀ ਕੇਂਦਰ ਸਰਕਾਰ ਹੈਗਾ। ਅੱਜ ਹੀ ਜਿਹੜੀ ਫਾਈਨਾਂਸ ਮਿਨਿਸਟਰ ਨੇ ਕਹਿ ਤਾ ਕਿ ਇਹਦੇ ਵਿੱਚ ਇੱਕੋ ਕੰਪਨੀ ਨਾਲ ਲਗਾਇਆ ਇਹਨਾਂ ਦਾ ਹੈਗਾ, ਦੂਜਿਆਂ ਨਾਲ ਨਹੀਂ। ਅਡਾਨੀ, ਅੰਬਾਨੀ ਸਾਰੇ ਇਹਨਾਂ ਨਾਲ ਹੈਗੇ, ਇਹਨਾਂ ਕੋਲ ਸ਼ੇਅਰ ਹੈਗੇ, ਇਹਨਾਂ ਕੋਲ ਸਾਰਾ ਕੁਛ ਹੈਗਾ। ਇਹਦੇ ਵਿੱਚ ਜਿਹੜੀ SBI ਦੀ ਤੁਸੀਂ ਗੱਲ ਕੀਤੀ ਹੈ, ਜਾਂ ਦੂਜੀਆਂ ਕੰਪਨੀ LIC ਦੀ ਗੱਲ ਕੀਤੀ ਹੈ, ਉਹ ਸਰਕਾਰੀ ਏਜੰਸੀਆਂ ਨੇ, ਉਹ ਵੀ ਇਹਨਾਂ ਨਾਲ ਕਰ ਰਹੀ ਹੈ। ਕਿਉਂਕਿ ਜਦੋਂ ਇਹਨਾਂ ਨੂੰ ਲੋਨ ਲੈਣਾ ਹੁੰਦਾ ਜਾਂ ਪੈਸਾ ਲੈਣਾ, ਜਦੋਂ ਸ਼ੇਅਰ ਬਾਜ਼ਾਰੀ ਚੱਲ ਰਹੀ ਹੈ, ਪੈਸਾ ਉੱਧਰੋਂ ਲੈ ਕੇ ਬੈਂਕ ਤੋਂ, ਜਿਹੜੀ ਰਿਜ਼ਰਵ ਬੈਂਕ ਆਫ ਇੰਡੀਆ, ਉਹਦੇ ਰਾਹੀਂ ਲਿਆ ਜਾਂਦਾ। ਜਦੋਂ ਮਾਫ ਕਰਨਾ ਉਦੋਂ ਵੀ ਕਿਸੇ ਨੂੰ ਪੁੱਛਦੇ ਨਹੀਂ, ਵਿੱਚ ਹੀ ਮਾਫ ਕਰ ਦਿੰਦੇ ਆ। ਇਹ ਜਿਹੜੀ ਬੜੀ ਵੱਡੀ ਤਾਣਾ ਬਾਣਾ ਵਿਗੜਿਆ ਪਿਆ, ਇਹਦੇ ਵਿੱਚ ਹੀ ਬੜਾ ਕੁਛ ਹੋ ਗਿਆ। ਇੱਕ ਦਿਨ ਸਾਹਮਣੇ ਆ ਜਾਊਗਾ। ਅੱਜ ਵੀ ਇਹਨਾਂ ਨੇ ਪਾਰਲੀਮੈਂਟ 'ਚ ਜਿਹੜਾ ਰੌਲਾ ਪਾਉਣ ਦੀ ਗੱਲ ਕਰ ਰਹੇ ਆ ਕਿ ਅਸੀਂ ਅੱਗੇ ਜਦੋਂ ਆਵਾਂਗੇ, ਉਹਦੇ 'ਚ ਸ਼ਸ਼ੀ ਥਰੂਰ ਨੇ ਵੀ ਕਿਹਾ ਹੈਗਾ ਕਿ ਅਸੀਂ ਇਹਦੇ ਪਿੱਛੇ ਲੱਗਾਂਗੇ। ਖੜਗੇ ਸਾਹਿਬ ਨੇ ਵੀ ਕਿਹਾ ਹੈਗਾ ਕਿ ਅਸੀਂ ਇਹਨੂੰ ਇਸ ਤਰ੍ਹਾਂ ਨਹੀਂ ਜਾਣ ਦੇਵਾਂਗੇ। ਜੇ ਆਪੋਜੀਸ਼ਨ ਰਾਹੁਲ ਗਾਂਧੀ ਜੀ ਜੇ ਘੱਟੋ ਘੱਟ ਥੋੜ੍ਹਾ ਬਹੁਤ ਗੱਲਬਾਤ ਅੱਗੇ ਤੱਕ ਲਿਜਾਂਦੇ ਆ ਅਤੇ ਗੱਲ ਨੂੰ ਸਿਰੇ ਪਹੁੰਚਾਉਂਦੇ ਆ ਤਾਂ ਹੋ ਜਾਏਗਾ। ਅਤੇ ਜੇ ਇਹਨਾਂ ਨੇ ਉੱਥੇ ਕੇਸਰ ਮਾਰ ਛੱਡੀ, ਨਾ ਕੁਛ ਕੀਤਾ, ਤਾਂ ਫਿਰ ਨਹੀਂ ਕੁਛ ਹੋਗਾ। ਕਿਉਂਕਿ ਇਸ ਵੇਲੇ ਰੌਲਾ ਪੈ ਚੁੱਕਿਆ ਦਾ, ਲੋਕਾਂ ਨੂੰ ਪਤਾ ਲੱਗ ਗਿਆ। ਜਿੰਨੇ ਵੀ ਅਰਥਸ਼ਾਸਤਰੀ ਉਹਨਾਂ ਨੂੰ ਪਤਾ ਲੱਗ ਗਿਆ, ਜਿੰਨੇ ਵੀ ਮਹਾਰਥੀ ਨੇ ਉਹਨਾਂ ਨੂੰ ਪਤਾ ਲੱਗ ਗਿਆ, ਸਰਕਾਰ ਦੇ ਵਿੱਚ ਜਿਹੜੇ ਬੈਠੇ ਨੇ ਇਹਨਾਂ ਦੇ ਨੁਮਾਇੰਦੇ ਉਹਨਾਂ ਨੂੰ ਪਤਾ ਲੱਗ ਗਿਆ। ਇਸ ਵੇਲੇ ਗੱਲ ਦਾ ਉਛਾਲਾ ਆ ਗਿਆ
ਸਮਝ ਆ ਗਈ ਲੋਕਾਂ ਨੂੰ ਕਿ ਪੈਸਾ ਕਿੱਧਰ ਜਾ ਰਿਹਾ, ਕੀ ਸ਼ੇਅਰ ਬਾਜ਼ਾਰੀ ਜਾ ਰਿਹਾ, ਜਾਂ ਓਵਰਆਲ ਜਿਹੜੀ ਗੱਲ ਹੈਗੀ ਆ ਉਹ ਉੱਥੇ ਦੀ ਉੱਥੇ ਸਰਕਾਰ ਦੇ ਵਿੱਚ ਜਿਹੜਾ ਮੇਲ ਮਿਲਾਪ ਗੱਲ ਹੈ, ਮੇਲ ਮਿਲਾ ਕੇ ਚੱਲ ਰਿਹਾ ਕੰਮ ਸਾਰਾ। ਬਿਲਕੁਲ ਗੱਲ ਤਾਂ ਵੈਸੇ ਕਾਫੀ ਡਿਬੇਟ ਵਾਲੀ ਹੈ ਜੀ। ਦੂਜੀ ਗੱਲ ਇਹ ਹੈ ਕਿ ਜਦੋਂ ਵੀ ਅਡਾਨੀ ਗਰੁੱਪ ਦੇ ਕਿਸੇ ਵੀ ਆਫਿਸਰ ਨੇ ਸੋਸ਼ਲ ਮੀਡੀਆ ਦੇ ਉੱਤੇ ਆਪਣੀ ਵੀਡੀਓ ਰਿਲੀਜ਼ ਕੀਤੀ ਹੈ ਇਸ ਦੇ ਲਈ, ਤਾਂ ਉਹਨਾਂ ਨੇ ਨਾਲ ਤਿਰੰਗੇ ਝੰਡੇ ਦਾ ਇਸਤੇਮਾਲ ਕੀਤਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਉਹ ਇਹ ਸ਼ੇਡ ਦੇਣਾ ਚਾਹੁੰਦੇ ਨੇ ਕਿ ਇਹ ਦੇਸ਼ ਦੇ ਉੱਤੇ ਇੱਕ ਸਵਾਲੀਆ ਨਿਸ਼ਾਨ ਹੈ। ਹੁਣ ਜੇ ਦੇਸ਼ ਦੇ ਉੱਤੇ ਸਵਾਲੀਆ ਨਿਸ਼ਾਨ ਹੈ ਤਾਂ ਫਿਰ ਸੈਂਟਰ ਗਵਰਨਮੈਂਟ ਨੂੰ ਬੋਲਣਾ ਚਾਹੀਦਾ, ਪਰ ਸੈਂਟਰ ਗਵਰਨਮੈਂਟ ਵੱਲੋਂ ਤਾਂ ਕੋਈ ਨਹੀਂ ਬੋਲ ਰਿਹਾ। ਇਸ ਕਰਕੇ ਇਹ ਮੰਨਿਆ ਜਾ ਸਕਦਾ ਕਿ ਇਹ ਦੇਸ਼ ਦੇ ਉੱਤੇ ਸਵਾਲੀਆ ਨਿਸ਼ਾਨ ਨਹੀਂ ਹੈ, ਇਹ ਅਡਾਨੀ ਗਰੁੱਪ ਦੇ ਉੱਤੇ ਸਵਾਲੀਆ ਨਿਸ਼ਾਨ ਹੈ। ਤੇ ਫਿਰ ਤਿਰੰਗੇ ਝੰਡੇ ਦਾ ਇਸਤੇਮਾਲ ਇਹ ਕਿਉਂ ਕਰ ਰਹੇ ਨੇ? ਕਿਸੇ ਨੂੰ ਵੀ ਇੱਦਾਂ ਇਜਾਜ਼ਤ ਨਹੀਂ ਹੈ ਕਿ ਤਿਰੰਗੇ ਝੰਡੇ ਦਾ ਇਸਤੇਮਾਲ ਤੁਸੀਂ ਕਰ ਸਕਦੇ ਹੋ। ਇਹ ਕਵਰ ਅਪ ਕਰਨ ਵਾਸਤੇ ਕਿਉਂ ਕੀਤਾ ਜਾ ਰਿਹਾ ਹੈ? ਔਰ ਦੂਜੀ ਗੱਲ ਇਹ ਹੈ ਕਿ ਜਦੋਂ ਹਿੰਡਨਬਰਗ ਨੇ ਕੁਝ ਸਵਾਲ ਰੱਖੇ ਨੇ ਕਿ ਇਹਨਾਂ ਸਵਾਲਾਂ ਦਾ ਜਵਾਬ ਦਿਓ, ਅਡਾਨੀ ਗਰੁੱਪ ਨੂੰ ਕਿਹਾ ਗਿਆ ਹੈ, ਉਹਨਾਂ ਦੇ ਸਾਹਮਣੇ ਸਵਾਲ ਰੱਖੇ ਨੇ, ਇਹ ਪੂਰੇ ਜਵਾਬ ਕਿਉਂ ਨਹੀਂ ਦੇ ਪਾ ਰਹੇ? ਕਾਨੂੰਨੀ ਕਾਰਵਾਈ ਦੀ ਵੀ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਠੀਕ ਹੈ, ਅਮਰੀਕਾ ਦੀ ਕੋਰਟ 'ਚ ਆਓ ਤੇ ਸਾਨੂੰ ਤੁਸੀਂ ਚੈਲੰਜ ਕਰੋ, ਅਸੀਂ ਉੱਤੇ ਤੁਹਾਡੇ ਅੱਗੇ ਫੈਕਟਸ ਰੱਖਾਂਗੇ। ਹਿੰਡਨਬਰਗ ਨੇ ਅੱਗੇ ਵੀ ਕਈ ਹੋਰ ਕੰਪਨੀਜ਼ ਦੇ, ਈਵਨ ਅਮਰੀਕਾ ਦੀਆਂ ਵੀ ਕਈ ਕੰਪਨੀਜ਼ ਦੇ ਉਹਨਾਂ ਨੇ ਪੋਲ ਖੋਲ੍ਹੇ ਨੇ ਜਿਨ੍ਹਾਂ ਬਾਰੇ ਗੱਲਬਾਤ ਕੀਤੀ ਹੈ। ਪੋਲ ਖੋਲ੍ਹਣਾ ਹੀ ਕਹਾਂਗੇ ਕਿਉਂਕਿ ਇਟਸ ਇਨਵੈਸਟੀਗੇਟਿਵ ਜਰਨਲਿਜ਼ਮ, ਸੋ ਪੋਲ ਖੋਲ੍ਹਣਾ ਹੀ ਕਹਾਂਗੇ ਇਹਦੇ ਬਾਰੇ। ਤੇ ਉਹਨਾਂ ਨੇ ਪੋਲ ਖੋਲ੍ਹੇ ਨੇ ਤੇ ਉਹਨਾਂ ਨੇ ਵੀ ਉਹਦੇ ਆਨਸਰਸ ਦਿੱਤੇ ਨੇ। ਜੇ ਤੁਹਾਨੂੰ ਲੱਗਦਾ ਹੈ, ਅਡਾਨੀ ਗਰੁੱਪ ਨੂੰ ਲੱਗਦਾ ਹੈ ਕਿ ਇਹ ਗਲਤ ਹੈ, ਤਾਂ ਉਹ ਆਨਸਰਸ ਦੇਣੇ ਪੈਣਗੇ ਕਿਉਂਕਿ ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ ਸਾਰੀਆਂ ਗੱਲਾਂ ਹੋ ਰਹੀਆਂ ਨੇ ਤੇ ਇਹਨਾਂ ਨੂੰ ਆਨਸਰਸ ਦੇਣੇ ਪੈਣਗੇ ਕਿ ਇਹ ਜੋ ਗੱਲ ਸਾਹਮਣੇ ਆਈ ਹੈ ਇਹ ਕਿਉਂ ਸਾਹਮਣੇ ਆ ਰਹੀ ਹੈ। ਕਿਉਂਕਿ ਆਮ ਲੋਕਾਂ ਦਾ ਪੈਸਾ LIC ਦੇ ਵਿੱਚ ਹੈ, ਆਮ ਲੋਕਾਂ ਦਾ ਪੈਸਾ SBI ਦੇ ਵਿੱਚ ਹੈ, ਆਮ ਲੋਕਾਂ ਦਾ ਪੈਸਾ ਲੱਗਾ ਹੋਇਆ ਹੈ ਇਹਨਾਂ ਦੀਆਂ ਕੰਪਨੀਆਂ ਦੇ ਵਿੱਚ। ਤੇ ਜੇ ਇਹਨਾਂ ਕੰਪਨੀਆਂ ਨੂੰ ਨੁਕਸਾਨ ਹੁੰਦਾ ਹੈ, ਕਿਉਂਕਿ ਅੱਜ ਇਹ 10ਵੇਂ ਤੋਂ ਵੀ ਥੱਲੇ ਜਾ ਚੁੱਕੇ ਨੇ, ਕੋਈ ਕਹਿੰਦਾ ਹੈ ਕਿ 20ਵੇਂ ਨੰਬਰ ਤੇ ਜਾਂ 20 ਦੇ ਕਰੀਬ ਆ ਚੁੱਕੇ ਨੇ, ਕਿਤੇ ਦੂਸਰੇ ਜਾਂ ਤੀਸਰੇ ਨੰਬਰ ਤੇ ਹੁੰਦੇ ਸੀ ਇਹ ਗਰੁੱਪ। ਸੋ ਇੰਨਾ ਡਾਊਨ ਜਾਣ ਤੋਂ ਬਾਅਦ ਸ਼ੇਅਰ ਮਾਰਕੀਟ ਆਲ ਟਾਈਮ ਡਾਊਨ ਹੈ ਇਹਨਾਂ ਦੀ, ਤਾਂ ਫਿਰ ਜਿਹੜਾ ਪੈਸਾ ਲੱਗਾ ਹੋਇਆ ਆਮ ਲੋਕਾਂ ਦਾ SBI ਦੇ ਥਰੂ, LIC ਦੇ ਥਰੂ, ਉਹਨਾਂ ਨੂੰ ਵੀ ਘਾਟਾ ਹੋਣ ਦੇ ਰਿਸਕ ਪੈਦਾ ਹੋ ਗਏ ਨੇ। ਸੋ ਇਹ ਦੋ ਏਜੰਸੀਆਂ ਅਗਰ ਹਿਲਦੀਆਂ ਨੇ ਤਾਂ ਬਹੁਤ ਜ਼ਬਰਦਸਤ ਹਿਲਣਾ ਹੋਏਗਾ। ਔਰ ਦੂਜੀ ਗੱਲ ਇਹ ਵੀ ਹੈ ਬਲਕਾਰ ਜੀ ਕਿ ਜਿਹੜਾ ਇਨਕਮ ਟੈਕਸ ਪੇ ਕਰਦੇ ਨੇ ਇਹ ਕੰਪਨੀ, ਟੌਪ 10 ਦੇ ਵਿੱਚ ਵੀ ਨਹੀਂ ਇਨਕਮ ਟੈਕਸ ਪੇ ਕਰਨ ਵਿੱਚ। LIC SBI ਟੌਪ 10 ਦੇ ਵਿੱਚ ਆਉਂਦੇ ਨੇ, ਟਾਟਾ ਗਰੁੱਪ ਨੰਬਰ 1 ਤੇ ਆਉਂਦਾ ਹੈ, ਈਵਨ ਜੋ ਅਡਾਨੀ ਗਰੁੱਪ ਹੈ ਉਹ ਵੀ ਟੌਪ 10 ਦੇ ਵਿੱਚ ਆਉਂਦੇ ਨੇ, ਪਰ ਇਹ ਟੌਪ 10 ਦੇ ਵਿੱਚ ਵੀ ਨਹੀਂ ਆਉਂਦੇ। ਮਤਲਬ ਇਨਕਮ ਟੈਕਸ ਦੇਣ ਦੇ ਵਿੱਚ ਪਿੱਛੇ ਔਰ ਕਮਾਈ ਦੇ ਵਿੱਚ ਦੂਜੇ ਤੀਜੇ ਨੰਬਰ ਤੇ। ਰੀਜ਼ਨਸ ਕੀ ਨੇ? ਇਹ ਰੀਜ਼ਨਸ ਦੇ ਉੱਤੇ ਹਿੰਡਨਬਰਗ ਨੇ ਰਿਪੋਰਟ ਕੀਤੀ ਹੈ। ਹੁਣ ਜਾਂ ਤੇ ਇਹਨਾਂ ਨੂੰ ਪੂਰਾ ਰਿਪੋਰਟ ਕਰਨਾ ਪਏਗਾ ਕਿ ਇਹ ਜਿਹੜੇ ਕੁਐਸਚਨਸ ਪੁੱਛਦੇ ਉਹਦੇ ਆਨਸਰਸ ਕੀ ਨੇ, ਜਾਂ ਫਿਰ ਇਹ ਗੱਲ ਜਿੱਦਾਂ ਕਿ ਪਾਰਲੀਮੈਂਟ ਦੇ ਵਿੱਚ ਵੀ ਡਿਸਕਸ਼ਨ ਨਹੀਂ ਕਰਨੀ, ਓਪੋਜੀਸ਼ਨ ਕਹਿੰਦੀ ਡਿਸਕਸ ਕਿਉਂ ਨਹੀਂ ਕਰਨੀ, ਡਿਸਕਸ਼ਨ ਹੋਣੀ ਚਾਹੀਦੀ ਹੈ। ਸੋ ਇਹ ਸਾਰੀਆਂ ਗੱਲਾਂ ਕੁੱਲ ਮਿਲਾ ਕੇ ਨੇ ਤੁਹਾਡਾ ਕਹਿਣਾ ਠੀਕ ਹੈ ਕਿ ਡਿਸਕਸ਼ਨ ਹੁੰਦੀ ਹੈ। ਜੇ ਆਪੋਜੀਸ਼ਨ ਨੂੰ ਨਾ ਪਤਾ ਲੱਗਦਾ, ਜਿਹੜੀ ਵਿਰੋਧੀ ਤਾਕਤਾਂ ਨੂੰ ਨਾ ਪਤਾ ਲੱਗਦਾ ਹਿੰਡਨਬਰਗ ਰਿਪੋਰਟ ਦਾ, ਇਹ ਇੱਥੇ ਮਸਲਾ ਠੱਪ ਹੋ ਜਾਣਾ ਸੀ। ਇਹਦੇ 'ਚ ਪਾਰਲੀਮੈਂਟ 'ਚ ਤਾਂ ਇਹਨਾਂ ਨੇ ਡਿਸਕਸ ਹੋਣ ਨਹੀਂ ਦਿੱਤਾ, ਔਰ ਇਹ ਹੁਣ ਪੂਰੇ ਹਿੰਦੁਸਤਾਨ 'ਚ ਸਾਰੇ ਲੋਕਾਂ ਨੂੰ ਮੈਨ ਟੂ ਮੈਨ ਪਤਾ ਲੱਗ ਗਿਆ, ਔਰ ਇਹ ਲੁਕਿਆ ਨਹੀਂ ਰਹੂਗਾ, ਮਾਮਲਾ ਬਿਲਕੁਲ ਅੱਗੇ ਆਊਗਾ ਕਿ ਜਿਹੜੇ ਜਿੰਨੇ ਵੀ ਅਡਾਨੀ ਗਰੁੱਪ ਨੇ ਜਾਂ ਦੂਸਰੇ ਗਰੁੱਪ ਨੇ ਨਾਲ ਲੱਗੇ ਨੇ, ਜਿਹੜੀਆਂ ਕੰਪਨੀਆਂ ਨਾਲ ਜੁੜੇ ਪਏ ਨੇ, ਜਿੰਨੇ ਕੰਪਨੀਆਂ ਦੇ ਰਾਹੀਂ ਇਹ ਸ਼ੇਅਰੋ ਬਾਜ਼ਾਰੀ ਨਾਲ ਲੋਕਾਂ ਨੂੰ ਵੇਚਦੇ ਆ, ਸਾਰਾ ਕੁਝ ਕਰਦੇ ਆ, ਹੁਣ ਉਹਦੇ ਵਿੱਚ ਇਹ ਪਤਾ ਲੱਗ ਜੂਗਾ ਕਿ ਲਗੂਨਾ ਕੀ ਹੈਗੇ ਆ ਔਰ ਕਿੱਥੇ ਕਿੱਥੇ ਇਹਨਾਂ ਨੇ ਪੈਸਾ ਕਮਾਇਆ, ਕਿਸ ਸੋਰਸ ਨਾਲ, ਕਿਸ ਸਾਧਨ ਨਾਲ ਪੈਸਾ ਕਮਾ ਰਹੇ ਆ। ਹੁਣ ਇਹ ਮੇਰਾ ਖਿਆਲ ਅੱਗੇ ਆ ਜਾਊਗਾ ਕੰਮ ਸਾਰਾ ਦਾ ਸਾਰਾ, ਕਿਉਂਕਿ ਪਾਰਲੀਮੈਂਟ 'ਚ ਜਿਹੜਾ ਅਗਲੇ ਸੈਸ਼ਨ 'ਚ ਇਹ ਤੋਂ ਬਗੈਰ ਗੱਲ ਚੱਲਣੀ ਨਹੀਂ ਅੱਗੇ, ਨਹੀਂ ਤਾਂ ਫਿਰ ਇਹ ਠੱਪ ਹੋ ਜਾਏਗਾ। ਫਿਰ ਸੈਸ਼ਨ ਇਹ ਲੋਕਾਂ ਦੇ ਉਹਨਾਂ ਦੇ ਮਨ ਦੇ ਵਿੱਚ ਹੈਗਾ, ਜੇ ਆਪੋਜੀਸ਼ਨ ਨਹੀਂ ਕਰੂਗੀ ਤਾਂ ਇਲੈਕਸ਼ਨ ਆ ਰਹੀ ਆ, ਇਲੈਕਸ਼ਨ ਲਈ ਲੋਕਾਂ ਨੇ ਮੂੰਹ ਮੋੜ ਲੈਣਾ ਆਪੋਜੀਸ਼ਨ ਤੋਂ ਵੀ। ਕਾਂਗਰਸ ਦੇ ਪਿੱਛੇ ਵੀ ਨਹੀਂ ਲੱਗਣਗੇ, ਉਹ 'ਚ ਵੀ ਨਹੀਂ ਲੱਗਣਗੇ। ਕੋਈ ਮਸਲਾ ਇਸ ਵੇਲੇ ਇੰਟਰਨੈਸ਼ਨਲ ਮਸਲਾ ਹੈਗਾ, ਨਾ ਕੇਵਲ ਨੈਸ਼ਨਲ ਹੈਗਾ, ਇਹ ਸਾਰੀ ਦੁਨੀਆ ਦਾ ਮਸਲਾ ਆ ਗਿਆ। ਕਿਉਂਕਿ ਜਿਹੜੀ ਰਿਪੋਰਟ ਦਿੱਤੀ ਆ ਹਿੰਡਨਬਰਗ ਨੇ, ਉਹ ਜਿਹੜੀ ਉੱਧਰੋਂ ਕੰਪਨੀ ਆਈ ਉਹ ਬਾਹਰਲੇ ਦੇਸ਼ਾਂ 'ਚੋਂ ਆ ਗਈ ਏਜੰਸੀ, ਹੁਣ ਉਹਦਾ ਮਸਲਾ ਇੰਡੀਆ 'ਚ ਆ ਗਿਆ, ਹੁਣ ਬਾਹਰ ਇੰਡੀਆ ਦੇ ਅੰਦਰ ਆ ਗਿਆ। ਹੁਣ ਬਾਹਰ ਨੂੰ ਜਿਹਦੇ ਹਿੱਟ ਕੌਣ ਲਾਉਂਦਾ, ਇਹਦੇ ਵਿੱਚੋਂ ਆਪੋਜੀਸ਼ਨ ਜਿਹੜੀ ਆ ਉਹ ਤਾਂ ਆ ਗਈ ਅੱਗੇ, ਤੇ ਜਿਹੜੀ ਰੂਲਿੰਗ ਪਾਰਟੀ ਉਹ ਪਿਛਾਂਹ ਹਟ ਗਈ। ਇਸ ਕਰਕੇ ਹਟ ਗਈ ਕਿ ਉਹ ਟੀਮ ਦਾ ਹਿੱਸਾ ਨਹੀਂ ਬਣੀ। ਉਹਨਾਂ ਕਿਹਾ ਅਸੀਂ ਨਹੀਂ ਟੀਮ ਹੈਗੇ, ਅਸੀਂ ਇਹਦੇ ਨਾਲ ਹੈ ਹੀ ਨਹੀਂ ਗਾ, ਤੁਸੀਂ ਇਹਨੂੰ ਚੁੱਪ ਕਰੋ, ਇਹਦੇ ਉੱਤੇ ਕੋਈ ਡਿਸਕਸ ਨਹੀਂ ਹੋਗਾ। ਜਦੋਂ ਕਿ ਬਿਰਲਾ ਜੀ ਨੇ ਕਹਿ ਦਿੱਤਾ ਸੀਗਾ ਕਿ ਓਮ ਬਿਰਲਾ ਨੇ ਕਹਿ ਦਿੱਤਾ ਕਿ ਵੀ ਡੋਂਟ ਵਾਂਟ ਟੂ ਡਿਸਕਸ ਦਿਸ, ਤੁਸੀਂ ਇਹਨੂੰ ਬੰਦ ਕਰ ਦਿਓ ਇੱਥੇ ਦੇ ਇੱਥੇ। ਇਹਦਾ ਮਤਲਬ ਸਮਥਿੰਗ ਇਜ਼ ਰੋਂਗ ਇਨ ਦਿਸ ਇਸ਼ੂ। ਇਹਦੇ ਵਿੱਚ ਸਾਰਾ ਕੁਝ ਪਿੱਛੇ ਨਾ ਕੋਈ ਦਾਲ 'ਚ ਕਾਲਾ ਹੈ। ਹਾਂ, ਹੋ ਸਕਦਾ ਹੈ, ਕਿਉਂਕਿ ਜੋ ਵੀ ਅਸੀਂ ਫੈਕਟਸ ਦੇ ਰਹੇ ਹਾਂ ਆਪਣੇ ਦਰਸ਼ਕਾਂ ਨਾਲ ਸਾਂਝੇ ਕਰ ਰਹੇ ਹਾਂ, ਉਹ ਹਿੰਡਨਬਰਗ ਦੀ ਜੋ ਰਿਪੋਰਟ ਹੈ, ਸੋਸ਼ਲ ਮੀਡੀਆ ਦੇ ਉੱਤੇ ਜੋ ਡਿਸਕਸ਼ਨਸ ਹੋ ਰਹੀਆਂ ਨੇ, ਨਿਊਜ਼ ਦੇ ਵਿੱਚ ਜੋ ਡਿਸਕਸ਼ਨਸ ਹੋ ਰਹੀਆਂ ਨੇ, ਉਸ ਰਿਪੋਰਟ ਦੇ ਅਨੁਸਾਰ
ਉਹ ਫੈਕਟਸ ਹੀ ਅਸੀਂ ਸ਼ੇਅਰ ਕਰਦੇ ਪਏ ਹਾਂ। ਹੁਣ ਉਸ ਫੈਕਟਸ ਦੇ ਅੱਗੇ ਨਤੀਜੇ ਕੀ ਨਿਕਲਦੇ ਨੇ ਇਹ ਤਾਂ ਹੁਣ ਡਿਸਕਸ਼ਨਸ ਔਰ ਡਿਬੇਟਸ ਤੋਂ ਬਾਅਦ ਹੀ ਪਤਾ ਲੱਗੂਗਾ ਕਿ ਕਿੱਦਾਂ ਡੀਲ ਕਰਦੇ ਨੇ, ਕਿਉਂਕਿ ਇਸ ਵਕਤ ਨਾ ਇਹ ਨਾਜ਼ੁਕ ਮਾਮਲਾ ਇਸ ਕਰਕੇ ਵੀ ਬਣਿਆ ਹੈ ਕਿ ਸਨ 2024 ਦੀਆਂ ਇਲੈਕਸ਼ਨਸ ਆਉਣ ਵਾਲੀਆਂ ਨੇ, ਆਉਣ ਵਾਲੀ ਇਹਦੇ ਕਰਕੇ ਸੈਂਸਿਟਿਵ ਇਸ਼ੂ ਹੈ। ਔਰ ਦੂਸਰਾ ਉਹ BBC ਦੀ ਡਾਕੂਮੈਂਟਰੀ ਵੀ ਸੈਂਸਿਟਿਵ ਇਸ਼ੂ ਬਣ ਉਹਦਾ ਗਈ, ਵੀ ਰੌਲਾ ਪਿਆ ਇਸ ਵੇਲੇ, ਬਿਲਕੁਲ ਨੈਸ਼ਨਲ ਜਿਹੜੇ ਇਸ਼ੂ ਬਣ ਗਏ ਬਿਲਕੁਲ ਬਣਿਆ ਹੋਇਆ ਹੈ। ਔਰ ਨਾਲ ਇੱਕ ਇਹ ਵੀ ਜਦੋਂ ਸਾਡਾ ਬਜਟ ਆਇਆ, ਹੁਣ ਕੇਂਦਰੀ ਬਜਟ ਆਇਆ, ਤਾਂ ਉਦੋਂ ਹੀ ਗੱਲ ਕਹੀ ਗਈ ਹੈ ਕਿ ਸਾਡੇ ਬਜਟ ਦਾ ਅਸਰ ਪੂਰੀ ਦੁਨੀਆ ਦੇ ਉੱਤੇ, ਪੂਰੀ ਦੁਨੀਆ ਦੇ ਅਰਥਚਾਰੇ ਉੱਤੇ ਜ਼ਰੂਰ ਪੈਣਾ ਹੈ। ਪਰ ਉਹ ਕਿਸ ਤਰ੍ਹਾਂ ਪੈਣਾ ਹੈ, ਕੀ ਕੁਝ ਉਹਦੇ 'ਚ ਟਰਮਸ ਐਂਡ ਕੰਡੀਸ਼ਨਸ ਨੇ ਜਾਂ ਕਿੱਦਾਂ ਟ੍ਰੇਡ ਕੀਤਾ ਜਾਏਗਾ, ਇਹ ਵੀ ਆਉਣ ਵਾਲਾ ਸਮਾਂ ਦੱਸੇਗਾ। ਸੋ ਹੋਪਫੁਲੀ ਇਹ ਸਾਰੇ ਮੈਟਰਸ ਸੌਰਟ ਆਊਟ ਹੋਣ ਤਾਂ ਕਿ ਇਲੈਕਸ਼ਨਸ ਦੇ ਵੱਲ ਜੋ ਭਾਰਤ ਵਧ ਰਿਹਾ ਪਿਆ ਹੈ 2024 ਦੀਆਂ ਇੱਕ ਸੁਖਾਵੇਂ ਕਦਮਾਂ ਨਾਲ ਵਧੇ। ਹਜੇ ਸਾਲ ਪਿਆ ਹੈ, ਤਾਂ ਸਾਲ ਦੇ ਅੰਦਰ ਅੰਦਰ ਸਭ ਕੁਝ ਠੀਕ ਹੋ ਜਾਵੇ, ਸਭ ਸੁਖਾਵਾਂ ਹੋ ਜਾਵੇ ਤਾਂ ਵਧੀਆ ਰਹੇ। ਸੋ ਅੱਗੇ ਇਹ ਕਿ ਪੈਨ ਨੂੰ 31 ਮਾਰਚ ਤੱਕ ਜੋ ਪੈਨ ਕਾਰਡ ਹੈ ਤੇ ਆਧਾਰ ਕਾਰਡ ਨੂੰ ਲਿੰਕ ਕਰਨਾ ਜ਼ਰੂਰੀ ਹੋ ਗਿਆ 31 ਮਾਰਚ ਤੱਕ, ਕਿਉਂਕਿ ਨਵੀਆਂ ਇਨਕਮ ਟੈਕਸ ਰਿਟਰਨਸ ਵੀ ITR ਵੀ ਜਾਣੀਆਂ ਨੇ ਸਾਰਿਆਂ ਦੀਆਂ, ਔਰ ਇਨਕਮ ਟੈਕਸ ਤੇ ਆਧਾਰ ਕਾਰਡ ਨੂੰ ਜਦੋਂ ਪੈਨ ਕਾਰਡ ਨੂੰ ਰਿਲੇਟ ਕੀਤਾ ਜਾਏ, ਲਿੰਕ ਕੀਤਾ ਜਾਏ, ਅਦਰਵਾਈਜ਼ ਆਈ ਥਿੰਕ ਕਿ ਉਸ ਤੋਂ ਬਾਅਦ ਫਾਈਨ ਹੋ ਸਕਦਾ ਹੈ। 31 ਮਾਰਚ ਜਿਹੜਾ ਫਾਈਨੈਂਸ਼ੀਅਲ ਈਅਰ ਹੈ ਨਾ, ਮਾਰਚ ਤੋਂ ਮਾਰਚ ਤੱਕ ਇਹ ਆ ਰਿਹਾ, ਹੁਣ ਮਹੀਨਾ ਇੱਕ ਰਹਿ ਗਿਆ, ਫਰਵਰੀ ਆ, ਮਾਰਚ 31 ਆ ਗਈ। ਇਹਦੋਂ ਬਾਅਦ ਇਹਨਾਂ ਨੇ ਪਹਿਲਾਂ ਅਨਾਉਂਸ ਕਰਤਾ ਕਿ ਇਹਦਾ ਜਿਹੜਾ ਕਾਰਡ ਦਾ ਲਿੰਕ ਹੈਗਾ ਆਧਾਰ ਕਾਰਡ ਤੇ ਇਹਦੇ ਨਾਲ ਪੈਨ ਕਾਰਡ ਦਾ, ਇਹਨਾਂ ਦੋਵਾਂ ਦਾ ਲਿੰਕ ਜਿਹੜਾ ਹੈਗਾ ਜੇ ਕਰ ਗਏ ਠੀਕ ਹੈ 31 ਤੱਕ, ਨਹੀਂ ਤੇ ਫਿਰ ਉਹਨਾਂ ਨੂੰ ਜੁਰਮਾਨਾ ਵੀ ਪਊਗਾ, ਕਈ ਕੁਛ ਹੋਊਗਾ। ਫਿਰ ਉਹਨਾਂ ਦੇ ਇਨਕਮ ਟੈਕਸ ਦੀ ਜਿਹੜੀ ਰਿਪੋਰਟ ਆ ਉਹ ਵੀ ਨਹੀਂ ਪੂਰੀ ਦੀ ਪੂਰੀ ਹੋਊਗੀ, ਔਰ ਕਈਆਂ ਨੇ ਤਾਂ ਕਰਾ ਲਿਆ ਤੇ ਕੁਝ ਜਿਹੜੇ ਬਚੇ ਪਏ ਆ ਜਿਹੜੇ ਉਹਦੇ ਵਿੱਚੋਂ, ਉਹਨਾਂ ਨੂੰ ਇਹਨਾਂ ਨੇ ਸੂਚਿਤ ਕਰਤਾ ਕਿ ਤੁਸੀਂ ਜੇ ਕਰਨਾ ਚਾਹੁੰਦੇ ਜੇ ਤਾਂ ਜਲਦੀ ਤੋਂ ਜਲਦੀ ਕਰ ਲਓ, ਨਹੀਂ ਤਾਂ 31 ਮਾਰਚ ਜਿਹੜਾ ਲਾਸਟ ਡੇਟ ਦੇਤੀ ਆ, ਐਂਡ ਡੇਟ ਹੈਗੀ ਆ, ਉਦੋਂ ਪਹਿਲਾਂ ਤੁਹਾਨੂੰ ਆਨਲਾਈਨ ਹੁੰਦਾ ਸਾਰਾ ਕੁਝ ਹੈਗਾ, ਉਹ 'ਚ ਐਪ ਵੀ ਹੈਗੀਆਂ ਹੈ ਨਾ, ਉਹਨੂੰ ਐਪ ਨੂੰ ਵੀ ਕਰਕੇ ਕਰਵਾ ਸਕਦੇ ਆ, ਔਰ ਬੈਂਕਾਂ ਵੀ ਕਰ ਦਿੰਦੀਆਂ। ਬੈਂਕਾਂ ਦੇ ਵਿੱਚ ਤੁਸੀਂ ਚਾਹੁੰਦੇ ਜੇ ਆਪਣਾ ਆਧਾਰ ਕਾਰਡ ਦੇ ਦਿਓ, ਪੈਨ ਕਾਰਡ ਦੇ ਦਿਓ, ਦੋਵੇਂ ਚੀਜ਼ਾਂ ਦੀ ਫੋਟੋਕਾਪੀ ਦੇ ਦਿਓ, ਉਹਨਾਂ ਨੇ ਤੁਹਾਡੇ ਨਾਲ ਕਰ ਦੇਣਾ। ਕਿਉਂਕਿ ਜਿਹੜਾ ਪੈਨ ਕਾਰਡ ਹੈ ਇਹਦੇ ਵਿੱਚ ਹੀ ਤੁਹਾਡੀ ਇਨਕਮ ਟੈਕਸ ਦਾ ਸਾਰਾ ਕੁਝ ਪਿਆ ਹੁੰਦਾ, ਤੁਸੀਂ ਕਿੱਥੇ ਪਲਾਟ ਖਰੀਦਿਆ, ਕਿੱਥੇ ਪੈਸਾ ਇਨਵੈਸਟ ਕੀਤਾ, ਕਿੱਥੋਂ ਤੁਸੀਂ ਖਰੀਦਦਾਰੀ ਕੀਤੀ, ਕਿੱਥੋਂ ਗੱਡੀ ਲਈ, ਕਿੱਥੋਂ ਸਾਰਾ A to Z ਉੱਥੇ ਆ ਜਾਊਗਾ। ਹੁਣ ਉਹਦੇ ਵਿੱਚ ਇਹ ਵੀ ਕੀ ਅੰਤ ਕੀਤਾ ਹੁੰਦਾ ਕਿ 50,000 ਰੁਪਈਆ ਤੁਸੀਂ ਪਹਿਲਾਂ ਨਹੀਂ ਇੱਕਦਮ ਨਹੀਂ ਕਢਾਓਗੇ, ਉਹਦੇ ਵਿੱਚ ਵੀ ਆਧਾਰ ਕਾਰਡ ਦੇ ਕੇ ਉਹਦਾ ਨੰਬਰ ਦੇ ਕੇ ਫਿਰ ਤੁਹਾਨੂੰ ਪੈਸਾ ਮਿਲੂਗਾ, ਨਹੀਂ ਤਾਂ ਨਹੀਂ ਮਿਲੂਗਾ। ਉਦੋਂ ਥੱਲੇ ਲੈ ਲਓਗੇ, 49,000 ਲੈ ਲਓਗੇ, 50,000 ਨਹੀਂ ਕਲੇਮ ਕਰ ਸਕਦੇ। ਔਰ ਇਹਦੇ ਵਿੱਚ ਟ੍ਰਾਂਜੈਕਸ਼ਨ ਜਿਹੜੀ ਹੁੰਦੀ ਹੈ ਬੈਂਕਾਂ ਦੀ, ਜਿਸ 'ਚ ਤੁਹਾਡੇ ਪੈਸੇ ਟ੍ਰਾਂਸਫਰ ਹੁੰਦੇ ਆ, ਬਾਹਰੋਂ ਆ ਰਹੇ ਆ, ਜਿਸ 'ਚ ਚੈੱਕ ਤੁਸੀਂ ਜਮ੍ਹਾਂ ਕਰਾਉਂਦੇ ਜੇ ਬਾਹਰਲੀ ਬੈਂਕਾਂ 'ਚ ਜਾਂਦੇ ਆ, ਉਹ ਵੀ ਸਾਰਾ ਇਹਦੇ ਵਿੱਚ ਪੈਨ ਕਾਰਡ 'ਚ ਹੀ ਆਉਂਦਾ। ਔਰ ਆਧਾਰ ਕਾਰਡ ਵੀ ਮੂਲ ਚੀਜ਼ ਹੈਗੀ ਆ, ਔਰ ਇਹਨਾਂ ਨੇ ਕਹਿਤਾ ਕਿ ਬੇਸਿਕ ਰਿਕੁਆਇਰਮੈਂਟ ਹੈ ਇਹਨਾਂ ਦੋਨਾਂ ਚੀਜ਼ਾਂ ਦੀ। ਜੇ ਐਤਕੀ ਲੋਕ ਕਰ ਲੈਣਗੇ, ਵੈਸੇ ਸਿਆਣੇ ਲੋਕਾਂ ਨੇ ਤਾਂ ਕਰ ਲਿਆ ਪਹਿਲਾਂ ਹੀ, ਜਿਨ੍ਹਾਂ ਨੇ ਨਹੀਂ ਕੀਤਾ ਹੈਗਾ ਉਹਨਾਂ ਨੂੰ ਇਹਨਾਂ ਨੇ ਮੌਕਾ ਦੇ ਦਿੱਤਾ ਵੀ ਤੁਸੀਂ ਇਸ ਸਮੇਂ ਤੋਂ ਇਸ ਸਮੇਂ ਤੱਕ ਕਰ ਲਓ, ਬਹੁਤ ਟਾਈਮ ਹੈਗਾ, ਕਿਉਂਕਿ ਹੁਣ ਤਾਂ ਕੰਪਿਊਟਰਾਈਜ਼ ਹੈ ਸਾਰਾ ਕੁਝ, ਕੋਈ ਇੱਦਾਂ ਦੀ ਪ੍ਰੋਬਲਮ ਨਹੀਂ। NRI ਵੀਰ ਵੀ ਜਿਹੜੇ ਕਈ ਵਾਰੀ ਕਰ ਲੈਂਦੇ, ਜਿਨ੍ਹਾਂ ਦਾ ਇੱਧਰ ਬੈਂਕਾਂ 'ਚ ਅਕਾਊਂਟ ਆ, ਕਈ ਕੁਛ ਹੈਗਾ, ਜਿਹੜੀਆਂ ਬੰਗਲੌਰ ਕਰਨਾਟਕ 'ਚ ਬੈਠੇ ਨੇ, ਕੇਰਲਾ ਮਦਰਾਸ 'ਚ ਬੈਠੇ ਆ, ਉਹ ਵੀ ਲੋਕ ਇੱਥੋਂ ਤੱਕ ਕਰਦੇ ਆ, ਜਿਨ੍ਹਾਂ ਦੀਆਂ ਏਜੰਸੀਆਂ ਕੰਪਨੀਆਂ ਉਹਨਾਂ ਲਈ ਜ਼ਿਆਦਾ ਜ਼ਰੂਰੀ ਆ। ਨਾ ਕੇਵਲ ਉਹ ਨਹੀਂ ਹੈਗੇ ਜਿਹੜਾ ਕੋਈ ਮਾਸਟਰ ਲੱਗਿਆ, ਜਿਹੜਾ ਕੋਈ ਫੌਜ 'ਚ ਭਰਤੀ ਹੋਇਆ ਜਾਂ ਜਿਹੜਾ, ਉਹਨਾਂ ਦੇ ਤਾਂ ਪਹਿਲੋਂ ਕੱਟੇ ਜਾਂਦੇ, ਇੰਪਲਾਈ ਦੇ ਪਹਿਲੋਂ ਪੈਸੇ ਕੱਟੇ ਜਾਂਦੇ ਆ, ਉਹਨਾਂ ਦੀ ਰਿਕੁਆਇਰਮੈਂਟ ਲੈ ਲੈਂਦੇ ਪਹਿਲਾਂ ਵੀ ਤੁਹਾਡਾ ਕਾਗਜ਼ ਦੇ ਦਿਓ, ਸਾਰਾ ਕੁਝ ਅਸੀਂ ਕਰਾਂਗੇ। ਅਤੇ ਜਿਹੜੇ ਬਾਕੀ ਕੰਪਨੀਆਂ ਦੇ ਕਮਾਂਡਰ ਨੇ, ਕੰਪਨੀ ਚਲਾ ਰਹੇ ਆ, ਉਹਨਾਂ ਨੂੰ ਔਖਿਆਈ ਹੁੰਦੀ ਆ, ਉਹ ਪਹਿਲਾਂ ਬਣਾ ਲੈਂਦੇ ਆ। ਉਹਨਾਂ ਨੂੰ ਬਣਾਉਣਾ ਚਾਹੀਦਾ ਸਾਰਾ ਕੁਝ, ਤਾਂ ਕਿ ਜਾਂ ਕਿ ਸਾਰਾ ਦੇ ਸਾਰਾ ਹਿਸਾਬ ਕਿਤਾਬ ਉਹਨਾਂ ਦੇ ਅਕਾਊਂਟ 'ਚ ਆ ਜਾਏ। ਸੋ ਇਹ ਜ਼ਰੂਰੀ ਹੈ ਕਿ ਪੈਨ ਕਾਰਡ ਦਾ ਤੇ ਆਧਾਰ ਕਾਰਡ ਦਾ ਲਿੰਕ ਹੋ ਜਾਣਾ ਚਾਹੀਦਾ ਹੈ, ਔਰ ਜਿਨ੍ਹਾਂ ਨੇ ਨਹੀਂ ਕਰਵਾਇਆ ਉਹ ਜ਼ਰੂਰ ਕਰਵਾਓ, ਕਿਉਂਕਿ ਅੱਗੇ ਜੇ ਉਹਨਾਂ ਨੇ ਮਿਆਦ ਹੋਰ ਨਾ ਵਧਾਈ ਗਵਰਨਮੈਂਟ ਨੇ ਕਿ ਅੱਗੇ ਹੋਰ ਦਿਨ ਦਿੱਤੇ ਜਾਂਦੇ ਨੇ ਕਿ ਤੁਸੀਂ ਲਿੰਕ ਕਰ ਲਓ, ਜੇ ਗ੍ਰੇਸ ਪੀਰੀਅਡ ਨਾ ਦਿੱਤਾ ਦੈਨ ਫਾਈਨ ਹੋ ਸਕਦਾ ਹੈ, ਕੋਈ ਐਕਸ਼ਨ ਹੋ ਸਕਦਾ ਹੈ ਅਕੋਰਡਿੰਗ ਟੂ ਲਾਅ। ਇਸ ਕਰਕੇ ਜ਼ਰੂਰੀ ਹੈ ਕਿ ਇਹ ਫਾਈਨਾਂਸ ਦੇ ਮੈਟਰਸ ਨੇ, ਸਾਰੇ ਪੈਸੇ ਦੇ ਮੈਟਰਸ ਨੇ, ਫਾਈਨਾਂਸ ਦੇ ਮੈਟਰਸ ਜਿੰਨੇ ਜ਼ਿਆਦਾ ਕਲੀਅਰ ਰਹਿਣ ਵਧੀਆ ਰਹਿੰਦਾ, ਕਿਉਂਕਿ ਬਾਅਦ ਦਿੱਕਤ ਹੋ ਸਕਦੀ ਹੈ, ਧੋਖਾਧੜੀ ਹੁੰਦੀ ਬਹੁਤ। ਯੈਸ, ਇਸ ਕਰਕੇ ਪੈਨ ਕਾਰਡ ਤੇ ਆਧਾਰ ਕਾਰਡ ਨੂੰ 31 ਮਾਰਚ ਤੱਕ ਲਿੰਕ ਕਰਵਾ ਲਓ ਨਵੀਂ ITR ਭਰਨ ਤੋਂ ਪਹਿਲਾਂ। ਸੋ ਆਪਾਂ ਅੱਗੇ ਚੱਲਦੇ ਹਾਂ ਜੀ। ਨੋਟਬੰਦੀ ਬਾਰੇ ਸੁਪਰੀਮ ਕੋਰਟ ਦੇ ਫੈਸਲੇ ਤੇ ਮੁੜ ਨਜ਼ਰਸਾਨੀ ਪਟੀਸ਼ਨ ਦਾਇਰ ਹੋ ਗਈ ਹੈ, ਕਿਉਂਕਿ ਨੋਟਬੰਦੀ ਬਾਰੇ ਸੁਪਰੀਮ ਕੋਰਟ ਨੇ ਪਹਿਲਾਂ ਕਿਹਾ ਸੀਗਾ ਕਿ ਇਹ ਕਦਮ ਬਿਲਕੁਲ ਸਹੀ ਸੀ ਜੋ ਚੁੱਕਿਆ ਗਿਆ, ਦੇਸ਼ ਦੀ ਇਕਨੋਮੀ ਨੂੰ ਧਿਆਨ 'ਚ ਰੱਖਦੇ ਹੋਏ ਚੁੱਕਿਆ ਗਿਆ, ਔਰ ਉਹ ਫੈਸਲਾ ਹੋ ਚੁੱਕਾ ਸੀ। ਹੁਣ ਦੁਬਾਰਾ ਤੋਂ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ। ਹਾਂ, ਇਹਦੇ 'ਚ ਪੈਂਡਿੰਗ ਪਟੀਸ਼ਨਾਂ ਵੈਸੇ ਪਹਿਲਾਂ ਵੀ 50 ਹੈਗੀਆਂ, 51 ਹੈਗੀ ਹੈ। ਇਹਦੇ ਵਿੱਚ ਕੋਈ ਵਕੀਲ ਨੇ ਉਹਨਾਂ ਨੇ ਕੀਤੀ ਹੈ, ਜਿਹਦੇ ਵਿੱਚ 1000 ਦਾ ਤੇ 500 ਦਾ ਨੋਟ ਜਿਹੜਾ ਉਹਨਾਂ ਨੇ ਨੋਟਬੰਦੀ 'ਚ ਬੰਦ ਕਰ ਦਿੱਤੇ ਸੀਗੇ। ਉਹਨਾਂ ਨੇ ਕਿਹਾ ਸੀ, ਪਰ ਕੇਂਦਰ ਸਰਕਾਰ ਨੇ ਕਿਹਾ ਸੀ ਵੀ ਇਹ ਓਕੇ ਆ, ਇਹਦੇ 'ਚ ਕੋਈ ਇਸ ਤਰ੍ਹਾਂ ਦੀ ਧੋਖਾਧੜੀ ਨਹੀਂ ਹੈਗੀ, ਜੋ ਅਸੀਂ ਕਰ ਦਿੱਤਾ ਉਹ ਬਿਲਕੁਲ ਓਕੇ ਹੈਗਾ। ਉਹਦੇ 'ਚ ਆਪੋਜੀਸ਼ਨ ਨੇ ਚੁੱਕਿਆ ਸੀ ਕੰਮ, ਤੇ ਜਨਰਲ ਲੋਕਾਂ ਨੇ ਇਸ ਵਿੱਚ RTI ਵੀ ਪਾਈਆਂ, ਇਸ 'ਚ ਜਿਹੜੀਆਂ ਜਾਚਕਾਂ ਵੀ ਦਾਇਰ ਕੀਤੀਆਂ, ਉਹਦਾ ਹੁਣ ਇਹ ਸੁਪਰੀਮ ਕੋਰਟ ਦੇ ਵਿੱਚ ਪਾਈਆਂ ਇਹਨਾਂ ਨੇ।
ਹੁਣ ਇਹਨਾਂ ਨੂੰ ਫਿਰ ਦੁਬਾਰਾ ਜੂਰੀ ਬਣਾ ਰਹੇ, ਇਹਦੇ ਵਿੱਚ ਸਾਰੇ ਇਕੱਠੇ ਹੋ ਜਾਣਗੇ। ਜਿਹੜੇ 4 ਬੈਂਚ ਦੇ ਜੱਜ ਸੀਗੇ ਉਹਨਾਂ ਵਿੱਚੋਂ 3 ਤੇ ਫੇਵਰ 'ਚ ਰਹੇ, 3 ਨੇ ਜਿਹੜਾ ਉਹਦੇ 'ਚ ਮਤਲਬ ਉਹਨਾਂ ਕੀਤਾ ਵੀ ਇਹ ਗਲਤ ਹੈਗਾ, ਮਤਲਬ ਜੋ ਉਹਨਾਂ ਨੇ ਡਿਸੀਜਨ ਲਿਆ ਗੌਰਮੈਂਟ ਨੇ ਠੀਕ ਹੈ ਉਹਨਾਂ ਦਾ। ਇੱਕ ਜਿਹੜਾ ਜੱਜ ਸੀ ਉਹ ਦੂਜੇ ਪਾਸੇ ਹੋ ਗਿਆ ਸੀਗਾ। ਜੂਰੀ ਜਿਹੜੀ ਸੀਗੀ ਉਹਨਾਂ ਦੇ ਵਿੱਚ ਨਵੀਂ ਬਣਾਉਣੀ ਪੈਣੀ ਇਹਨਾਂ ਨੂੰ। ਔਰ ਹੁਣ ਇਹ ਜਿਹੜੀ ਸੈਸ਼ਨ ਜਿਹੜੀ ਕੋਰਟ ਜਿਹੜੀ ਇਹਨਾਂ ਦੀ ਹੈਗੀ ਇੱਥੋਂ ਸ਼ੁਰੂ ਹੋ ਕੇ ਤੇ ਸੁਪਰੀਮ ਕੋਰਟ ਤੱਕ ਚਲੇ ਗਿਆ। ਸੈਸ਼ਨ ਕੋਰਟ ਹੁੰਦੀ ਜਿਹੜੀ ਜ਼ਿਲ੍ਹੇ ਦੀ ਕੋਰਟ ਹੈਗੀ, ਇਹ ਹੁਣ ਸੁਪਰੀਮ ਕੋਰਟ 'ਚ ਮਾਮਲਾ ਚਲੇ ਗਿਆ। ਆਹ ਹੁਣ 51ਵੀਂ ਨਾਲ ਹੋਰ ਆ ਗਈ ਹੈ, ਇਹਨਾਂ ਨੂੰ ਦੇਣਾ ਪੈ ਰਿਹਾ। ਪਰ ਮਤਲਬ ਤਾਂ ਇੱਥੇ ਹੈਗਾ ਕਿ ਇਹਦਾ ਸਾਰਾ ਕੁਝ ਪਹਿਲੋਂ ਨਿਪਟ ਗਿਆ ਕੰਮ। ਜਿਹੜੇ ਉਹਨਾਂ ਕੋਲ ਨੋਟ ਸੀਗੇ ਉਹ ਤਾਂ ਵਿਚਾਰੇ ਜਿਨ੍ਹਾਂ ਦੇ ਪਏ ਸੀ ਵਿਚਾਰਿਆਂ ਨੂੰ ਕਮਾਈ ਦੇ ਨੋਟ ਉਹ ਤਾਂ ਰੱਦੀ ਹੋ ਗਏ। ਜਿਨ੍ਹਾਂ ਨੇ ਕਿਹੜੇ 2 ਨੰਬਰ ਦੇ ਨੋਟ ਸੀ ਉਹਨਾਂ ਨੂੰ ਤਾਂ ਨਹੀਂ ਕੋਈ ਇੱਦਾਂ ਦਾ ਨੁਕਸਾਨ ਹੋਇਆ। ਨੁਕਸਾਨ ਉਹਨਾਂ ਨੂੰ ਹੋਇਆ ਜਿਹੜੇ ਵਿਚਾਰੇ ਕਮਾਈ ਕੀਤੀ, ਜਿਨ੍ਹਾਂ ਨੇ ਪੈਸਾ ਜੋੜਿਆ ਸੀ, ਜਿਨ੍ਹਾਂ ਜਨਾਨੀਆਂ ਨੇ ਥੋੜ੍ਹਾ ਬਹੁਤ ਪੈਸੇ ਸੇਵ ਕਰਕੇ ਘਰਾਂ 'ਚ ਰੱਖੇ ਸੀਗੇ, ਜਿਨ੍ਹਾਂ ਨੇ ਬੈਂਕਾਂ 'ਚ ਵੀ ਰੱਖੇ ਉਹ ਵੀ ਉੱਥੇ ਉੱਦਾਂ ਹੀ ਤਬਾਹ ਹੋ ਗਏ। ਉਹ ਵੀ ਜਿੱਥੇ ਜਿੱਥੇ ਪਿਆ ਸੀ ਪੈਸਾ ਉੱਥੇ ਸਾਰੇ ਦਾ ਸਾਰਾ ਹੀ ਕਾਗਜ਼ ਬਣ ਗਏ, ਰੱਦੀ ਬਣ ਗਏ। ਔਰ ਉਹ ਤਾਂ ਮਾਮਲਾ ਖਤਮ ਹੋ ਗਿਆ। ਹੁਣ ਜਾਚਕਾਂ ਦੇ ਵਿੱਚ ਵੇਖੋ ਕੀ ਕੁਛ ਕਰਦੇ ਆ, ਕੀ ਡਿਸੀਜਨ ਹੋਣਾ, ਕੀ ਇਹਦੇ ਵਿੱਚ ਜਾ ਕੇ ਕਰਨਾ ਇਹਨਾਂ ਨੇ ਲੈਣਾ। ਨੋਟਬੰਦੀ ਬਾਰੇ ਬਲਕਾਰ ਜੀ ਜੋ ਆਮ ਲੋਕ ਨੇ ਉਹ ਇਹ ਕਹਿੰਦੇ ਨੇ ਕਿ ਜਿਨ੍ਹਾਂ ਲੋਕਾਂ ਦੀ ਮ੍ਰਿਤਿੂ ਹੋ ਗਈ ਲਾਈਨਾਂ 'ਚ ਲੱਗਿਆਂ ਦੀ, ਕਈ ਉਹਦੇ 'ਚ ਸੀਨੀਅਰ ਸਿਟੀਜ਼ਨਸ ਵੀ ਨੇ, ਸਹੀ ਗੱਲ ਹੋਈ, ਉਹਦੇ ਵਾਸਤੇ ਜ਼ਿੰਮੇਵਾਰ ਕੌਣ? ਬਿਮਾਰ ਲੋਕ ਉੱਥੇ ਲੋਕ ਖੜੇ ਰਹੇ, ਸਹੀ ਠੀਕ ਹੈ, ਔਰ ਇੰਨਾ ਕੁਝ ਉਹਨਾਂ ਨੇ ਬਰਦਾਸ਼ਤ ਕੀਤਾ, ਉਹਦੇ ਵਾਸਤੇ ਜ਼ਿੰਮੇਵਾਰ ਕੌਣ? ਇਹ ਸਾਰੀਆਂ ਗੱਲਾਂ ਤਮਾਮ ਗੱਲਾਂ ਆਉਂਦੀਆਂ ਨੇ। ਔਰ ਨਾਲ ਇਹ ਵੀ ਗੱਲਾਂ ਹੁੰਦੀਆਂ ਨੇ ਕਿ ਲਾਈਨਾਂ ਦੇ ਵਿੱਚ ਆਮ ਲੋਕ ਹੀ ਖੜੇ ਸੀ, ਬੜੇ ਬੜੇ ਬਿਜ਼ਨਸਮੈਨ ਕਿਉਂ ਨਹੀਂ ਖੜੇ ਸੀ? ਉਹਨਾਂ ਕੋਲ ਨੋਟ ਨਹੀਂ ਸੀ ਚੇਂਜ ਕਰਨ ਵਾਸਤੇ, ਉਹਨਾਂ ਨੇ ਵੀ ਤਾਂ ਨੋਟ ਬਦਲਵਾਣੇ ਹੋਣਗੇ। ਇਹ ਤਾਂ ਨੋਟ ਇੱਥੋਂ ਤਾਂ ATM 'ਚ ਤੁਸੀਂ ਦੇਖੋ ਗਰੀਬ ਲੋਕ ਖੜੇ ਹੁੰਦੇ ਆ। ਦੂਸਰਾ ਜਿਹੜਾ ਵੱਡਾ ਧਨਾਢ ਬੰਦਾ ਉਹ ATM ਕਦੇ ਵੀ ਨਹੀਂ ਜਾਂਦਾ। ATM 'ਚ ਤੁਹਾਡੇ ਮੇਰੇ ਵਰਗੇ ਤੇ ਆਮ ਲੋਕ ਜਿਹੜੇ ਹੈਗੇ, ਕਾਮਨ ਪੀਪਲ ਹੈਗੇ, ਉਹ ਇੱਥੇ ਖੜੇ ਹੁੰਦੇ ਆ। ਇਹਦੇ ਵਿੱਚ ਵੀ ਇਹੀ ਹਾਲ ਰਿਹਾ। ਜਿਹੜੇ ਲਾਈਨਾਂ 'ਚ ਬੈਠੇ ਸੀ ਸਾਰੇ ਬੰਦੇ ਉਹ ਸੀ ਜਿਹੜੇ ਕਾਮਨ ਹੈਗੇ, ਜਿਨ੍ਹਾਂ ਨੇ ਜਦੋਂ ਸੁਣਿਆ ਵੀ ਇਸ ਵੇਲੇ ਅਨਾਊਂਸ ਹੋ ਗਿਆ ਅਤੇ ਹੁਣ ਪੈਸੇ ਅੱਧੇ ਘੰਟੇ ਤੱਕ ਕਿਸ ਨੇ ਨਹੀਂ ਲੈਣੇ, ਤਾਂ ਉਹ ਬੋਰੀਆਂ ਭਰ ਕੇ ਕੇਵਰੀਆਂ ਜਲੰਧਰ ਮਾਲ ਟਾਊਨ ਦੀ ਗੱਲ ਆ, ਜਿੰਨੇ ਵੀ ਇੱਥੇ ਜੁਐਲਰਸ ਨੇ ਉਹਨਾਂ ਦੇ ਕੋਲ ਆ ਗਏ ਵੀ ਸਾਨੂੰ ਗਹਿਣੇ ਦੇ ਦਿਓ, ਜਿਹੜੇ ਹੈਗੇ ਆ ਮਿੱਟੀ ਦੇ ਪਾਈ, ਆਹ ਪੈਸੇ ਚੁੱਕੋ ਜੋ ਪੈਸੇ ਪਏ ਆ। ਬੜੇ ਉਹਨਾਂ ਨੇ ਪੈਸੇ ਲੈ ਗਹਿਣੇ ਦਿੱਤੇ, ਲਏ ਗਹਿਣੇ, ਪਰ ਉਹਦੇ ਵਿੱਚ ਇਹ ਹੈਗਾ ਕਿ ਪੈਸੇ ਤਾਂ ਉਹਨਾਂ ਦੇ ਵੀ ਰਹਿ ਗਏ ਇੱਦਾਂ ਹੀ। ਉਹ ਕਿਉਂਕਿ ਪੈਸੇ ਤਾਂ ਰੱਦੀ ਹੋ ਗਏ। 500 ਦਾ ਤਾਂ 1000 ਦਾ ਨੋਟ, ਉਹ ਤੋਂ ਬਾਅਦ 2000 ਦਾ ਨੋਟ ਬਣ ਗਿਆ ਜਿਹੜਾ ਅੱਜ ਕੱਲ੍ਹ ਚੱਲ ਰਿਹਾ। ਹੁਣ 2000 ਵਾਲੇ ਨੂੰ ਥੋੜ੍ਹਾ ਜਿਹਾ ਬੰਦ ਕਰ ਰਹੇ ਆ ਕਿਉਂਕਿ ਉਹ ਲੋਕ ਜ਼ਿਆਦਾ ਉਹਨੂੰ ਪਸੰਦ ਨਹੀਂ ਕਰ ਰਹੇ। ਅਤੇ ਵੇਖ ਲਓ ਦੂਜੀ ਗੱਲ ਹੈਗੀ 500 ਵਾਲਾ ਫਿਰ ਆ ਗਿਆ, ਅਤੇ ਫਿਰ ਬੰਦ ਕੀ ਹੋਇਆ? ਜਦ 500 ਵਾਲਾ ਤੋਂ ਬੰਦ ਕਰਕੇ ਕੋਈ 800 ਵਾਲਾ ਬਣਾ ਦਿੰਦੇ ਨੋਟ, ਹੈ ਨਾ, ਕੋਈ 900 ਵਾਲਾ ਬਣਾ ਦਿੰਦੇ, ਇੱਦਾਂ ਦਾ ਨੋਟ ਤਾਂ ਤੋੜ ਦਿੰਦੇ। 500 ਵਾਲਾ ਫਿਰ ਆ ਗਿਆ, 900 ਦਾ ਨੋਟ ਤੇ ਯਾਰ ਆਹੋ, ਜੇ ਉਹਨਾਂ ਨੇ ਬਣਾਉਣਾ ਬਣਾ ਸਕਦੇ, ਕੋਈ ਇੱਦਾਂ ਦੀ ਨਹੀਂ ਗੱਲ ਹੈ 500 ਵਾਲੇ ਬਣਾਉਣਾ। 500 ਵਾਲੇ ਕਾਗਜ਼ ਜੇ ਤੁਸੀਂ ਦੇਖਿਓ, 2000 ਵਾਲੇ ਦਾ ਕਾਗਜ਼ ਦੇਖਿਓ, ਉਹ ਹੈਗਾ ਪਿੰਕ ਕਲਰ ਦੇ ਆ। ਤੂੰ ਜੇ ਤੁਸੀਂ ਹੱਥ ਲਾਓ ਗਿੱਲੇ ਤੋਂ ਜਾਂ ਰੰਗ ਲੱਗਦਾ, ਦਾ ਰੰਗ ਤੁਹਾਡੇ ਕੱਪੜਿਆਂ ਨੂੰ ਲੱਗਦਾ, ਉਹ ਦੇਖੋ। ਅਤੇ ਜਿਹੜੇ ਡਾਲਰ ਆ ਜਿਹੜੇ ਬਾਕੀ ਕੰਟਰੀਆਂ ਦੇ ਹੈਗੇ ਐਂ ਖੜਕਦੇ, ਤੁਸੀਂ ਐਂ ਕਰੋਗੇ। ਸਾਡੇ ਤਾਂ ਕਾਗਜ਼ 'ਤੇ ਜਿਹੜਾ ਕਾਗਜ਼ ਵੀ ਇੱਦਾਂ ਦਾ ਰੱਦੀ ਲਾਇਆ ਹੁੰਦਾ। ਜੇ ਤੁਸੀਂ ਨੋਟਬੰਦੀ ਕੀਤੀ ਹੈ ਤਾਂ ਕੋਈ ਚੱਜ ਦੇ ਨੋਟ 'ਤੇ ਲੈ ਲਓ, ਜਿਹੜੇ ਲੋਕ ਵੇਖ ਕੇ ਖੁਸ਼ ਤੇ ਹੋਣ, ਹੈ ਨਾ। ਇਹ ਗੱਲ ਗਲਤ ਹੋਈ ਸਾਰੀ ਕੁਛ ਜੋ ਕੁਛ ਹੋਇਆ। ਠੀਕ ਹੈ, ਮੈਨੂੰ ਵੈਸੇ ਬੜਾ ਮਜ਼ਾ ਆਇਆ। 800 ਦਾ ਨੋਟ, 900 ਦਾ ਨੋਟ, ਰਾਸ਼ੀ ਬਣਾਉਣੀ ਇਹਨਾਂ ਨੇ, ਰਾਸ਼ੀ ਬਣਾਉਣੀ ਕੋਈ ਬਣਾ ਸਕਦੇ, ਗਿਣਤੀ ਬਣਾਉਣੀ ਹੈਗੀ। ਇਹ ਤਾਂ ਨਹੀਂ ਜਾਂ ਤਾਂ ਫਿਰ 500 ਵਾਲਾ ਨਾਂ ਬੰਦ ਕਰ ਦਿਓ। ਬਿਲਕੁਲ ਸਹੀ। 500 ਵਾਲਾ ਜੇ ਚਲਾਉਣਾ ਉਹਨੂੰ ਨਾਂ ਬੰਦ ਕਰ ਦਿਓ, ਉਹ ਤਾਂ ਫਿਰ ਆ ਗਿਆ ਫਿਰ ਮਾਰਕੀਟ 'ਚ ਰਾਊਂਡ ਫਿਗਰ ਹੀ ਰੱਖਦੇ ਉੱਥੇ। ਫਿਰ ਮਹਾਤਮਾ ਗਾਂਧੀ ਜੀ ਦੀ ਉਸੇ ਤਰ੍ਹਾਂ ਫੋਟੋ ਲੱਗੀ, ਉਸੇ ਤਰ੍ਹਾਂ ਸਾਰਾ ਕੁਛ, ਰਾਸ਼ਟਰਪਿਤਾ ਦੀ ਉਸੇ ਤਰ੍ਹਾਂ। ਉਹਨੂੰ ਤਾਂ ਫਿਰ ਚਲਾ ਦਿੱਤਾ ਉਹਨਾਂ ਨੇ। 1000 ਵਾਲਾ ਤਾਂ ਨਹੀਂ ਆਇਆ, ਉਹਦੇ 'ਚ ਦੂਜਾ 2000 ਵਾਲਾ ਆ ਗਿਆ। ਅਤੇ ਜੇ 500 ਵਾਲਾ ਫਿਰ ਆਉਣਾ ਸੀ, ਉਹਨੂੰ ਬੰਦ ਕਰਨ ਦਾ ਮਤਲਬ ਕੋਈ ਨਹੀਂ। ਇਹ ਆ ਬਿਲਕੁਲ ਠੀਕ ਹੈ। ਔਰ ਇਹ ਨੋਟਬੰਦੀ ਬਾਰੇ ਦੇਖੋ ਹੁਣ ਸੁਪਰੀਮ ਕੋਰਟ ਕੀ ਇਸ ਪਟੀਸ਼ਨ ਦੇ ਉੱਤੇ ਫੈਸਲਾ ਲੈਂਦੇ ਨੇ। ਕੁਝ ਨਹੀਂ ਹੋਣਾ। ਮੈਂ ਉਹਨਾਂ ਕਿਹਾ ਜਿਹਨਾਂ ਨੁਕਸਾਨ ਉਠਾਉਣਾ ਉਹ ਤਾਂ ਉਠਾ ਗਏ, ਤਾਂ ਕੰਮ ਖਤਮ ਹੋ ਚੁੱਕਾ ਹੈ। ਉਹ ਤਾਂ ਸਮਾਂ ਗਿਆ, ਸਮਾਂ ਹੈਜ਼ ਗੋਨ, ਟਾਈਮ ਹੈਜ਼ ਗੋਨ। ਉਹ 'ਚ ਕੀ ਹੋਣਾ? ਯੈਸ, ਟਾਈਮ ਜੋ ਚਲਾ ਜਾਂਦਾ ਹੈ ਉਹ ਵਾਪਸ ਨਹੀਂ ਆਉਂਦਾ। ਯੂ ਕੈਨ ਨਾਟ ਜੰਪ ਇਨ ਦਿਸ ਸੇਮ ਵਾਟਰ ਟਵਾਈਸ। ਜੋ ਪਾਣੀ ਪੁਲ ਥੱਲੋਂ ਨਿਕਲ ਗਿਆ। ਸੋ ਆਪਾਂ ਅੱਗੇ ਚੱਲਦੇ ਹਾਂ ਜੀ ਕਿ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰਫ ਦਾ ਦੁਬਈ ਵਿੱਚ ਦੇਹਾਂਤ ਹੋ ਗਿਆ। ਹਾਂ, ਇਹ ਬੜੀ ਵੱਡੇ ਦੁੱਖ ਦੀ ਗੱਲ ਹੈ। ਇਹਨਾਂ ਦਾ ਜਨਮ ਵੀ ਦਿੱਲੀ ਹੋਇਆ ਹੈ। ਦਿੱਲੀ ਤੋਂ ਪੜ੍ਹ ਲਿਖ ਕੇ ਗਏ, ਆਰਮੀ ਦੇ ਜਨਰਲ ਸੀਗੇ, ਪਾਕਿਸਤਾਨ ਦੀ ਆਰਮੀ ਦੇ। ਔਰ ਉੱਥੇ ਇਹਨਾਂ ਨੇ ਬੜਾ ਧੂਮ ਧੜੱਕੇ ਨਾਲ ਆਪਣਾ ਕੰਮ ਕੀਤਾ ਉੱਥੇ। ਔਰ ਜਦੋਂ ਨਵਾਜ਼ ਸ਼ਰੀਫ ਜੀ ਉੱਥੇ ਪ੍ਰਧਾਨ ਮੰਤਰੀ ਸੀ, ਇਹਨਾਂ ਨੇ ਉਦੋਂ ਲਾ ਕੇ ਕਾਰਗਿਲ ਦਾ ਯੁੱਧ ਲਾਤਾ ਸੀਗਾ। ਇਹ ਕਮਾਂਡਰ ਸੀਗੇ, ਉਦੋਂ ਜਨਰਲ ਸੀਗੇ। ਕਾਰਗਿਲ ਦਾ ਯੁੱਧ ਬਹੁਤ ਹੌਰੀਬਲ ਸੀਗਾ। ਔਰ ਜਿਸ ਤਰ੍ਹਾਂ 1971 ਦੀ ਲੜਾਈ ਹਰੀ ਆ ਇਹਨਾਂ ਨੇ, ਪਾਕਿਸਤਾਨ ਨੇ, ਉਸੇ ਤਰ੍ਹਾਂ ਉਹ ਵੀ ਉਹਨਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਕਾਰਗਿਲ ਦੇ ਵਿੱਚ। ਔਰ ਬਹੁਤ ਲੋਕ ਮੁੰਡੇ ਮਰੇ ਆ, ਬੜਾ ਕੁਛ ਹੋਇਆ। ਉਹਦੇ ਵਿੱਚੋਂ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਨੂੰ ਬੜੇ ਇੱਥੇ ਪੈਸਾ ਵੀ ਦਿੱਤਾ, ਉਹਨਾਂ ਨੂੰ ਫੰਡਿੰਗ ਵੀ ਦਿੱਤੀ ਆ, ਪੈਟਰੋਲ ਪੰਪ ਵੀ ਦਿੱਤੇ ਉਹਨਾਂ ਨੂੰ, ਕਾਰਗਿਲ ਦੇ ਸ਼ਹੀਦਾਂ ਨੂੰ, ਜਿਨ੍ਹਾਂ ਦੇ
ਘਰ ਦੇ ਬਾਕੀ ਸੀਗੇ, ਉਹਦੀ ਵਾਈਫ ਨੂੰ, ਉਹਦੇ ਫਾਦਰ ਨੂੰ, ਇੱਕ ਬੜਾ ਕੁਛ ਇੰਡੀਆ ਨੇ ਕੀਤਾ। ਨੰਬਰ 2 ਇਹ ਹੋ ਗਿਆ ਕਿ ਇਹ 1999 ਦੇ ਵਿੱਚ ਸਾਰਾ ਕੁਝ ਹੋਇਆ। 1999 ਤੋਂ ਇਹ 2008 ਤੱਕ ਰਹੇ ਆ ਉੱਥੋਂ ਦੇ ਰਾਸ਼ਟਰਪਤੀ। ਇਹਨਾਂ ਨੇ ਤਖਤਾ ਪਲਟ ਦਿੱਤਾ ਸੀਗਾ, ਨਵਾਜ਼ ਸ਼ਰੀਫ ਨੂੰ ਉੱਥੋਂ ਲਾਤਾ ਸੀ ਗੱਦੀ ਤੋਂ, ਆਪ ਡਿਕਲੇਅਰ ਕਰਤਾ ਸੀ ਕਿ ਆਈ ਐਮ ਪ੍ਰੈਜ਼ੀਡੈਂਟ ਆਫ ਪਾਕਿਸਤਾਨ। ਔਰ ਉਹ ਤੋਂ ਬਾਅਦ ਇਹਨਾਂ ਨੇ ਜਦੋਂ ਚਲਾਇਆ ਉੱਥੇ ਕੰਮ ਸਾਰਾ ਹੀ, ਔਰ ਇਹਨਾਂ ਨੇ ਤਾਨਾਸ਼ਾਹੀ ਚਲਾਈ ਆ, ਡਿਕਟੇਟਰਸ਼ਿਪ ਸੀਗੀ। 8 ਸਾਲ ਇਹਨਾਂ ਨੇ ਬੜਾ ਤਕੜਾ ਰਾਜ ਕੀਤਾ ਉੱਥੇ। ਔਰ ਉਹ ਤੋਂ ਬਾਅਦ ਇਹਨਾਂ 'ਤੇ ਕਈ ਕੇਸ ਚੱਲੇ ਆ। ਕਈ ਕੇਸਾਂ ਤੋਂ ਬਾਅਦ ਇਹਨਾਂ ਦੇ ਕੇਸ ਇੱਦਾਂ ਦਾ ਇੱਕ ਚੱਲਿਆ ਸੀ ਜਿਹਦੇ ਵਿੱਚ ਦੇਸ਼ ਧਰੋਹ ਦਾ ਕੇਸ ਸੀਗਾ। ਔਰ ਉਹ ਤੋਂ ਬਾਅਦ ਇਹ ਉੱਥੋਂ ਜਲਾਵਤਨ ਹੋ ਗਏ। ਇਹ ਆਪ ਹੀ ਦੌੜ ਗਏ ਸੀ, ਆਪ ਹੀ ਦੌੜ ਕੇ ਜਲਾਵਤਨ ਇਹਨਾਂ ਨੂੰ ਕਿਹਨੇ ਕੀਤਾ ਨਹੀਂ। ਇਹ ਜਾ ਕੇ ਦੁਬਈ ਅਤੇ ਅਰਬ ਕੰਟਰੀ 'ਚ ਜਾ ਕੇ ਆਪਣੇ ਡੇਰੇ ਲਾ ਲਏ, ਉੱਥੇ ਰਹੇ ਆ। ਔਰ ਉੱਥੇ ਇਹਨਾਂ ਨੂੰ ਬੜੀ ਸੀਰੀਅਸ ਇੱਕ ਬਿਮਾਰੀ ਲੱਗ ਗਈ ਸੀਗੀ, ਹੋ ਸਕਦਾ ਕੈਂਸਰ ਹੈ, ਜੋ ਵੀ ਹੈ। ਔਰ ਉਹਦੇ ਵਿੱਚ ਇਹਦਾ ਇਲਾਜ ਚੱਲ ਰਿਹਾ ਸੀ। ਇਹਨਾਂ ਦਾ ਇਲਾਜ ਚੱਲਦੇ ਹੁਣ ਜ਼ਿਆਦਾ ਸੀਰੀਅਸ ਮੋੜ 'ਤੇ ਪਹੁੰਚ ਗਈ ਸੀ। ਔਰ ਇਹਨਾਂ ਨੂੰ ਉੱਥੇ ਦੁਬਈ ਦੇ ਇੱਕ ਬਹੁਤ ਵੱਡੇ ਪ੍ਰੋਮੀਨੈਂਟ ਹਸਪੀਟਲ 'ਚ ਐਡਮਿਟ ਕਰਵਾਇਆ, ਉੱਥੇ ਇਹਨਾਂ ਦੀ ਡੈਥ ਹੋ ਗਈ। ਔਰ ਅੱਜ ਇਹਨਾਂ ਨੇ ਵੀ ਉਹ ਕੀਤਾ ਉੱਥੇ, ਇੱਕ ਇਹ ਗੱਲ ਆ ਇਹਨਾਂ ਨੇ ਸੰਘਰਸ਼ ਕੀਤਾ ਕਿ ਇਹਨਾਂ ਦੀ ਡੈੱਡ ਬੋਡੀ ਪਾਕਿਸਤਾਨ 'ਚ ਲਿਆਂਦੀ ਜਾਊਗੀ। ਇਹਨਾਂ ਦਾ ਜਿੱਥੇ ਜੱਦੀ ਘਰ ਆ, ਇਹਨਾਂ ਦੀ 2 ਬੇਟੀਆਂ, 1 ਬੇਟਾ, ਵਾਈਫ ਇਹਨਾਂ ਦੀ। ਔਰ ਇਹਨਾਂ ਨੇ ਬੜੇ ਰੋਹਬ ਨਾਲ ਨੌਕਰੀ ਕੀਤੀ ਆ। ਜਦੋਂ ਤਖਤਾ ਪਲਟਿਆ, ਸਾਰੀ ਜਮਹੂਰੀਅਤ, ਸਾਰੀ ਸੰਵਿਧਾਨ, ਇਹਨਾਂ ਸੰਵਿਧਾਨ ਨੂੰ ਸਦੋਂ ਨਹੀਂ ਬਦਲਤਾ ਹੈ ਪਾਕਿਸਤਾਨ ਦਾ, ਔਰ ਆਪਣੇ ਤਰੀਕੇ ਨਾਲ ਚਲਾਇਆ ਸੀ ਸਾਰਾ ਪਾਕਿਸਤਾਨ। ਔਰ ਇਹਨਾਂ ਦੇ ਜਿਹੜੇ ਤਾਲੁਕਾਤ ਆ ਥੋੜ੍ਹੇ ਜਿਹੇ ਵਿਗੜੇ ਸੀ। ਪਾਰਲੀਮੈਂਟ 'ਚ ਆਪਣੇ 'ਚ ਬੰਬਾਰਮੈਂਟ ਹੋਈ ਸੀ ਇਹਨਾਂ ਡੂਰਿੰਗ ਦੈਟ ਪੀਰੀਅਡ, ਜਦੋਂ ਇਹ ਪ੍ਰੈਜ਼ੀਡੈਂਟ ਸੀਗੇ। ਔਰ ਉਦੋਂ ਬਾਅਦ ਅਟਲ ਬਿਹਾਰੀ ਵਾਜਪਾਈ ਨੂੰ ਇਹਨਾਂ ਨੇ ਬੁਲਾਇਆ ਵੀ ਉੱਥੇ। ਉਹਨਾਂ ਨੇ ਸਦਾਏ ਹੱਕ ਜਿਹੜੀ ਇੱਕ ਟ੍ਰੇਨ ਬੱਸ ਚਲਾਈ ਸੀ, ਔਰ ਬੱਸ ਦੇ ਨਾਲ ਹੀ ਉਹ ਜਿਹੜੀ ਬੱਸ ਚਲਾਈ ਸੀ, ਉਹ ਅਜੇ ਵੀ ਆਉਂਦੀ ਬੱਸ ਦਿੱਲੀ ਤੱਕ ਜਾਂਦੀ ਹੈ। ਔਰ ਉਹ ਅਟਲ ਬਿਹਾਰੀ ਵਾਜਪਾਈ ਜੀ ਆਪ ਪਾਕਿਸਤਾਨ ਗਏ ਸੀ, ਉਹਨਾਂ ਨਾਲ ਅੱਛੇ ਇਹਨਾਂ ਦੇ ਰਿਲੇਸ਼ਨ ਰਹੇ ਆ। ਔਰ ਇਹਨਾਂ ਦੇ ਹੁੰਦੇ ਹੋਏ ਪਾਕਿਸਤਾਨ ਅਤੇ ਇੰਡੀਆ ਦੇ ਜਿੰਨੇ ਵੀ ਤਾਲੁਕਾਤ ਸੀ ਉਹ ਵਿਗੜਦੇ ਨਜ਼ਰ ਆਏ। ਬੇਸਿਕਲੀ ਜਿਹੜਾ ਕੰਮ ਹੁੰਦਾ ਨਾ, ਜਿਹੜਾ ਪ੍ਰੈਜ਼ੀਡੈਂਟ ਹੁੰਦਾ ਜਾਂ ਜਿਹੜੇ ਉੱਥੇ ਆਰਮੀ ਆਗੂ ਹੁੰਦਾ, ਉਹ ਜਦੋਂ ਵੀ ਆ ਜਾਂਦਾ, ਜਿੱਦਾਂ ਜਹੀਆ ਖਾਨ ਆਇਆ ਸੀਗਾ, ਭੁੱਟੋ ਆਇਆ ਸੀ, ਉਦੋਂ ਪਾਕਿਸਤਾਨ ਦੇ ਅਤੇ ਹਿੰਦੁਸਤਾਨ ਦੇ ਤਾਲੁਕਾਤ ਵਿਗੜੇ, ਇਹਦੇ ਟਾਈਮ ਵਿਗੜੇ, ਕਿਉਂਕਿ ਇਹਨਾਂ ਦੇ ਆਰਮੀ ਹੱਥ 'ਚ ਹੁੰਦੀ ਹੈ, ਕਮਾਂਡਰ ਹੁੰਦੇ ਆ। ਇਹ ਸ਼ਾਂਤੀ ਨਾਲ ਨਹੀਂ ਰਹਿੰਦੇ, ਲੜਾਈ ਚਾਹੁੰਦੇ ਆ। ਇਹ ਕਿਹੜਾ ਮੁੱਦਾ ਚਾਹੁੰਦੇ ਆ? ਕਸ਼ਮੀਰ ਵਾਲਾ, ਫਿਰ ਮਕਬੂਜ਼ਾ ਕਸ਼ਮੀਰ ਵਾਲਾ ਸਾਰਾ ਕੁਝ, ਉੱਤੇ ਮਾਰ ਤਾੜ, ਗੋਲੀ ਗਲਾ ਸਾਰਾ ਕੁਝ ਚੱਲਦਾ ਉੱਦਾਂ ਹੀ। ਇਹੀ ਭੁੱਟੋ ਅਤੇ ਜਹੀਆ ਖਾਨ ਦੇ ਟਾਈਮ 'ਚ ਰਹੀ ਹੈ, ਉਹੀ ਇਹਨਾਂ ਦੇ ਟਾਈਮ 'ਤੇ। ਔਰ ਇਸੇ ਗੱਲ ਨੂੰ ਇਹਨਾਂ ਨੇ ਕਰਦਿਆਂ ਇਹਨਾਂ ਦੇ ਦੇਸ਼ ਧਰੋਹ ਦਾ ਮੁਕੱਦਮਾ ਚੱਲਿਆ, ਜਵਾਬ ਨਹੀਂ ਦੇ ਸਕੇ। ਇਹਨਾਂ ਨੇ ਨਵਾਜ਼ ਸ਼ਰੀਫ ਨੂੰ ਤਦ ਕੱਢਿਆ ਸੀ, ਉਹ ਪੰਜਾਬ ਨੂੰ ਬਿਲੋਂਗ ਕਰਦੇ ਸੀ, ਜਾਤੀ ਉਮਰਾ ਪਿੰਡ ਸੀ ਉਹਨਾਂ ਦਾ। ਉਹਨਾਂ ਦੇ ਹੁੰਦਿਆਂ ਹੋਇਆਂ ਪੰਜਾਬ ਨਾਲ ਅਤੇ ਪੂਰੇ ਹਿੰਦੁਸਤਾਨ ਦਾ ਨਾਲ ਸਾਰੇ ਤਾਲੁਕਾਤ ਬੜੇ ਪਿਆਰੇ ਮੁਹੱਬਤ ਵਾਲੇ ਸੀਗੇ। ਪਰ ਜਦੋਂ ਇਹ ਆ ਗਏ, ਪਰਵੇਜ਼ ਮੁਸ਼ੱਰਫ ਜੀ ਆ ਗਏ, ਉਦੋਂ ਫਿਰ ਰੌਲਾ ਰੱਪਾ, ਸਾਰਾ ਕੁਝ ਲੜਾਈ ਝਗੜਾ ਹੁੰਦਾ ਰਿਹਾ। ਔਰ ਕਾਰਗਿਲ ਦੀ ਜੰਗ ਤਾਂ ਤੁਸੀਂ ਜਾਣਦੇ ਜੀ, ਸਾਰੇ ਸਾਡੇ ਦਰਸ਼ਕ ਜਾਣਦੇ ਆ, ਉਹਦੇ ਵਿੱਚ ਕੀ ਭਿਆਨਕ ਸਿੱਟੇ ਨਿਕਲੇ ਔਰ ਕਿੰਨਾ ਕੁਝ ਉਹਦੇ 'ਚ ਨੁਕਸਾਨ ਉਠਾਉਣਾ ਇੰਡੀਅਨ ਆਰਮੀ ਦੇ, ਹਿੰਦੁਸਤਾਨ ਨੂੰ ਅਤੇ ਪਾਕਿਸਤਾਨ ਨੂੰ। ਉਹ ਤਾਂ ਅੱਗੇ ਗਰੀਬ ਕੰਟਰੀ ਆ, ਉਹਨਾਂ ਦਾ ਸਾਡਾ ਦੇਸ਼ ਵੱਡਾ ਹੈਗਾ ਇੰਡੀਆ, ਇਹਦੇ ਵਿੱਚ ਕੋਈ ਇਹਨਾਂ ਨੂੰ ਇੱਦਾਂ ਦੀ ਲੜਾਈ ਨਾਲ ਨਹੀਂ ਕੁਝ ਹੁੰਦਾ। ਪਰ ਇਹ ਪਾਕਿਸਤਾਨ ਤੋਂ ਬਾਅਦ ਇਹਨਾਂ ਦੇ ਪੈਰ ਪੱਬ ਜ਼ਮੀਨ 'ਤੇ ਲੱਗੇ ਨਹੀਂ। ਹੁਣ ਵੀ ਇਮਰਾਨ ਖਾਨ ਜੀ ਆਏ ਨੇ, ਉਹਨਾਂ ਨੇ ਵੇਖਿਆ ਇੰਨੀ ਮਹਿੰਗਾਈ ਹੈ ਨਾ, ਸਾਰਾ ਕੁਛ ਨਹੀਂ ਉੱਥੇ ਬਣਿਆ। ਔਰ ਉਹਨਾਂ ਨੇ ਆਪਣੀਆਂ ਸਾਰੀਆਂ ਗੱਡੀਆਂ ਵੇਚਤੀਆਂ, ਜਿੰਨੀਆਂ ਅਫੀਸ਼ੀਅਲ ਗੱਡੀਆਂ ਸੀ ਉਹ ਵੇਚਦੇ, ਥਾਂ ਵੇਚਦੇ, ਵੀ ਕੁਛ ਨਾ ਕੁਛ ਬਣ ਜੇ। ਪਰ ਸਾਰਾ ਕੁਛ ਅਜੇ ਉੱਥੇ ਦਾ ਉੱਥੇ ਹੀ ਹੈ। ਬਿਲਕੁਲ ਠੀਕ ਕਹਿ ਰਹੇ ਹੋ, ਕਿਉਂਕਿ ਕਾਰਗਿਲ ਦੇ ਯੁੱਧ ਦੇ ਵਿੱਚ ਇੰਡੀਅਨ ਆਰਮੀ ਦੇ ਬੜੇ ਯੰਗ ਆਫਿਸਰਸ ਸ਼ਹੀਦ ਹੋਏ ਨੇ, ਕਿਉਂਕਿ ਉਹ ਬਿਲਕੁਲ ਟੌਪ ਤੇ ਬੈਠੇ ਹੋਏ ਨੇ ਜੋ ਟੈਰਰਿਸਟ ਨੇ, ਔਰ ਅਸੀਂ ਬਿਲਕੁਲ ਬਾਟਮ ਤੇ ਹਾਂ। ਪਹਾੜੀ ਹੈ, ਪਹਾੜ ਦੇ ਬਿਲਕੁਲ ਉੱਪਰ ਟੈਰਰਿਸਟ ਨੇ ਪਾਕਿਸਤਾਨ ਵੱਲੋਂ, ਔਰ ਇੱਧਰ ਅਸੀਂ ਬਿਲਕੁਲ ਜ਼ਮੀਨ ਤੇ ਹਾਂ। ਔਰ ਉਹ ਉੱਤੋਂ ਸਾਨੂੰ ਪੂਰਾ ਟਾਰਗੇਟ ਬਣਾ ਸਕਦੇ ਨੇ, ਅਸੀਂ ਟਾਰਗੇਟ ਬਣਾਉਣ ਵਾਸਤੇ ਉੱਪਰ ਜਾਣਾ। ਸੋ ਬਹੁਤ ਜ਼ਿਆਦਾ ਮਿਹਨਤ ਮੁਸ਼ੱਕਤ ਕਰਨੀ ਪਈ। ਫਿਰ ਉਸ ਤੋਂ ਬਾਅਦ ਇੱਕ ਟੀਮ ਪਿੱਛੋਂ ਦੀ ਗਈ, ਇੰਡੀਅਨ ਆਰਮੀ ਦੀ, ਪਿੱਛੋਂ ਜਾ ਕੇ ਘੇਰਾ ਪਾਇਆ ਉਹਨਾਂ ਨੂੰ। ਸੋ ਬਹੁਤ ਯੰਗ ਆਫਿਸਰਸ ਨੇ, ਇਹ ਕਮਾਂਡੋਜ਼ ਗਏ ਨੇ, ਜਦੋਂ ਉਹ ਪਿੱਛੋਂ ਜਾ ਕੇ ਉਹਨਾਂ ਨੂੰ ਅਟੈਕ ਮਾਰਿਆ, ਤਾਂ ਜਾ ਕੇ ਇਹ ਕਾਰਗਿਲ ਦੀ ਪਹਾੜੀ ਨੂੰ ਅਸੀਂ ਸਰ ਕਰ ਸਕੇ ਹਾਂ। ਬਹੁਤ ਜ਼ਬਰਦਸਤ ਇਹ ਰਿਹਾ ਹੈ। ਔਰ ਇੰਡੀਅਨ ਆਰਮੀ ਨੂੰ ਸੈਲਿਊਟ ਹੈ ਕਿ ਇੰਨਾ ਟਫ ਕੰਡੀਸ਼ਨਸ ਦੇ ਵਿੱਚ ਵੀ ਇੰਨਾ ਮਤਲਬ ਜੇਤੂ ਹੋ ਕੇ ਨਿਕਲਦੇ ਨੇ। ਲੋ ਆਪਾਂ ਹੁਣ ਇੰਡੀਅਨ ਆਰਮੀ ਤੋਂ ਚੱਲਦੇ ਹਾਂ ਅਮਰੀਕਨ ਆਰਮੀ ਦੇ ਉੱਤੇ। ਅਮਰੀਕਾ ਨੇ ਚੀਨ ਦਾ ਜਾਸੂਸੀ ਗੁਬਾਰਾ ਮਿਜ਼ਾਈਲ ਨਾਲ ਡੇਗਿਆ ਤੇ ਕੈਨੇਡਾ ਨੇ ਵੀ ਹਿਮਾਇਤ ਕੀਤੀ। ਜਿਹੜਾ ਗੁਬਾਰੇ ਦੀ ਗੱਲ ਤੁਸੀਂ ਕੀਤੀ ਆ, ਉਹ ਇਹ ਸੀਗੀ ਕਿ ਜਿਹੜਾ ਚੀਨ ਦਾ ਗੁਬਾਰਾ ਸੀਗਾ, ਉਹ ਜਿਹੜਾ ਅੰਡ ਮਹਾਸਾਗਰ ਦੇ ਆਲੇ ਦੁਆਲੇ ਘੁੰਮ ਰਿਹਾ ਸੀ, ਉਹ ਬੜਾ ਵੱਡਾ ਸੀਗਾ। ਉਹਨੂੰ ਫਿਰ ਇਹਨਾਂ ਨੇ ਮਿਜ਼ਾਈਲ ਮਾਰ ਕੇ ਲਾ ਲਿਆ ਉਹਨੂੰ। ਔਰ ਉਹਦੇ ਵਿੱਚ ਕੈਨੇਡਾ ਨੇ ਵੀ ਹਿਮਾਇਤ ਕੀਤੀ ਆ, ਕਿਉਂਕਿ ਕੈਨੇਡਾ ਅਤੇ ਇਹਨਾਂ ਦੇ ਆਪਸੀ ਬਾਉਂਡਰੀ ਇੱਕੋ ਹੀ ਹੈਗੀ ਆ। ਔਰ ਉਹਨਾਂ ਨੇ ਘੁੰਮਦਾ ਵੇਖਿਆ ਉੱਥੇ, ਜਦੋਂ ਮਹਾਸਾਗਰ ਦੇ ਨੇੜੇ ਪਹੁੰਚ ਗਿਆ, ਇਹਨਾਂ ਨੇ ਮਿਜ਼ਾਈਲ ਮਾਰੀ ਆ, ਤੁਹਾਨੂੰ ਸੁੱਟਿਆ। ਉਹ 'ਚ 3 ਬੱਸਾਂ ਦੀ ਕਪੈਸਿਟੀ ਸੀਗੀ, 3 ਵੱਡੀਆਂ ਬੱਸਾਂ ਨਾ, ਉਹਦੇ ਵਿੱਚ ਇੰਨੇ ਬੰਦੇ ਬਹਿ ਸਕਦੇ ਸੀ, ਪਰ ਉਹ ਖਾਲੀ ਸੀ, ਕੋਈ ਨਹੀਂ ਸੀਗਾ।
ਪਰ ਚਾਈਨਾ ਇਹਦੇ ਤੋਂ ਮੁੱਕਰ ਗਿਆ। ਉਹ ਕਹਿੰਦਾ ਸਾਡਾ ਇਹਦੇ 'ਚ ਕੋਈ ਵੈਦਰ ਨੂੰ ਰੋਕ ਰਿਹਾ ਸੀ, ਵੈਦਰ ਦਾ ਜਿਹੜੇ ਐਨਾਲਿਸਿਸ ਸੀ ਉਹ ਕਰ ਰਿਹਾ ਸੀਗਾ। ਇਹਦੇ ਵਿੱਚ ਕੋਈ ਅਸੀਂ ਉਹ ਨਹੀਂ ਸੀ, ਜਾਸੂਸੀ ਨਹੀਂ ਕੀਤੀ, ਕੋਈ ਇਨਫੋਰਮੇਸ਼ਨ ਨਹੀਂ ਲਈ ਇਹਨਾਂ ਦੀ। ਔਰ ਉਹਨਾਂ ਨੇ ਕਿਹਾ ਕਿ ਤੁਸੀਂ ਤਾਇਵਾਨ ਵਾਲੇ ਪਾਸੇ ਵੀ ਇਹ ਕੰਮ ਕੀਤਾ। ਅੱਗੇ ਅਮਰੀਕਾ ਦੇ ਜਿਹੜੇ ਰੱਖਿਆ ਮੰਤਰੀ ਨੇ ਉਹਨਾਂ ਨੇ ਕਹਿ ਤਾ ਕਿ ਸਾਰਾ ਕੁਛ ਚਾਈਨਾ ਨੇ ਉੱਧਰ ਵੀ ਤਾਇਵਾਨ ਵੱਲ ਵੀ ਇਹ ਕੰਮ ਕਰਦਾ ਰਿਹਾ, ਗੁਬਾਰੇ ਦੇ ਉੱਧਰ ਜਾਂਦੇ ਰਿਹਾ। ਉਹਦੇ ਵਿੱਚ ਇਹਨਾਂ ਨੇ ਉਸੇ ਤਰ੍ਹਾਂ ਦੀ ਜਿਹੜੀ ਸੂਚਨਾ ਲੈਣ ਲਈ ਉਹਦੇ ਵਿੱਚ ਕਈ ਯੰਤਰ ਪਾਏ ਸੀਗੇ, ਅਤੇ ਕਿਉਂਕਿ ਉੱਥੋਂ ਉਹਨਾਂ ਦੀ ਸਿਕਿਉਰਿਟੀ ਨੂੰ ਇਕੱਠਿਆਂ ਕੀਤਾ ਜਾਵੇ। ਪਰ ਇਹਨਾਂ ਨੇ ਮਿਜ਼ਾਈਲ ਮਾਰ ਕੇ ਸੁੱਟ ਦਿੱਤਾ। ਪਰ ਉਹਨਾਂ ਨੇ ਚੇਤਾਵਨੀ ਦੇ ਦਿੱਤੀ ਆ ਅਮਰੀਕਾ ਨੇ, ਔਰ ਬਾਈਡਨ ਸਾਹਿਬ ਨੇ ਕਹਿ ਤਾ ਕਿ ਜੇ ਫਰਦਰ ਇਸ ਤੋਂ ਅੱਗੇ ਕੋਈ ਇਸ ਤਰ੍ਹਾਂ ਦੀ ਛੇੜਛਾੜ ਹੋਈ ਸਾਰਾ ਕੁਛ ਹੈ ਤਾਂ ਅਸੀਂ ਉਹਦੇ 'ਤੇ ਫਿਰ ਚੇਤਾਵਨੀ ਤੋਂ ਬਾਅਦ ਤੁਹਾਡੇ 'ਤੇ ਸਿੱਧੇ ਦਾ ਸਿੱਧਾ ਅਸੀਂ ਸੋਚਾਂਗੇ ਜੋ ਕੁਛ ਕਰਨਾ ਹੈਗਾ। ਤੁਸੀਂ ਇਸ ਤੋਂ ਬਾਅਦ ਇਸ ਤਰ੍ਹਾਂ ਦਾ ਗੁਬਾਰਾ ਕੋਈ ਬਾਕੀ ਕੋਈ ਚੀਜ਼ ਇੱਧਰ ਨਾ ਆਵੇ। ਜੇ ਆਏਗੀ ਤਾਂ ਸਾਨੂੰ ਇਹਦਾ ਨੁਕਸਾਨ ਤਾਂ ਉਠਾਉਣਾ ਪੈਣਾ, ਪਰ ਤੁਹਾਨੂੰ ਨੁਕਸਾਨ ਇਹਦਾ ਬਹੁਤ ਹੋ ਜਾਊਗਾ। ਐਕਚੁਅਲੀ ਇਹਨਾਂ ਦਾ ਜਿਹੜੇ ਕੰਮ ਇਹਨਾਂ ਦਾ ਚੱਲ ਰਿਹਾ ਅਮਰੀਕਾ ਦਾ ਅਤੇ ਚਾਈਨਾ ਦਾ, ਜਿੰਨੀ ਇਲੈਕਟ੍ਰੋਨਿਕਸ ਦੀਆਂ ਪ੍ਰੋਡਕਟ ਹੈਗੀਆਂ ਸਾਰੀਆਂ ਇੱਕ ਦੂਜੇ ਨਾਲ ਇਹਨਾਂ ਦੀਆਂ ਬਣਦੀਆਂ ਜਾਂਦੀਆਂ। ਵੈਪਨ ਵੀ ਐਕਸਚੇਂਜ ਹੁੰਦੇ ਨੇ ਇਹਨਾਂ ਦੇ ਸਾਰੇ, ਉਹ ਵੀ ਹੁੰਦੇ ਆ। ਫਿਰ ਇਹਨਾਂ ਦੇ ਨਾਲ ਜਿਹੜਾ ਡਿਫੈਂਸ ਦਾ ਕੰਮ ਹੈ ਉਹ ਵੀ ਸਾਂਝਾ ਚੱਲਦਾ ਰਿਹਾ ਹੈਗਾ। ਮੋਬਾਈਲ ਜਿੰਨੇ ਵੀ ਜਾ ਰਹੇ ਆ, ਉਹਦੀਆਂ ਜਿੰਨੀਆਂ ਚਿਪ ਜਾ ਰਹੀਆਂ ਉਹ ਚਾਈਨਾ ਤੋਂ ਅਮਰੀਕਾ 'ਚ ਜਾ ਰਹੀਆਂ। ਇਹਨਾਂ ਦਾ ਲੈਣ ਦੇਣ ਬੜਾ ਸਾਰਾ ਕੁਝ ਸੀ। ਟੈਸਲਾ ਕਾਰ ਜੋ ਦੁਨੀਆ ਦੇ ਮਤਲਬ ਬੈਸਟ ਔਨ ਪ੍ਰੋਡਕਟਸ ਵਿੱਚੋਂ ਨੰਬਰ 1 ਪ੍ਰੋਡਕਟਸ ਵਿੱਚੋਂ ਹੈ, ਉਹ ਅਮਰੀਕਾ ਦੀ ਟੈਸਲਾ ਕਾਰ ਦੀ ਜਿਹੜੀ ਸਾਰੀ ਪ੍ਰੋਡਕਸ਼ਨ ਆ ਉਹ ਚੀਨ ਵਿੱਚ ਹੁੰਦੀ ਪਈ। ਚੀਨ ਵਿੱਚ ਹੁੰਦੀ, ਕਿਉਂਕਿ ਇਹਨਾਂ ਦੇ ਆਪਸੀ ਜਿਹੜੀਆਂ ਵੀ ਵਪਾਰਿਕ ਸੰਬੰਧ ਇੰਡਸਟਰੀ ਆ ਜਿਹੜੀ ਇਹਨਾਂ ਦੀ ਲੱਗੀਆਂ, ਇਹਨਾਂ ਦੇ ਬੰਦੇ ਉੱਥੇ ਕੰਮ ਕਰ ਰਹੇ ਆ ਚਾਈਨਾ ਦੇ ਜਿਹੜੇ ਅਮਰੀਕਾ ਦੇ ਵਿੱਚ, ਔਰ ਇਹਨਾਂ ਨੂੰ ਆਪਸੀ ਤਾਂ ਮੇਲ ਜੋਲ ਹੈ ਹੀ ਆ। ਪਰ ਆਹ ਜਿਹੜੀ ਇਸ ਗੱਲ ਤੋਂ ਅਮਰੀਕਾ ਖਫਾ ਹੋ ਗਿਆ। ਉਹਨਾਂ ਨੇ ਕਹਿ ਤਾ ਕਿ ਉਹਨੂੰ ਅਸੀਂ ਲਾ ਕੇ ਦੇਖਾਂਗੇ ਕੀ ਕੁਛ ਹੈਗਾ। ਹੁਣ ਤੇ ਉਹਨੂੰ ਘੋਖ ਰਹੇ ਆ ਕਿ ਉਹਦੇ ਵਿੱਚ ਕੀ ਕੁਛ ਸੀਗਾ, ਕਿ ਇਹਨਾਂ ਕਾਹਦੇ ਲਈ ਸਾਡੇ ਕੋਲ ਇੱਥੇ ਆਇਆ, ਇਹਦੇ ਵਿੱਚ ਕਿਹੜੇ ਯੰਤਰ ਆ ਜਿਹੜੇ ਸਾਡੀਆਂ ਸੂਚਨਾਵਾਂ ਕਲੈਕਟ ਕਰਨਗੇ, ਉਹ 'ਚ ਕਿਹੜੀ ਆ ਇਲੈਕਟ੍ਰੋਨਿਕਸ ਦਾ ਸਮਾਨ ਆ। ਉਹਨਾਂ ਨੇ ਵੈਸੇ ਤਾਂ ਕੋਈ ਸ਼ਰਾਰਤ ਹੀ ਆ ਜਿਹੜਾ ਇਹਨਾਂ ਦਾ ਗਿਆ ਨਾ। ਦੇਖੋ ਅਮਰੀਕਾ ਵਾਲੇ ਪਾਸੇ ਇਹਨਾਂ ਦਾ ਕੀ ਵੈਦਰ ਲੈਣਾ, ਤੁਸੀਂ ਆਪਣਾ ਇੰਨਾ ਵੱਡਾ ਕੰਟਰੀ ਹੈ, ਚਾਈਨਾ ਨੂੰ ਆਪਣਾ ਕੁਛ ਤੇ ਇਹਨਾਂ ਦੇ ਗੜਬੜ ਚੱਲਦੀ ਰਹਿੰਦੀ ਹੈ। ਬਿਲਕੁਲ ਤਾਈਵਾਨ ਦਾ ਮਸਲਾ ਲੈ ਕੇ ਵੀ ਅਮਰੀਕਾ ਨਾਲ ਕਾਫੀ ਨੈਂਸੀ ਪੋਲਿਸੀ ਜਦੋਂ ਗਏ ਨੇ ਉਦੋਂ ਵੀ ਕਾਫੀ ਆਮੋ ਸਾਹਮਣੇ ਹੋਏ ਨੇ ਅਮਰੀਕਾ ਅਤੇ ਚੀਨ ਇਸ ਗੱਲ ਨੂੰ ਲੈ ਕੇ। ਸੋ ਗੱਲ ਇਹ ਹੈ ਤਾਈਵਾਨ ਦਾ ਮਸਲਾ ਆਪਣੀ ਜਗ੍ਹਾ, ਤਾਈਵਾਨ ਨੇ ਆਪਣੀ ਇੰਡਸਟਰੀ ਅਮਰੀਕਾ 'ਚ ਸ਼ਿਫਟ ਕਰ ਲਈ ਕਿ ਕੱਲ੍ਹ ਨੂੰ ਕੋਈ ਊਂਚ ਨੀਚ ਹੋ ਜਾਂਦੀ ਹੈ ਅਤੇ ਅਸੀਂ ਸੇਫ ਰਹੀਏ, ਸਾਡੀ ਪ੍ਰੋਡਕਸ਼ਨ ਸੇਫ ਰਹੇ, ਕਿਉਂਕਿ ਚਾਈਨਾ ਨੂੰ ਟੱਕਰ ਦਿੰਦਾ ਨਾ ਇਲੈਕਟ੍ਰੋਨਿਕਸ ਦੀਆਂ ਆਈਟਮਸ ਦੇ ਵਿੱਚ ਤਾਈਵਾਨ। ਸੋ ਇਹ ਸਭ ਚੀਜ਼ਾਂ ਤਾਂ ਚੱਲਦੀਆਂ ਪਈਆਂ ਨੇ। ਹੁਣ ਅਮਰੀਕਾ ਦਾ ਇਹ ਕਹਿਣਾ ਕਿ ਇਹ ਗੁਬਾਰਾ ਚੀਨ ਦਾ ਜਾਸੂਸੀ ਗੁਬਾਰਾ ਹੈ, ਔਰ ਚੀਨ ਦਾ ਕਹਿਣਾ ਨਹੀਂ ਜੀ ਅਸੀਂ ਤਾਂ ਵੈਦਰ ਨੂੰ ਕੰਟਰੋਲ ਕਰਨ ਵਾਸਤੇ ਗੁਬਾਰਾ ਭੇਜਿਆ ਹੋਇਆ ਹੈ। ਸੋ ਇਹ ਗੱਲਾਂ ਆਪਸ ਚੀਨ ਦੇ ਨਾ ਡਿਬੇਟੇਬਲ ਨੇ। ਕਿਸੇ ਵੀ ਦੇਸ਼ ਨਾਲ ਸਰਹੱਦ ਦੇ ਜਿੰਨੇ ਵੀ ਤਲੋਕਾਤ ਆ, ਜੋ ਉਹਦਾ ਰਹਿਣ ਸਹਿਣ ਉਹ ਕੋਈ ਚੱਜ ਕੂਲ ਨਹੀਂ ਹੈਗੇ, ਕਿਤੇ ਵੀ ਹੈ ਨਹੀਂ। ਇੰਡੀਆ ਨਾਲ ਵੀ ਉਹੀ ਹਾਲ ਹੈਗਾ, ਤਾਇਵਾਨ ਨਾਲ ਵੀ ਉਹੀ ਹਾਲ ਹੈਗਾ, ਹੈ ਨਾ। ਦੱਖਣੀ ਕੋਰੀਆ ਨਾਲ ਵੀ ਇਹੀ ਰਿਹਾ ਇਹਨਾਂ ਦਾ। ਰਹੀ ਗੱਲ ਆ ਜਿਹੜੀ ਸੁਪਰ ਪਾਵਰ ਅਮਰੀਕਾ, ਇਹਨਾਂ ਨਾਲ ਵੀ ਨਾ ਅੱਡਾ ਲਾ ਲਿਆ। ਇਹਨਾਂ ਨਾਲ ਵੀ ਇਹਨਾਂ ਨੇ ਝਗੜਾ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਉਹਨਾਂ ਚੇਤਾਵਨੀ ਦੇ ਦਿੱਤੀ ਆ ਕਿ ਹੁਣ ਬੰਦੇ ਬਣ ਜਾਓ, ਨਹੀਂ ਤਾਂ ਅੱਗੇ ਤੋਂ ਅਸੀਂ ਤੁਹਾਡਾ ਇਸ ਤਰ੍ਹਾਂ ਦਾ ਹਾਲ ਕਰਾਂਗੇ, ਤੁਹਾਨੂੰ ਸਮਝ ਨਹੀਂ ਆਊਗੀ ਕਿ ਕੀ ਹੋ ਗਿਆ। ਕਿਉਂਕਿ ਸੁਪਰ ਪਾਵਰ ਆ, ਉਹ ਇਹਨਾਂ ਨੂੰ ਕਈ ਕੁਝ ਕਰ ਸਕਦੀ ਆ। ਪਰ ਪਾਵਰ ਚਾਈਨਾ ਵੀ ਕੋਈ ਛੋਟੀ ਨਹੀਂ, ਇਹਦੇ ਕੋਲ ਵੀ ਬੜਾ ਕੁਛ ਹੈਗਾ, ਇਹ ਵੀ ਲੜਨਾ ਜਾਣਦੀ ਹੈ, ਬੜਾ ਕੁਛ ਹੁੰਦਾ। ਔਰ ਪਰ ਜੇ ਫਿਜ਼ੀਕਲੀ ਕੁੱਟ ਖਾਂਦੇ ਤਾਂ ਫਿਰ ਇੰਡੀਆ ਕੋਲ ਹੀ ਖਾਂਦੇ ਆ। ਤੁਸੀਂ ਵੀਡੀਓ ਵੇਖੀ ਹੋਣੀ ਜਿਸ 'ਚ ਇਹਨਾਂ ਨੇ ਕਿੰਨਾ ਮੁੰਡਿਆਂ ਨੂੰ ਕੁੱਟਿਆ। ਜਿਹੜੀ ਇੰਡੀਅਨ ਫੌਜ ਹੈਗੀ ਆ, ਸਾਡੇ ਫੌਜੀ ਆ, ਇਹਨਾਂ ਨੇ ਉਹਨਾਂ ਦੀਆਂ ਚੀਕਾਂ ਕਢਾਤੀਆਂ, ਇਹਨਾਂ ਮਾਰਿਆ ਉੱਤੇ। ਔਰ ਉਹ ਜਾ ਕੇ ਕੰਧ ਉੱਧਰੋਂ ਤਾਰ ਟੱਪ ਰਹੇ ਸੀ, ਇੱਧਰ ਨੂੰ ਆ ਰਹੇ ਸੀ। ਉਹ ਏਰੀਆ ਤਾਂ ਜਿੱਥੇ ਖਲੋਤੇ ਸੀ ਉਹ ਵੀ ਇੰਡੀਆ ਦਾ ਸੀਗਾ, ਪਰ ਉਹਨਾਂ ਨੇ ਇਹਨਾਂ ਨਾਲ ਛੇੜਖਾਨੀ ਕੀਤੀ। ਪਰ ਇਹਨਾਂ ਨੇ ਫਿਜ਼ੀਕਲ ਬੀਟ ਕੀਤਾ, ਬਹੁਤ ਮਾਰਿਆ ਉਹਨਾਂ ਨੂੰ, ਰੋ ਕੇ ਭੱਜੇ ਆ। ਇਹ ਗੱਲ ਤਾਂ ਅੱਛੀ ਗੱਲ, ਮਜ਼ਾਇਲਾਂ ਤਾਂ ਉੱਥੋਂ ਚਲਾਉਣ ਵਾਲੀ ਗੱਲ ਹੈ। ਜਿਹੜੇ ਫਿਜ਼ੀਕਲ ਕੁੱਟਣਾ ਉਹਨਾਂ ਨੂੰ, ਜਿਨ੍ਹਾਂ ਨੂੰ ਉਹਨਾਂ ਨੂੰ ਉੱਥੇ ਮਾਰਨਾ, ਉੱਥੇ ਸਰੀਰਕ ਤੌਰ 'ਤੇ ਟਾਰਚਰ ਕਰਨਾ, ਉਹ ਵੀ ਬਹੁਤ ਵੱਡੀ ਗੱਲ ਹੁੰਦੀ। ਨੈਚੁਰਲੀ ਸਾਡੇ ਪੰਜਾਬ ਦੇ ਮੁੰਡੇ ਰਹੇ ਨੇ, ਪੰਜਾਬ ਦੇ ਮੁੰਡੇ ਗਾਲਾਂ ਕੱਢਦੇ ਰਹੇ, ਕਮਾਂਡੋਜ਼ ਗਏ। ਗੱਲ ਸਹੀ ਹੈ, ਉਹਨਾਂ ਨੇ ਗਾਲਾਂ ਕੱਢੀਆਂ ਉੱਥੋਂ, ਬਹੁਤ ਸਿੱਧੀਆਂ ਗਾਲਾਂ ਕੱਢੀਆਂ ਕਿ ਮਾਰੋ ਇਹਨਾਂ ਦੇ ਛਿੱਤਰ, ਇਹਨਾਂ ਦੀ ਲੱਤਾਂ ਤੋੜੋ, ਇਹਨਾਂ ਨੂੰ ਭਜਾਓ ਇਹਨਾਂ ਨੂੰ। ਉਹ ਪੰਜਾਬੀ ਬੋਲਦੇ ਸੀ, ਸਾਰੇ ਪੰਜਾਬ ਰੈਜੀਮੈਂਟ ਦੇ ਮੁੰਡੇ ਸੀ। ਬਿਲਕੁਲ ਜੀ। ਸੋ ਇਹਨਾਂ ਨੇ ਹੀ ਪੰਜਾਬੀਆਂ ਨੇ ਹੀ ਕੁੱਟਿਆ ਉਹਨਾਂ ਨੂੰ। ਜਿੱਥੇ ਠਣ ਜਾਂਦੇ ਆ, ਜਿੱਥੇ ਅੜ ਜਾਂਦੇ ਆ, ਫਿਰ ਪੂਰੇ ਤਰੀਕੇ ਨਾਲ ਅੜਦੇ ਆ ਨਾ, ਉਹਨਾਂ ਨੇ ਭਜਾਏ ਮੁੰਡੇ। ਔਰ ਇਹ ਗੱਲ ਵੀ ਹੈ ਕਿ ਪੂਰੀ ਦੁਨੀਆ ਦੇ ਵਿੱਚ ਨਾ ਜਿਹੜੀ ਪੰਜਾਬ ਦੀ ਬਟਾਲੀਅਨ ਹੈ, ਪੰਜਾਬ ਦੀ ਆਰਮੀ ਹੈ, ਉਸ ਨੂੰ ਖਾਸ ਇੰਪੋਰਟੈਂਸ ਦਿੱਤੀ ਜਾਂਦੀ ਹੈ ਕਿ ਇਹਨਾਂ ਦਾ ਸਾਨੀ ਕੋਈ ਨਹੀਂ, ਇਹਨਾਂ ਦਾ ਤੋੜ ਕੋਈ ਨਹੀਂ, ਇਹਨਾਂ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ। ਛੇਤੀ ਕਿਤੇ ਇਹ ਕਾਬੂ ਨਹੀਂ ਆਉਂਦੇ। ਇਹ ਬੋਲੇ ਸੋਨੇ ਹਾਲ ਕਰਕੇ ਨਿਕਲਦੇ, ਬੋਲੇ ਸੋਨੇ ਹਾਲ, ਸਤਿ ਸ੍ਰੀ ਅਕਾਲ, ਫਿਰ ਇਹਨਾਂ ਨੂੰ ਫੜਨ ਵਾਲਾ ਕੋਈ ਨਹੀਂ ਹੁੰਦਾ, ਸਿੱਧੇ ਨਿਕਲਦੇ ਉੱਤੇ। ਬਿਲਕੁਲ ਸਹੀ ਗੱਲ ਹੈ। ਸੋ ਆਪਾਂ ਅੱਗੇ ਤੁਰੀਏ। ਅਗਲੀ ਗੱਲ ਇਹ ਹੈ ਕਿ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਨੂੰ ਛੱਡਣਾ ਪਵੇਗਾ। ਹਰਿਆਣਾ ਦੇ ਗੁਰਦੁਆਰਾ ਸਾਹਿਬ ਦੇ ਉੱਤੇ ਜਿਹੜਾ ਸਾਰਾ ਪ੍ਰਬੰਧ ਹੈ ਨਾ, ਪ੍ਰਬੰਧਕ ਕਮੇਟੀ, ਸ਼੍ਰੋਮਣੀ ਕਮੇਟੀ, ਉਹ ਸਿਰਫ ਜੋ ਹਰਿਆਣਾ ਦੇ ਉੱਤੇ ਵੀ ਕੰਟਰੋਲ ਰੱਖਦੀ ਸੀ, ਹੁਣ ਉਹ ਹਰਿਆਣਾ ਦੀ ਵੱਖ ਬਣ ਗਈ ਹੈ। ਉਹਨਾਂ ਨੂੰ ਛੱਡਣਾ ਪਏਗਾ ਆਪਣਾ ਸਾਰਾ ਕਬਜ਼ਾ ਉਹਨਾਂ ਦੇ ਉੱਤੋਂ। ਇਹ ਮਸਲਾ ਬੜੀ ਦੇਰ ਤੋਂ ਚੱਲ ਰਿਹਾ, ਔਰ ਇਹਦੇ ਵਿੱਚ ਇਹ ਤਾਂ ਹਰਿਆਣਾ ਵਾਲੇ ਜਿੱਤ ਗਏ, ਉਹਨਾਂ ਕੋਲ ਆਰਡਰ ਆ ਗਏ ਆ ਸੁਪਰੀਮ ਕੋਰਟ ਦੇ ਕਿ ਹੁਣ ਜਿਹੜਾ ਵੀ ਅਖਤਿਆਰੀ ਕੰਮ ਇਹਨਾਂ ਦਾ, ਇਹ ਸਾਰੀ ਉਹਨਾਂ ਦੀ ਕਮੇਟੀ ਕਰੂਗੀ, ਹਰਿਆਣਾ ਦੀ। ਹਰਿਆਣਾ ਦੀ SGPC ਕਮੇਟੀ ਆ,
ਉਹਦੇ ਕਾਰਜਕਾਰੀ ਰਹੇ ਵੀ ਆ ਬਲਜੀਤ ਸਿੰਘ ਦਾਦੂਵਾਲ। ਉਹਨਾਂ ਨੇ ਕਹਿ ਦਿੱਤਾ ਕੱਲ੍ਹ ਕਿ ਜੇ ਨਹੀਂ ਛੱਡਣਗੇ ਤਾਂ ਫਿਰ ਅਸੀਂ ਦੂਜੇ ਤਰੀਕੇ ਵੀ ਜਾਣਦੇ ਹਾਂ, ਪਰ ਇਹਨਾਂ ਨੂੰ ਬੜੇ ਪਿਆਰ ਮੁਹੱਬਤ ਨਾਲ ਅਸੀਂ ਕਹਿ ਦਿੱਤਾ ਹੁਣ ਇੱਧਰ ਨਾ ਆਉਣ। ਹਾਲਾਂਕਿ ਹੁਣ ਕਾਰਜਕਾਰੀ ਤਾਂ ਨਹੀਂ ਰਹੇ, ਪਰ ਉਹਨਾਂ ਨੇ ਕਹਿ ਦਿੱਤਾ ਸੀ ਕਿ ਸ਼੍ਰੋਮਣੀ ਕਮੇਟੀ ਨੂੰ ਇਹਨਾਂ ਕੋਲ 86 ਗੁਰਦੁਆਰੇ ਇਹਨਾਂ ਕੋਲ ਸੀਗੇ ਇਹਨਾਂ ਦੇ ਕੰਟਰੋਲ ਦੇ ਅੰਡਰ, ਅਜੇ ਨਹੀਂ ਛੱਡਣਾ ਚਾਹ ਰਹੇ। ਕੁਝ ਉਹਨਾਂ ਦੇ ਕੋਲ ਸੀਗੇ ਜਿਹੜੇ ਧਾਰਮਿਕ ਅਸਥਾਨ ਨੇ, ਧਾਰਮਿਕ ਗੁਰਦੁਆਰਾ ਨੇ, ਉਹ ਇਹਨਾਂ ਕੋਲ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਕੋਲ ਸੀਗੇ। ਔਰ ਇਹਦੇ ਜਿਹੜੇ ਪ੍ਰਧਾਨ ਨੇ SGPC ਦੇ ਹਰਜਿੰਦਰ ਸਿੰਘ ਜੀ ਧਾਮੀ, ਉਹ ਵੀ ਵਕੀਲ ਨੇ, ਉਹ ਵੀ ਖੜਾ ਨਹੀਂ ਛੱਡਦੇ। ਉਹਨਾਂ ਨੇ ਕਿਹਾ ਕਿ ਅਸੀਂ ਅਜੇ ਇਹਨਾਂ ਨਾਲ ਗੱਲ ਕਰਾਂਗੇ ਸੁਪਰੀਮ ਕੋਰਟ ਦੇ ਜੱਜਾਂ ਨੂੰ, ਫਿਰ ਅਸੀਂ ਪਾਵਾਂਗੇ ਨਜ਼ਰਸਾਨੀ ਜਾਚਕਾ। ਉਹਦੇ 'ਚੋਂ ਫਿਰ ਉਹ ਹਰ ਗਏ ਆ, ਜਿਹੜੀ ਉਹਨਾਂ ਨੇ ਪਾਈ ਉਹ ਦੁਬਾਰਾ ਫਿਰ ਪਾ ਰਹੇ ਆ। ਉਹਨਾਂ ਨੇ ਕਹਿਤਾ ਸੀ ਕਿ ਅਸੀਂ ਇਹਦੇ ਵਿੱਚ ਹਰਿਆਣਾ ਦੀ ਇੱਕ ਗੌਰਮੈਂਟ ਵੀ ਦੂਸਰੀ ਗੌਰਮੈਂਟ ਆ, ਇਹਨਾਂ ਨੂੰ ਨਹੀਂ ਮੰਨਦੀ ਉਹ, ਔਰ ਦੂਸਰੀ ਜਿਹੜੀ ਇੱਥੋਂ ਦੇ ਲੋਕ ਨੇ SGPC ਦੇ ਨੇਤਾ ਨੇ ਜਾਂ ਜਿਹੜੇ ਉੱਥੇ ਧਾਰਮਿਕ ਜਿਹੜੇ ਵਿਦਵਾਨ ਨੇ, ਉਹ ਸਾਰਾ ਕੁਝ ਚਾਹੁੰਦੇ ਸੀ ਕਿ ਅਸੀਂ ਉਹਦੇ 'ਤੇ ਗੱਲਬਾ ਰੱਖੀਏ ਪਹਿਲਾਂ ਵਾਂਗ ਜਿੱਦਾਂ ਅੱਗੇ ਰਿਹਾ। ਔਰ ਬੜਾ ਚੜਾਵਾ ਵੀ ਚੜ੍ਹਦਾ, ਪੈਸਾ ਵੀ ਆਉਂਦਾ, ਸਾਰਾ ਕੁਛ ਹੈਗਾ। ਉਹਨੂੰ ਇਹ ਛੱਡਣਾ ਨਹੀਂ ਸੀ ਚਾਹ ਰਹੇ, ਪਰ ਸੁਪਰੀਮ ਕੋਰਟ ਨੇ ਕਹਿਤਾ ਕਿ ਹੁਣ ਤੁਸੀਂ ਇੱਥੇ ਨਹੀਂ ਆ ਸਕਦੇ, ਤੁਹਾਡਾ ਅਧਿਕਾਰ ਨਹੀਂ ਹੈਗਾ ਔਰ ਇਹਨਾਂ ਨੂੰ ਛੱਡਣਾ ਹੀ ਪੈਣਾ। ਕਿਉਂਕਿ ਜਗਦੀਸ਼ ਸਿੰਘ ਝੀਂਡਾ ਵੀ ਰਹੇ ਪ੍ਰਧਾਨ ਇਹਦੇ, ਉਹ ਬਿਮਾਰ ਹੋ ਗਏ ਸੀ, ਉਹ ਫਿਰ ਚਲੇ ਗਏ ਸੀਗੇ। ਫਿਰ ਉੱਥੇ ਬਲਜੀਤ ਸਿੰਘ ਦਾਦੂਵਾਲ ਆ ਗਏ ਔਰ ਹੋਰ ਵੀ ਨੇਤਾ ਨੇ ਉੱਥੇ, ਉਹਨਾਂ ਨੇ ਇਹਨਾਂ ਨੂੰ ਉੱਥੋਂ ਤਾਂ ਬੜੀ ਬੁਰੀ ਤਰ੍ਹਾਂ ਖੰਡਾਰ ਕੇ ਭੇਜ ਦਿੱਤਾ। ਔਰ ਉਦੋਂ ਬਾਅਦ ਇਹਨਾਂ ਦਾ ਸੁਪਰੀਮ ਕੋਰਟ ਜਿਹੜਾ ਚੱਲ ਰਿਹਾ ਸੀਗਾ, ਹੁਣ ਉਹ ਇਸ ਵੇਲੇ ਸਾਰਿਆਂ ਨੇ ਕਹਿ ਤਾ ਕਿ ਇਹਨਾਂ ਨੂੰ ਛੱਡ ਦੇਣਾ ਚਾਹੀਦਾ ਮਸਲਾ, ਤਾਂ ਕਿ ਹੋਰ ਕੋਈ ਬਾਕੀ ਨੁਕਸਾਨ ਨਾ ਉਠਾਉਣ, ਕੋਈ ਲੜਾਈ ਝਗੜਾ ਨਾ ਹੋਵੇ, ਆਪਸੀ ਭਗਵਤੀ ਨਾ ਹੋਣ। ਕਿਉਂਕਿ ਜਦੋਂ ਕੋਰਟ ਦੇ ਆਰਡਰ ਆ ਗਏ ਤਾਂ ਫਿਰ ਇਹਨਾਂ ਨੂੰ ਉੱਥੇ ਲੜਨ ਦਾ ਤਾਂ ਕੋਈ ਮਤਲਬ ਨਹੀਂ। ਜਦੋਂ ਕੋਰਟ, ਉਹ ਵੀ ਸੁਪਰੀਮ ਕੋਰਟ ਜਿਹੜੀ ਵੱਡੀ ਸਾਡੀ ਨਿਆਂ ਪ੍ਰਣਾਲੀ ਆ, ਉਹਨਾਂ ਨੇ ਕਹਿ ਤਾ ਕਿ ਤੁਸੀਂ ਹੁਣ ਵਾਪਸ ਜਾਓ ਘਰਾਂ ਨੂੰ, ਇੱਥੇ ਤੁਹਾਡਾ ਕੋਈ ਅਧਿਕਾਰ ਨਹੀਂ ਰਿਹਾ। ਜਿੱਦਾਂ ਤੁਸੀਂ ਪਹਿਲਾਂ ਕਰ ਲਿਆ ਕੰਮ ਕਰ ਲਿਆ, ਉਹ ਤਾਂ ਤੁਹਾਡਾ ਤਾਂ ਕੁਝ ਨਹੀਂ ਰਿਹਾ ਹੈਗਾ। ਕਿਉਂਕਿ ਹੱਕ ਬਣਦਾ ਉੱਥੋਂ ਦੇ ਲੋਕਾਂ ਦਾ, ਜਿਸ ਧਰਤੀ ਦੇ ਲੋਕ ਨੇ। ਇਹ ਹੁਣ ਤੀਜੇ ਪਾਸਿਓਂ ਜਾ ਕੇ ਕਿੱਦਾਂ ਕਰ ਲੈਣਗੇ? ਹੁਣ ਅਨਡਿਵਾਈਡਡ ਤਾਂ ਇੰਡੀਆ ਪੰਜਾਬ ਨਹੀਂ ਹੈ ਨਾ, ਡਿਵਾਈਡਡ ਆ। ਹਰਿਆਣਾ ਵੱਖਰਾ ਸਟੇਟ ਆ, ਪੰਜਾਬ ਵੱਖਰਾ ਸਟੇਟ। ਹੁਣ ਕਿੱਦਾਂ ਰਹਿਣਗੇ, ਕਿੱਦਾਂ ਕਰਨਗੇ? ਉਹ ਨਹੀਂ ਹੋਣਾ। ਸੁਪਰੀਮ ਕੋਰਟ ਨੇ ਤਾਂ ਇੱਕ ਪਾਸੇ ਗੱਲ ਲਾ ਦਿੱਤੀ। ਚਲੋ ਇਹ ਵੀ ਹੁਣ ਦੇਖੋ ਕੀ ਫੈਸਲਾ ਬਣਦਾ ਹੈ, ਕਿਉਂਕਿ ਹੁਣ ਪੰਜਾਬ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਹਰਿਆਣਾ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੋਵੇਂ ਵੱਖ-ਵੱਖ ਨੇ। ਜੀ ਜੀ। ਹੁਣ ਅੱਗੇ ਕੀ ਪ੍ਰਬੰਧ ਬਣਦੇ ਨੇ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ, ਕਿਉਂਕਿ ਇਹ ਧਾਰਮਿਕ ਮੈਟਰਸ ਨੇ ਤੇ ਧਾਰਮਿਕ ਆਗੂਆਂ ਨੂੰ ਮਿਲ ਕੇ ਆਪਸ ਵਿੱਚ ਇੱਕ ਪਾਸੇ ਲੱਗ ਗਿਆ ਮਸਲਾ, ਸੁਲਝਾ ਲੈਣਾ ਚਾਹੀਦਾ। ਹਾਂ, ਸੁਪਰੀਮ ਕੋਰਟ ਨੇ ਇੱਕ ਪਾਸੇ ਕਰ ਦਿੱਤਾ ਹੈ। ਆਪਾਂ ਅੱਗੇ ਚੱਲਦੇ ਹਾਂ। ਅੱਗੇ ਹੈ ਜੀ ਕਿ ਭਗਵੰਤ ਮਾਨ ਜੀ ਨੇ ਹੁਣ ਸਨਅਤਕਾਰਾਂ ਨਾਲ ਵਿਸ਼ੇਸ਼ ਮੀਟਿੰਗ ਕਰਨੀ ਹੈ ਤਾਂ ਕਿ ਜੋ ਪੰਜਾਬ ਦੀ ਅਰਥ ਵਿਵਸਥਾ ਹੈ ਉਹਨੂੰ ਸਟਰੋਂਗ ਕੀਤਾ ਜਾ ਸਕੇ। ਉਹਨੇ ਸਟਰੋਂਗ ਕਰਨ ਵਾਸਤੇ ਕੀ ਵਿਸ਼ੇਸ਼ ਸਹੂਲਤਾਂ ਦੇਣੀਆਂ ਨੇ ਸਨਅਤਕਾਰਾਂ ਨੂੰ ਤਾਂ ਕਿ ਉਹ ਇੰਡਸਟਰੀ ਡਿਵੈਲਪ ਕਰਨ, ਇਹ ਦੇਖਣ ਵਾਲੀ ਗੱਲ ਹੋਏਗੀ। ਕਿਉਂਕਿ ਪਿੱਛੇ ਜੇ ਜੋ ਸਾਰੀ ਇੰਡਸਟਰੀ ਇੱਥੋਂ ਸ਼ਿਫਟ ਕਰਕੇ ਹਿਮਾਚਲ ਚਲੀ ਗਈ ਪੰਜਾਬ ਦੀ, ਉਹ ਜ਼ਰੂਰ ਸਾਡਾ ਕਿਤੇ ਨਾ ਕਿਤੇ ਕਸੂਰ ਰਿਹਾ ਸਰਕਾਰਾਂ ਦਾ ਕਿ ਉਹਨਾਂ ਦੇ ਨਿਯਮ ਜਾਂ ਉਹਨਾਂ ਨੂੰ ਕੋਈ ਹੋਰ ਪ੍ਰੋਬਲਮਸ, ਐਡਮਿਨਿਸਟ੍ਰੇਸ਼ਨ ਦੇ ਵਿੱਚ ਪ੍ਰੋਬਲਮਸ, ਕੁਝ ਵੀ ਹੋਇਆ ਜਿਸ ਕਰਕੇ ਉਹ ਗਏ ਨੇ। ਨਹੀਂ ਤਾਂ ਕੋਈ ਜਾਂਦਾ ਨਹੀਂ ਇੱਦਾਂ, ਕੋਈ ਆਪਣਾ ਬਣਿਆ ਬਣਾਇਆ ਕਾਰੋਬਾਰ ਛੱਡ ਕੇ ਕੌਣ ਜਾਏਗਾ? ਕੋਈ ਨਾ ਕੋਈ ਗੱਲ ਇੱਦਾਂ ਰਹੀ ਹੈ। ਹੁਣ ਇੱਕ ਸ਼ਾਇਦ ਕੋਈ ਗਲਤ ਫਹਿਮੀਆਂ ਦੂਰ ਕਰਨੀਆਂ ਨੇ ਮਿਲ ਕੇ ਔਰ ਵਿਸ਼ੇਸ਼ ਸਹੂਲਤਾਂ ਦੀ ਗੱਲ ਕਰਨੀ ਹੈ। ਹਾਂਜੀ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਅੱਜ ਜਲੰਧਰ 'ਚ ਆ ਗਏ ਆ ਔਰ ਜਲੰਧਰ 'ਚ ਅੱਜ ਦੇ ਦਿਨ ਮੀਟਿੰਗ ਚੱਲ ਰਹੀ ਹੈ ਉਹਨਾਂ ਨਾਲ। ਜਿੰਨੇ ਇੰਡਸਟਰੀਲਿਸਟ ਇੱਥੇ ਇਕੱਠੇ ਹੋ ਗਏ ਆ, ਜਿੰਨੇ ਸਨਅਤਕਾਰ ਨੇ, ਉਦਯੋਗਪਤੀ ਆ, ਸਾਰਿਆਂ ਨੇ ਮਿਲ ਕੇ ਉਹਨਾਂ ਨਾਲ ਮੀਟਿੰਗ ਰੱਖੀ ਆ। ਔਰ ਇਹਦੇ ਵਿੱਚ ਇਹਨਾਂ ਨੇ ਇਹ ਕਿਹਾ ਹੈਗਾ ਕਿ ਜਿਹੜੀ ਇੰਡਸਟਰੀ ਇਸ ਵੇਲੇ ਥੋੜ੍ਹੀ ਜਿਹੀ ਖਤਮ ਹੋ ਗਈ ਸੀ ਇਹਦੇ ਵਿੱਚ ਪੰਜਾਬ ਪੂਰੇ 'ਚ ਹੀ, ਔਰ ਲੁਧਿਆਣਾ, ਜਿਹਨੂੰ ਲੁਧਿਆਣਾ ਨੂੰ ਆਪਣੇ ਇਹਦੇ ਨਾਲ ਖੇਤੀਬਾੜੀ ਯੂਨਿਟਸ ਵੀ ਹੈਗੀ ਉੱਥੇ, ਔਰ ਉਹਦੇ ਨਾਲ ਇੰਡਸਟਰੀ ਵੀ ਬਹੁਤ ਵੱਡੀ ਤਰ੍ਹਾਂ ਚੱਲ ਰਹੀ ਸੀ, ਜਿਹਦੇ ਵਿੱਚ ਸਾਈਕਲ ਬਣ ਰਹੇ ਸੀ, ਮਸ਼ੀਨਾਂ ਬਣ ਰਹੀਆਂ ਸੀ, ਹੋਰ ਬੜਾ ਕੁਝ ਸੀਗਾ। ਔਰ ਉੱਥੇ ਮਾਈਗ੍ਰੇਟਰੀ ਲੇਬਰ ਵੀ ਬਹੁਤ ਆਈ ਸੀ, ਉਹਨੂੰ ਵੀ ਇਹਨਾਂ ਨੇ ਕਹਿਤਾ ਵੀ ਅਸੀਂ ਰਿਵਾਈਵ ਕਰਾਂਗੇ। ਨਾਲ ਲੱਗਦਾ ਜਿਹੜਾ ਪੰਜਾਬ ਦਾ ਹਿੱਸਾ ਜਲੰਧਰ ਹੈ, ਜਿੱਥੇ ਸਪੋਰਟਸ ਦਾ ਸਮਾਨ ਬਹੁਤ ਬਣਦਾ, ਇੰਡਸਟਰੀ ਜਿਹੜੀ ਸਪੋਰਟਸ ਇੰਡਸਟਰੀ, ਇਹਨਾਂ ਨੇ ਕਹਿਤਾ ਕਿ ਅਸੀਂ ਇਹਨੂੰ ਦੁਬਾਰਾ ਨਵੇਂ ਢੰਗ ਨਾਲ ਸਰਜੀਤ ਕਰਾਂਗੇ। ਔਰ ਉਹਦੇ ਵਿੱਚ ਅੱਜ ਇਹ ਇੰਡਸਟਰੀਅਲ ਏਰੀਆ ਦੇ ਵਿੱਚ ਆ ਪਹੁੰਚੇ ਆ ਔਰ ਉਹਦੇ ਵਿੱਚ ਉਹਨਾਂ ਨੇ ਗੱਲਬਾਤ ਕੀਤੀ ਹੈ। ਪਰ ਉਹਨਾਂ ਦੀਆਂ ਜਿਹੜੀਆਂ ਆਪਣੀਆਂ ਮੰਗਾਂ ਨੇ, ਉਹਨਾਂ ਨੇ ਇੱਕ ਚਾਰਟ ਬਣਾ ਲਿਆ। ਉਹਨਾਂ ਨੇ ਸਭ ਤੋਂ ਪਹਿਲੀ ਮੰਗ ਤਾਂ ਉਹਨਾਂ ਦੀ ਇੰਡਸਟਰੀਸ ਦੀ ਜਿਹੜੀ ਹੈਗੀ ਕਿ ਜਿਹੜਾ ਬਿਜਲੀ ਦਾ ਖਪਤ ਹੈਗੀ ਜਾਂ ਬਿਜਲੀ ਦਾ ਜਿਹੜਾ ਸਾਨੂੰ ਦੇ ਰਹੇ ਸੀ ਕੋਟਾ, ਉਹਨੂੰ ਥੋੜ੍ਹਾ ਜਿਹਾ ਵਧਾਇਆ ਜਾਊਗਾ ਔਰ ਮਹਿੰਗੀ ਨਾ ਕੀਤੀ ਜਾਵੇ। ਇਹਨਾਂ ਨੇ ਉਹਦਾ ਯੂਨਿਟ ਪਰ ਯੂਨਿਟ ਮਹਿੰਗਾ ਕੀਤਾ ਸੀ। ਉਹ ਕਹਿੰਦੇ ਜਿੱਥੇ ਤੁਸੀਂ ਫ੍ਰੀ ਦੇ ਰਹੇ ਜੇ ਕਾਮਨ ਮੈਨ ਨੂੰ, ਲੋਕਾਂ ਨੂੰ, ਉਹਦੇ ਵਿੱਚ ਸਾਡਾ ਵੀ ਹਿੱਸਾ ਬਣਦਾ, ਸਾਨੂੰ ਵੀ ਦਿਓ ਕਿ ਅਸੀਂ ਵੀ ਇੰਡਸਟਰੀ ਨੂੰ ਚਲਾਉਣ ਲਈ ਸਾਨੂੰ ਕੁਛ ਨਾ ਕੁਛ ਸਸਤੀ ਬਿਜਲੀ ਦਿਓ। ਔਰ ਉਹਦੇ ਵਿੱਚ ਇਹਨਾਂ ਨੇ ਕਿਹਾ ਬਿਜਲੀ ਨਾਲ ਹੀ ਕੰਮ ਚੱਲਣਾ, ਦੂਜੇ ਕੰਮ ਤਰੀਕੇ ਨਾਲ ਨਹੀਂ ਚੱਲਣਾ। ਔਰ ਜਲੰਧਰ ਵੀ ਬੜੀ ਵੱਡੀ ਹੱਬ ਆ ਇਹਦੇ ਲਈ, ਇੰਡਸਟਰੀ ਲਈ। ਔਰ ਖ਼ਾਸ ਤੌਰ 'ਤੇ ਇੰਡੀਵਿਜੂਅਲੀ ਜਿਹੜੇ ਮਿਲਣ ਆਏ ਆ ਭਗਵੰਤ ਮਾਨ ਜੀ ਔਰ ਇਹਨਾਂ ਦੇ ਨੁਮਾਇੰਦੇ ਜਿਹੜੇ ਉਦਯੋਗਪਤੀ ਆ, ਇਹ ਵੀ ਇਕੱਠੇ ਹੋ ਕੇ ਬੈਠੇ ਸੀ। ਉਹਨਾਂ ਨੇ
ਕਿ ਆਪਣੀਆਂ ਜਿਹੜਾ ਚਾਰਟ ਡਿਮਾਂਡ ਚਾਰਟ ਉਹਨੂੰ ਲੈ ਕੇ ਅਸੀਂ ਅੱਗੇ ਜਾਈਏ ਇਹਨਾਂ ਕੋਲ, ਤਾਂ ਕਿ ਇਹਨਾਂ ਨੂੰ ਦੱਸੀਏ ਕਿ ਸਾਡੀਆਂ ਕਿਹੜੀਆਂ ਲੋੜਾਂ ਨੇ ਜਿਨ੍ਹਾਂ ਤੋਂ ਅਸੀਂ ਊਣੇ ਆ, ਜਿਹੜੀਆਂ ਸਾਨੂੰ ਚਾਹੀਦੀਆਂ ਹੈਗੀਆਂ। ਫਿਰ ਇਹਨਾਂ ਨੇ ਕਿਹਾ ਸੀ ਜਿਹੜੀਆਂ ਪ੍ਰੋਡਕਟ ਬਣਦੀਆਂ, ਜਿਹੜੀ ਇੱਥੇ ਪ੍ਰੋਡਕਟ ਬਣ ਗਈਆਂ ਇੰਡਸਟਰੀ ਨਾਲ, ਉਹਨਾਂ ਨੂੰ ਉਹਦੀ ਮਾਰਕੀਟਿੰਗ ਕੀ ਹੈ, ਕਿੱਥੇ ਵੇਚੀ ਜਾ ਕੇ, ਠੀਕ ਹੈ ਨਾ। ਹੁੰਦੇ ਸੀ ਇਹਦੇ ਵਿੱਚ GST ਜਿਹੜਾ ਲੱਗਿਆ ਹੈਗਾ ਉਹ ਵੀ ਮਾਰਕੀਟ ਦੇ ਇਹਦੇ ਵਿੱਚ ਹੀ ਲੱਗਦਾ, ਇੰਡਸਟਰੀ ਨਾਲ ਜਿਹੜੀ ਪ੍ਰੋਡਕਟ ਹੈਗਾ ਉਹਦੇ 'ਚੋਂ ਵੀ ਸਾਨੂੰ ਥੋੜ੍ਹਾ ਸਸਤਾ ਕਰੋ ਉਹਦੇ ਵਿੱਚ, ਤਾਂ ਕਿ ਅਸੀਂ ਅੱਗੇ ਤੱਕ ਕੰਮ ਸਾਡਾ ਚੱਲ ਨਹੀਂ ਰਿਹਾ। ਮਾਰਕੀਟ ਸਾਡੀ ਕਿਤੇ ਹੈ ਨਹੀਂ, ਮੰਡੀਕਰਨ ਕਿਤੇ ਹੈ ਨਹੀਂ। ਤੁਸੀਂ ਕਿਸਾਨਾਂ ਵਾਲਿਆਂ ਦੇ ਇੰਨਾ ਧਿਆਨ ਦੇ ਰਹੇ ਜੇ, ਸਾਡੇ ਵੱਲ ਵੀ ਧਿਆਨ ਦਿਓ, ਅਸੀਂ ਇੰਡਸਟਰੀਲਿਸਟ ਹੈਗੇ ਹਾਂ, ਸਾਡਾ ਵੀ ਬਣਦਾ ਹੱਕ ਸਾਨੂੰ ਦਿਓ। ਔਰ ਉਹਦੇ ਵਿੱਚ ਇਹਨਾਂ ਨੇ ਕਹਿਤਾ ਕਿ ਜਿਹੜਾ ਲੁਧਿਆਣਾ ਔਰ ਬਟਾਲੇ ਵਿੱਚ ਵੀ ਬਹੁਤ ਲੋਹੇ ਦਾ ਸਮਾਨ ਬਣਦਾ, ਜਿਹੜਾ ਗੁਰਦਾਸਪੁਰ ਦਾ ਇੱਕ ਕਸਬਾ ਹੈਗਾ ਉਹਦੇ ਵਿੱਚ ਵੀ ਸ਼ਾਇਦ ਜਾਣਗੇ। ਉਹਦੇ ਵਿੱਚ ਵੀ ਬਟਾਲਾ ਵੀ ਲੋਕਾਂ ਨੇ ਕਿਹਾ, ਜਿੱਥੇ ਇੰਡਸਟਰੀ ਐਸਟੈਬਲਿਸ਼ ਸੀਗੀ ਉਦੋਂ ਬਾਅਦ ਇਹ ਇੰਡਸਟਰੀ ਖਤਮ ਹੋ ਗਈ, ਨਹੀਂ ਚੱਲੀ। ਉਹ ਪੁਰਾਣੀ ਸਰਕਾਰਾਂ ਦੇ ਟਾਈਮ 'ਤੇ ਗਈ ਇੰਡਸਟਰੀ ਚਲੇਗੀ। ਬਾਦਲ ਸਰਕਾਰ ਦੇ ਟਾਈਮ 'ਤੇ ਲੁਧਿਆਣਾ ਖਾਲੀ, ਉਹਦੇ ਵਿੱਚ ਉਹ ਉੱਠ ਕੇ ਕਿੱਥੇ ਚਲੇ ਗਏ, ਤੁਸੀਂ ਹੁਣੇ ਜ਼ਿਕਰ ਕੀਤਾ ਸੀ ਹਰਿਆਣਾ, ਹਿਮਾਚਲ ਉੱਥੇ ਵਿਚਾਰੇ ਜਾ ਕੇ ਚਲੇ ਗਏ, ਉਹਨਾਂ ਨੇ ਉੱਥੇ ਚਲਾ ਲਈ ਹੈ। ਉੱਥੇ ਟੈਕਸੀ ਵੀ ਘੱਟ ਆ ਜਿੰਨਾ ਪੰਜਾਬ 'ਚ ਟੈਕਸ ਸੀਗਾ। ਗੱਲ ਇਹ ਹੈ ਨਾ ਬਲਕਾਰ ਜੀ ਕਿ ਪੰਜਾਬ ਸਰਕਾਰ ਨੂੰ ਪਹਿਲਾਂ ਇੱਕ ਇੰਡਸਟਰੀਅਲ ਪਾਲਿਸੀ ਬਣਾਉਣੀ ਪਊਗੀ। ਜੀ। ਸਾਡੇ ਕੋਲ ਨਾ ਇੰਡਸਟਰੀਅਲ ਪਾਲਿਸੀ ਨਾ ਐਗਰੀਕਲਚਰ ਪਾਲਿਸੀ, ਕੋਈ ਪਾਲਿਸੀ ਤਾਂ ਹੈ ਹੀ ਨਹੀਂ ਨਾ। ਹੁਣ ਜੋ ਸਨਅਤਕਾਰ ਆਣ ਉਹ ਕੀ ਦੇਖਣ, ਮਤਲਬ ਕੋਈ ਪਲਾਨ ਤਾਂ ਹੋਵੇ, ਕੋਈ ਚਾਰਟ ਤੇ ਹੋਵੇ, ਟੇਬਲ ਦੇ ਉੱਤੇ ਕੀ ਵਿਛਾ ਕੇ ਦਿਖਾਓਗੇ ਉਹਨਾਂ ਨੂੰ, ਕੀ ਚਾਰਟ ਹੈ, ਕੀ ਪਲਾਨ ਹੈ, ਕੀ ਸਟ੍ਰੈਟਜੀ ਆ, ਇੰਡਸਟਰੀਅਲ ਪਾਲਿਸੀ ਕੀ ਹੈ, ਐਗਰੀਕਲਚਰ ਪਾਲਿਸੀ ਕੀ ਹੈ, ਇੰਡਸਟਰੀ ਦੇ ਵਿੱਚ ਕਿਹੜੀਆਂ ਪ੍ਰੋਡਕਟਸ ਬਣਾਉਣੀਆਂ ਨੇ, ਐਗਰੀਕਲਚਰ ਤੋਂ ਕੀ ਕੁਝ ਅਸੀਂ ਰॉ ਮਟੀਰੀਅਲ ਲੈਣਾ, ਐਗਰੋ ਬੇਸਡ ਪ੍ਰੋਡਕਟਸ ਕੀ ਬਣਾਉਣੀਆਂ ਨੇ, ਕਿਉਂਕਿ ਸਾਡੇ ਇੱਥੇ ਐਗਰੋ ਬੇਸਡ ਪ੍ਰੋਡਕਟਸ ਜ਼ਿਆਦਾ ਚੱਲ ਸਕਦੀਆਂ ਨੇ। ਖਾਣ ਪੀਣ ਦੀਆਂ ਚੀਜ਼ਾਂ ਦੇ ਨਾ ਅਜੇ ਇਹ ਲੋਕਾਂ ਦੀ ਸਮੱਸਿਆਵਾਂ ਸੁਣਨ ਆਏ, ਉਸ ਤੋਂ ਬਾਅਦ ਫਿਰ ਇੰਡਸਟਰੀ ਦਾ ਜਿਹੜਾ ਮੰਤਰੀ ਹੋਊਗਾ ਨਾ, ਇੰਡਸਟਰੀਅਲ ਮਿਨਿਸਟਰ ਹੋਗਾ, ਉਹਦੇ ਨਾਲ ਗੱਲ ਕਰਨਗੇ। ਸਾਡੇ ਜਿਹੜੇ ਐਕਸਪਰਟ ਬੈਠੇ ਨੇ ਨਾ, ਐਕਸਪਰਟ ਬੈਠੇ ਨੇ, ਖੇਤੀਬਾੜੀ ਐਕਸਪਰਟ, ਇੰਡਸਟਰੀ ਐਕਸਪਰਟ, ਜਿਹੜੇ ਪੰਜਾਬ ਨੂੰ ਜਾਣਦੇ ਨੇ, ਉਹਨਾਂ ਦੀ ਸਲਾਹ ਲੈਣਾ ਜ਼ਰੂਰੀ ਹੈ। ਕਮੇਟੀ ਬਣਾਉਣਾ ਜਾਂ ਉਹਨਾਂ ਦਾ ਇੱਕ ਗਰੁੱਪ ਜ਼ਰੂਰੀ ਹੈ, ਤਾਂ ਕਿ ਉਹ ਸਾਨੂੰ ਸਰਕਾਰ ਨੂੰ ਇੱਕ ਡਾਇਰੈਕਸ਼ਨ ਦੇ ਸਕਣ। ਕਿਉਂਕਿ ਜੋ ਮੰਨਦੇ ਨੇ ਮਾਹਿਰ ਉਹ ਇਹ ਹੈ ਕਿ ਐਗਰੋ ਬੇਸਡ ਪ੍ਰੋਡਕਟਸ ਜਿਵੇਂ ਜੂਸਿਸ ਹੋ ਗਏ, ਗੰਨੇ ਦਾ ਜੂਸ ਪੈਕ ਕਰਕੇ ਪਹੁੰਚਾਉਣਾ, ਜਾਂ ਹੋਰ ਇਦਾਂ ਦੀਆਂ ਕਈ ਚੀਜ਼ਾਂ, ਫਲ ਸਬਜ਼ੀ, ਕਿਉਂਕਿ ਅਸੀਂ ਖੇਤੀਬਾੜੀ ਆਧਾਰਿਤ ਸੂਬਾ ਹੈਗੇ, ਤਾਂ ਖੇਤੀਬਾੜੀ ਦੇ ਆਧਾਰਿਤ ਹੀ ਇੰਡਸਟਰੀ ਲੱਗੇ, ਉਹ ਪ੍ਰੋਡਕਟਸ ਹੋਣ ਤਾਂ ਜ਼ਿਆਦਾ ਵਧੀਆ। ਕਿਉਂਕਿ ਸਾਡੇ ਕੋਲ ਸਕਿਲਡ ਲੇਬਰ ਨਹੀਂ ਹੈਗੀ, ਸਕਿਲਡ ਯੂਥ ਨਹੀਂ ਹੈਗੀ, ਕਿਉਂਕਿ ਪੜ੍ਹਾਈ ਲਿਖਾਈ ਦਾ ਸਾਡਾ ਜੋ ਹਾਲ ਹੈ ਸਾਨੂੰ ਪਤਾ ਹੀ ਹੈ। ਸਿੰਗਾਪੁਰ ਗਏ ਹੋਏ ਨੇ ਟ੍ਰੇਨਿੰਗ ਲੈਣ ਵਾਸਤੇ, ਜੋ ਹਾਲ ਹੈਗਾ। ਔਰ ਕਈ ਲੋਕ ਇਹ ਵੀ ਕਹਿੰਦੇ ਨੇ ਕਿ ਉੱਥੇ ਕਿਹੜੀ ਵਿਸ਼ੇਸ਼ ਟ੍ਰੇਨਿੰਗ ਪਈ ਹੈ ਜਿਹੜੀ ਉੱਥੋਂ ਲੈ ਕੇ ਆਣੀ, ਤੇ ਤਾਂ ਪੰਜਾਬ ਦੀ ਐਜੂਕੇਸ਼ਨ ਪਾਲਿਸੀ ਸਹੀ ਹੋਏਗੀ। ਸੋ ਕਈ ਗੱਲਾਂ ਹੁੰਦੀਆਂ ਨੇ। ਤੁਹਾਡੀ ਗੱਲ ਕੱਟ ਰਿਹਾ, ਇਸ ਕਰਕੇ ਹੈਗਾ ਇਹ ਕਰਨ ਵਾਲੇ ਉਹੀ ਆਪੋਜੀਸ਼ਨ ਦੇ ਲੋਕ ਹੈ ਜਿਨ੍ਹਾਂ ਨੂੰ ਆਪ ਖੁਦ ਨਹੀਂ ਪਤਾ ਐਜੂਕੇਸ਼ਨ ਕੀ ਹੈ। ਕੁਛ ਵੀ ਘੱਟੋ ਘੱਟ ਤਾਂ ਹੈ, ਘੱਟੋ ਘੱਟ ਕਿਤੇ ਨਾ ਕਿਤੇ ਤੇ ਭੇਜੇ ਇਹਨਾਂ ਨੇ। ਇਹ ਨਹੀਂ ਕਿ ਚੰਡੀਗੜ੍ਹ ਜਾ ਕੇ ਸਾਰਾ ਕੁਝ ਹੁੰਦਾ, ਉੱਥੇ ਐਜੂਕੇਸ਼ਨ ਬੋਰਡ ਆ, ਉਹਨਾਂ ਦਾ ਸਟਾਈਲ ਤਾਂ ਦੇਖਣਗੇ, ਪ੍ਰਿੰਸੀਪਲ ਭੇਜੇ ਆ, ਪਰ ਉਹਦੇ ਵਿੱਚ ਉਹ 'ਚ ਹੋਰ ਪੂਰਨਤਾਈਆਂ ਬਹੁਤ ਹੋਈਆਂ। ਉਹਨਾਂ ਨੇ ਕਿਹਾ ਕੋਈ ਪ੍ਰਿੰਸੀਪਲ ਨੇ ਪੜ੍ਹਾਉਣਾ ਵਾ, ਲੋਕ ਇਹ ਵੀ ਕਹਿ ਰਹੇ ਆ, ਲੋਕਾਂ ਦਾ ਮੂੰਹ ਨਹੀਂ ਫੜਿਆ ਜਾਂਦਾ ਜੋ ਕੁਛ ਹੈਗਾ। ਲੋਕਾਂ ਦੇ ਉੱਤੇ ਪ੍ਰਿੰਸੀਪਲਾਂ ਨੇ ਪੜ੍ਹਾਉਣਾ ਤੇ ਟੀਚਰਾਂ ਨੇ ਹੈਗਾ। ਤੁਸੀਂ ਲੋਕਾਂ ਨੂੰ ਨਹੀਂ ਰੋਕ ਸਕਦੇ ਜੋ ਕੁਛ ਹੈਗਾ, ਪਰ ਇਹ ਦੂਜੀਆਂ ਗੌਰਮੈਂਟ ਨੂੰ ਮਾੜਾ ਕੰਮ ਨਹੀਂ ਕੀਤਾ ਇਹਨਾਂ ਨੇ। ਜਿਹੜੇ ਐਜੂਕੇਸ਼ਨ ਜਾਣਦੇ ਠੀਕ ਹੈਗੇ ਆ, ਜੋ ਸਿੰਗਾਪੁਰ ਦੇ ਵਿੱਚ, ਸਿੰਗਾਪੁਰ ਕਿਤੇ ਅੱਗੇ ਹੈ ਇੰਡੀਆ ਨਾਲੋਂ। ਸਿੰਗਾਪੁਰ ਉਹ ਨਹੀਂ ਹੈਗਾ ਕਿ ਜਿਹੜਾ ਤੁਹਾਡਾ ਨੇਪਾਲ ਵਰਗਾ ਹੈਗਾ, ਬਹੁਤ ਅੱਗੇ ਪਹੁੰਚਿਆ। ਉਹਨਾਂ ਦਾ 에ਅਰਪੋਰਟ ਜਾ ਕੇ ਦੇਖੋ ਕੈਸਾ 에ਅਰਪੋਰਟ ਆ, ਉਹਨਾਂ ਦੇ ਨਹੀਂ ਦੈਟਸ ਓਕੇ। ਐਜੂਕੇਸ਼ਨ ਜਿਹੜੀ ਸਿਸਟਮ ਦੇਖੋ, ਮਤਲਬ ਇਹ ਹੈ ਕਿ ਉੱਥੋਂ ਜਿਹੜੇ ਕੁਝ ਲੈ ਕੇ ਆਉਣ। ਇਹ ਲੋਕਾਂ ਦੀਆਂ ਗੱਲਾਂ ਜਿਹੜੀ ਤੁਸੀਂ ਕੀਤੀ, ਇਹ ਲੋਕ ਨੁਕਤਾ 'ਚ ਨਹੀਂ ਕਰ ਰਹੇ ਜਾਣ ਬੁੱਝ ਕੇ। ਇਹਦੇ ਫਾਦਰ ਭਗਵੰਤ ਮਾਨ ਦੇ ਆਪ ਟੀਚਰ ਸੀਗੇ, ਇਹਨਾਂ ਨੇ ਚੰਗਾ ਕੀਤਾ ਕੰਮ। ਅੱਜ ਤੇ ਸਿੰਗਾਪੁਰ ਭੇਜੇ ਆ, ਕੱਲ੍ਹ ਨੂੰ ਇੰਗਲੈਂਡ ਵੀ ਜਾਣਗੇ, ਬਾਕੀ ਲੋਕਾਂ 'ਚ ਇਹੋ 4-5 ਦੇਸ਼ ਆ, ਹੋਰ ਕਿਹੜੇ ਹੈਗੇ? ਕੈਨੇਡਾ ਹੈਗਾ, ਕੈਨੇਡਾ ਸਾਡੇ ਬੱਚੇ ਪੜ੍ਹ ਹੀ ਰਹੇ ਅੱਗੇ। ਫਿਨਲੈਂਡ ਹੋ ਗਿਆ, ਹਾਂ ਫਿਨਲੈਂਡ ਹੈਗਾ। ਫਿਨਲੈਂਡ ਦਾ ਵੀ ਰੌਲਾ ਪਿਆ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਿਹੜਾ ਦਿੱਲੀ ਹੈ, ਦਿੱਲੀ ਸੰਸੋਧੀਆ ਜੀ ਨੇ ਗੱਲ ਕੀਤੀ ਹੈ, ਉਹਨਾਂ ਨੇ ਫਾਈਲ ਭੇਜੀ ਸੀ ਗਵਰਨਰ ਕੋਲ, ਗਵਰਨਰ ਨੇ ਚਲਾ ਪਰੇ ਕਰ ਦਿੱਤੀ ਹੈ, ਰਿਜੈਕਟ ਹੋਇਆ, ਉਹ ਵੀ ਰਿਜੈਕਟ ਹੋ ਗਿਆ। ਇੱਥੇ ਵੀ ਇਹੋ ਹੀ ਹਾਲ ਆ। ਸੋ ਇਹੀ ਹੈ ਇੱਥੇ ਗਵਰਨਰ ਦਾ ਤੇ ਮੈਂ ਉਹੀ ਕਹਿ ਰਿਹਾ ਕਿ ਉੱਥੋਂ ਸਿੱਖ ਕੇ ਆਉਣ ਤੇ ਇੱਥੇ ਸਿਖਾਉਣ, ਤੇ ਐਜੂਕੇਸ਼ਨ ਉਸ ਲੈਵਲ ਦੀ ਹੋਵੇ ਕਿ ਜਦੋਂ ਵੀ ਕੋਈ ਇੱਥੇ ਇੰਡਸਟਰੀ ਡਿਵੈਲਪ ਹੋਵੇ ਤਾਂ ਇੱਥੋਂ ਹੀ ਯੂਥ ਮਿਲੇ ਜਿਹੜੀ ਸਕਿਲਡ ਹੋਵੇ, ਇੱਥੋਂ ਦੇ ਲੋਕਾਂ ਨੂੰ ਰੋਜ਼ਗਾਰ ਮਿਲੇ। ਇਹ ਨਹੀਂ ਕਿ ਇੱਥੇ ਇੰਡਸਟਰੀ ਡਿਵੈਲਪ ਹੋਵੇ ਤੇ ਬੰਦੇ ਕੰਮ ਕਰਨ ਵਾਲੇ ਬਾਹਰੋਂ ਲੈ ਕੇ ਆਉਣੇ ਪੈਣ, ਉਹ ਵੀ ਠੀਕ ਨਹੀਂ। ਇਸ ਕਰਕੇ ਇਹ ਸਾਰਾ ਕੁਝ ਚਾਹੀਦਾ। ਐਕਸਪਰਟਸ ਜਿਹੜੇ ਬੈਠੇ ਨੇ ਉਹ ਦੱਸਣਗੇ ਕਿੱਦਾਂ ਦੀ ਇੰਡਸਟਰੀ ਹੋਵੇ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਮਿਲੇ, ਕਿਸਾਨਾਂ ਨੂੰ ਰੋਜ਼ਗਾਰ ਮਿਲੇ, ਹਰ ਚੀਜ਼ ਨੂੰ ਰੋਜ਼ਗਾਰ ਮਿਲੇ। ਲੋਕਾਂ ਦੇ ਰੋਜ਼ਗਾਰ ਨਾਲ ਹੀ ਸਭ ਕੁਝ ਹੈ। ਜਿੰਨਾ ਰੋਜ਼ਗਾਰ ਹੋਏਗਾ ਕੁਝ ਤਾਂ ਹਲੂਣਾ ਦਿੱਤਾ ਨੇ, ਉਹਨਾਂ ਟੈਕਸ ਦੇਣਗੇ। ਹੈਗਾ ਇੱਕਦਮ ਤੇ ਸਾਰਾ ਮੂੰਹ 'ਚ ਨਹੀਂ ਪੈਣਾ ਜੋ ਕੁਛ ਇੰਡਸਟਰੀ ਵਾਲਿਆਂ ਕੋ ਆਏ। ਪਹਿਲਾਂ ਪੂਰੀਆਂ ਗਲਤੀਆਂ ਹੋਈਆਂ ਨੇ ਨਾ, ਉਹ ਗਲਤੀਆਂ। ਜਿਹੜੀ ਪਾਲਿਸੀ ਤੁਸੀਂ ਗੱਲ ਕੀਤੀ, ਪਾਲਿਸੀ ਬਣੀ ਹੈ ਪੰਜਾਬ ਦੀ, ਪਰ ਉਹਨੂੰ ਲਾਗੂ ਹੀ ਨਹੀਂ ਹੋਇਆ। ਪਾਲਿਸੀ ਤਾਂ ਹੈਗੀ ਹੈ, ਦੇਖੋ ਗਵਰਨਮੈਂਟਾਂ ਨੇ ਬਣਾ ਚੁੱਕੇ ਆ, ਪਰ ਹੁਣ ਇਹ ਨਵਾਂ ਬਣਨਾ ਪਊਗਾ ਨਾ, ਬਣਾਓਗੇ ਹੁਣ ਜੋ ਇਸ ਵਕਤ ਜੋ ਹਾਲਾਤ ਨੇ ਦੇਖਣਗੇ, ਪੜ੍ਹਨਗੇ ਨਾ ਕਿ ਉਹਦੇ ਵਿੱਚ ਕੀ ਹੈ ਤੇ ਨਵਾਂ ਕੀ ਪਾਉਣਗੇ। ਕੁਝ ਹੁਣ ਇਹ ਕੁਝ ਨਾ ਕੁਝ ਹੋਣਾ ਚਾਹੀਦਾ। ਕਰੂਗਾ ਨਹੀਂ, ਇਹ 'ਚ ਬਾਕੀ ਸਾਰੇ ਕਰਾਉਣਗੇ, ਐਕਸਪਰਟਸ ਨੂੰ ਮਿਲ ਕੇ
ਕਰਨਾ ਚਾਹੀਦਾ, ਕਿਉਂਕਿ ਰੂਟ ਰਿਪੋਰਟਸ ਇਹ ਵੀ ਨੇ ਕਿ ਹੁਣ ਜੇ ਪੰਜਾਬ ਦੇ ਅਰਥਚਾਰੇ ਨੂੰ ਨਾ ਸੰਭਿਆ ਗਿਆ ਤਾਂ ਅੱਗੋਂ ਨੇਰੇ 'ਚ ਜਾ ਸਕਦੇ ਆ। ਇਸ ਕਰਕੇ ਇਹਦੇ 'ਚ ਇਹ ਹੈਗਾ ਕਿ ਅੱਜ ਘੱਟੋ ਘੱਟ ਇਹਨਾਂ ਸਾਰੇ ਮਹਿਕਮਿਆਂ ਨੂੰ ਤੇ ਵੇਖਿਆ, ਹੁਣ ਇੱਕਦਮ ਤਾਂ ਜਾਦੂ ਦੀ ਛੜੀ ਨੇ ਵੀ ਸਾਰਾ ਕੁਝ ਕਰ ਦੇਣਾ ਨਾ, ਗਲਤੀਆਂ ਪਹਿਲਾਂ ਦੀਆਂ ਨੇ ਨਾ, ਬਹੁਤ ਕੁਝ ਹੋ ਗਿਆ। ਹਾਂ ਨਾ, ਇਹਦੇ ਵਿੱਚ ਇਹਨਾਂ ਨੇ ਥੋੜਾ ਜਿਹਾ ਆਪਣਾ ਸਟੈਪ ਤਾਂ ਲਿਆ, ਗੱਲ ਇਹ ਹੈ ਹੋਇਆ ਕਰਨਗੇ ਉਹਦੇ ਵਿੱਚ ਸਾਰਾ ਕੁਝ ਜਿਹਨਾਂ ਪਤਾ ਕੀ ਹੈ, ਪਿਛਲੀਆਂ ਸਰਕਾਰਾਂ ਵੇਲੇ ਸਮਝ ਲਓ ਜਾਂ ਪਿਛਲੇ ਸਮਿਆਂ ਵੇਲੇ ਸਮਝ ਲਓ, ਗਲਤੀਆਂ ਇੰਨੀਆਂ ਜ਼ਿਆਦਾ ਹੋਈਆਂ ਨੇ ਕਿ ਲੋਕੀ ਹੁਣ ਬਰਦਾਸ਼ਤ ਨਹੀਂ ਕਰਦੇ ਪਏ, ਕਾਲੇ ਪਏ ਹੋਏ ਨੇ। ਜਿਹੜੀ ਆ ਲੁਧਿਆਣਾ ਤੁਸੀਂ ਸੁਣਦੇ ਰਹੇ ਜੇ, ਜਦੋਂ ਅਸੀਂ ਪੜ੍ਹਦੇ ਉਦੋਂ ਤੋਂ ਸੁਣ ਰਹੇ ਹਾਂ ਕਿ ਲੁਧਿਆਣਾ ਇੰਡਸਟਰੀ 'ਚ ਬਹੁਤ ਅੱਗੇ ਸੀ, ਕਿ ਇਹਨਾਂ ਕੁਝ ਬਣਿਆ, ਸਾਈਕਲਾਂ ਦਾ ਨਹੀਂ ਪਤਾ ਲੱਗਦਾ, ਹੀਰੋ ਸਾਈਕਲ ਸਾਡਾ ਬਹੁਤ ਜ਼ਬਰਦਸਤ ਰਿਹਾ ਹੈ, ਕੁਝ ਸੀਗਾ ਉਹ ਸਾਰਾ ਸਫਾਇਆ ਹੋ ਗਿਆ। ਜਿੰਨੇ ਲੇਬਰ ਵਾਲੇ ਮਾਈਗ੍ਰੇਟਰੀ ਲੇਬਰ ਸੀ ਇੱਥੇ ਆ ਕੇ ਕੰਮ ਕਰਦੇ ਸੀ, ਇੱਥੇ ਉਹਨਾਂ ਦੀ ਕਲੋਨੀਆਂ ਬੜਾ ਕੁਝ ਸੀਗਾ, ਇਹਨੂੰ ਤਾਂ ਪੂਰਾ ਸਵਿਟਜ਼ਰਲੈਂਡ ਆਉਂਦੇ ਸੀਗੇ ਇੰਡਸਟਰੀ ਦੇ ਲਿਹਾਜ਼ ਨਾਲ, ਉਹ ਪੂਰੇ ਦਾ ਪੂਰਾ ਖੱਪ ਗਿਆ। ਕਦੋਂ ਖੱਪ ਗਿਆ, ਕਿਹਨਾਂ ਦੇ ਲਿਖਿਆ ਗਿਆ, ਅਕਾਲੀ ਸਰਕਾਰ ਸੀ ਉਦੋਂ, ਕਾਂਗਰਸ ਸਰਕਾਰ ਸੀਗੀ। ਇੰਡਸਟਰੀਲਿਸਟ ਕਿਸੇ ਨੂੰ ਪੁੱਛ ਕੇ ਵੇਖੋ, ਮੈਂ ਖੁਦ ਇੱਕ ਪ੍ਰੋਗਰਾਮ ਕਰ ਦਿਆਂ ਇਹਦੇ ਨਾਲ ਇੰਡਸਟਰੀ ਦਾ, ਔਰ ਸਾਰੇ ਉੱਥੋਂ ਇੰਡਸਟਰੀਲਿਸਟ ਆਉਂਦੇ ਸੀਗੇ, ਤਾਂ ਉਹ ਜਦੋਂ ਕਰਦੇ ਸੀਗੇ ਵਿਚਾਰੇ ਰੋਂਦੇ ਹੁੰਦੇ ਸੀ, ਇਹੀ ਕੰਮ ਕਰਦੇ ਸੀ ਵੀ ਆਹ ਸਾਡੇ ਤੇ ਉਹ ਕੋਈ ਦੇਖ ਨਹੀਂ ਰਿਹਾ ਕੀ ਕੁਝ ਹੋ ਰਿਹਾ। ਹਾਂ, ਇਹ ਇੰਡਸਟਰੀ ਦਾ ਪ੍ਰੋਗਰਾਮ ਹੁੰਦੇ ਰਹੇ। ਇਸ ਵਕਤ ਇੰਡਸਟਰੀ ਬਿਲਕੁਲ ਖਤਮ ਹੈ ਇੰਡੀਆ, ਪੰਜਾਬ ਦੇ ਵਿੱਚ। ਹਾਂ, ਉਹਨੂੰ ਦੁਬਾਰਾ ਤੋਂ ਸੁਰਜੀਤ ਕਰਨਾ ਹੈ ਤਾਂ ਮੁਸ਼ਕਲ, ਪਰ ਕਰਨਾ ਪੈਣਾ ਹੈ, ਹੋਰ ਕੋਈ ਚਾਰਾ ਨਹੀਂ ਹੈ। ਰਿਵਾਈਵ ਕਰਨਾ ਕਿ ਇਹਨੂੰ ਜਿਹੜੀ ਡਿੱਗ ਚੁੱਕੀ ਚੀਜ਼ ਹੈ ਧਰਤੀ ਤੇ, ਉਹਨੂੰ ਮੁੜ ਕੇ ਚੁੱਕਣਾ ਥੋੜਾ ਜਿਹਾ ਟਾਈਮ ਤਾਂ ਲੱਗਦਾ, ਟਾਈਮ ਲੱਗੇਗਾ, ਔਰ ਜਿੰਨੀ ਜਲਦੀ ਹੋ ਸਕੇ, ਕਿਉਂਕਿ ਇੱਧਰ ਇਕਨੋਮੀ ਵੇਟ ਨਹੀਂ ਕਰ ਸਕਦੀ। ਗੱਲ ਇਹ ਹੈ ਨਾ ਕਿ ਇੱਧਰੋਂ ਵੀ ਇਹ ਕੰਮ ਹਿੱਲਿਆ ਪਿਆ, ਕਿੰਨੇ ਕੁ ਕਰਜ਼ੇ ਲਈ ਜਾਵਾਂਗੇ। ਬਿਲਕੁਲ ਉਹੀ ਗੱਲ। ਸੋ ਇਹ ਚੀਜ਼ਾਂ ਸਭ ਦੇਖਣਾ ਪੈਣਾ, ਬੈਲੈਂਸ ਬਣਾਉਣਾ ਪੈਣਾ। ਬਿਲਕੁਲ ਸਹੀ। ਸੋ ਅੱਗੇ ਚੱਲਦੇ ਹਾਂ ਸਪੋਰਟਸ ਵੱਲ। ਕਿਲਾ ਰਾਏਪੁਰ ਦੀਆਂ ਜਿਹੜੀਆਂ 3 ਰੋਜ਼ਾ ਖੇਡਾਂ ਨੇ, ਉਹਦੇ ਵਿੱਚ ਹਾਕੀ ਦੀ ਕਾਫੀ ਕਹਿੰਦੇ ਨੇ ਕਿ ਪ੍ਰਸ਼ੰਸਾ ਹੋ ਰਹੀ ਹੈ ਪੰਜਾਬ ਦੇ ਮੁੰਡਿਆਂ। ਹਾਕੀ ਮੁੰਡਿਆਂ ਨੇ ਲੈ ਲਈ ਹੈ ਨਾ, ਤੇ ਜਿਹੜੀਆਂ ਕੁੜੀਆਂ ਸੋਨੀਪਤ ਤੋਂ ਕੁੜੀਆਂ ਲੈ ਗਈਆਂ। ਕਬੱਡੀ ਪੰਜਾਬ ਨੇ ਜਿੱਤ ਲਈ ਆ, ਔਰ ਹਾਕੀ 'ਚ ਵੀ ਜਿਹੜਾ ਉਹਨਾਂ ਨੂੰ ਫਸਟ ਨਾਮ ਸੀਗਾ, ਉਹ 1 ਲੱਖ ਤੋਂ ਅਰਾਊਂਡ ਦੇ ਕਰੀਬ ਹੈਗਾ ਸੀਗਾ, ਔਰ ਇਹਨੂੰ ਮਿੰਨੀ ਓਲੰਪਿਕ ਕਹਿੰਦੇ ਸੀਗੇ। ਬਹੁਤ ਵੱਡੀਆਂ ਖੇਡਾਂ ਹੁੰਦੀਆਂ, 3 ਦਿਨਾਂ 'ਚ ਚੱਲੀਆਂ ਖੇਡਾਂ, ਔਰ ਇਹਦੇ ਵਿੱਚ ਇਹਨਾਂ ਨੇ ਕਿਹਾ ਇਹ ਐਕਚੁਅਲੀ ਜਿਹੜੀਆਂ ਨਾ ਗੱਡੀਆਂ ਦੇ ਨਾਲ ਬਲਦ ਦੌੜਾਉਂਦੇ ਸੀਗੇ, ਜਿਹੜੇ ਡੌਗ ਕੁੱਤੇ ਦੌੜਦੇ ਸੀ, ਉਹ ਨਾਲ ਸਹਿ ਨੂੰ ਫੜਦੇ ਸੀਗੇ, ਉਹ ਥੋੜ੍ਹਾ ਜਿਹਾ ਜਿਹੜਾ ਇਹ ਟਾਰਚਰ ਹੁੰਦੇ ਸੀ, ਜਾਨਵਰ ਬੜਾ ਕੁਛ ਹੁੰਦਾ ਸੀ। ਇਹ ਮੇਨਕਾ ਗਾਂਧੀ ਉਦੋਂ ਸੀ, ਉਹਨਾਂ ਨੇ ਵੀ ਇਹਨੇ ਕੇਸ ਵੀ ਰੱਖਿਆ ਸੀਗਾ, ਉਦੋਂ ਇਹ ਬੰਦ ਹੋ ਗਈਆਂ, ਔਰ ਇਹਦੇ 'ਚ ਇੰਨੀ ਰੌਣਕ ਹੁੰਦੀ ਸੀ, ਇੰਨਾ ਕੁਛ ਹੁੰਦਾ ਸੀਗਾ ਸਾਰਾ ਕੁਝ, ਪਰ ਦੁਬਾਰਾ ਇਹਨੂੰ ਸ਼ੁਰੂ ਕਰ ਦਿੱਤਾ। ਬਹੁਤ ਅੱਛੀ ਗੱਲ ਹੈਗੀ ਹੈ, ਔਰ ਇਹ 'ਚ ਸਾਰੇ ਸਾਡੇ ਜਿਹੜੇ ਸੂਬੇ ਨਾਲ ਦੇ ਪੜੋਸੀ ਇਹ ਵੀ ਸਾਰੇ ਆਉਂਦੇ, ਮੁੰਡੇ ਕੁੜੀਆਂ ਦੀ ਜਿਮਨਾਸਟਿਕ ਬੜੀ ਅੱਛੀ ਹੁੰਦੀ ਹੈ, ਗਰਾਊਂਡ ਬਹੁਤ ਵੱਡੀ ਹੈ। ਐਕਚੁਅਲੀ ਇਹ ਗਰੇਵਾਲ ਫੈਮਿਲੀ ਇੱਥੇ ਹੈਗੀ ਜਿਹੜੇ ਪਹਿਲਾਂ ਔਰਗੇਨਾਈਜ਼ ਕਰਦੇ ਚਲਾਉਂਦੇ ਸੀਗੇ, ਔਰ ਉਹਨੂੰ ਦੇਖੋ ਹਵਾਈ ਜਹਾਜ਼ ਆਉਂਦੇ ਫੁੱਲਾਂ ਦੀ ਬਰਸਾਤ ਕਰਨੀ, ਫੁੱਲ ਬਰਸਾਉਂਦੇ ਉੱਤੋਂ, ਔਰ ਉਹਦੇ 'ਚ ਬੜੀ ਵੱਡੀ ਸਟੇਜ ਲੱਗਦੀ ਆ, ਗਾਇਕ ਬੜੇ ਅੱਛੇ ਆਉਂਦੇ ਆ, ਔਰ ਉਹਦੇ 'ਚ ਬੜੇ ਸੂਝਵਾਨ ਲੋਕ ਆਉਂਦੇ ਜਿਹੜੇ ਬੋਲਦੇ ਉਹਦੇ 'ਤੇ, ਔਰ ਇਹ ਬੜੀ ਇੰਟਰਟੇਨਮੈਂਟ ਵੀ ਹੈ, ਲੋਕਾਂ 'ਚ ਉਤਸ਼ਾਹ ਵੀ ਭਰਦੀ ਹੈ ਇਹ ਜਿਹੜੀਆਂ ਗੇਮਾਂ ਹੈਗੀਆਂ, ਔਰ ਅੱਛੀ ਗੱਲ ਹੈ ਕਿਉਂਕਿ ਇਹਨੂੰ ਬੰਦ ਹੋਇਆ ਸੀ, ਪਰ ਇਹਨੂੰ ਦੁਬਾਰਾ ਇਹਨਾਂ ਨੇ ਸੁਰਜੀਤ ਕਰਤਾ ਦੁਬਾਰੇ ਤਰੀਕੇ ਨਾਲ। ਹਾਕੀ ਬੜੀ ਅੱਛੀ ਚੱਲਦੀ ਇੱਥੇ, ਗਰਾਊਂਡ ਬਹੁਤ ਵੱਡੀ ਹੈ, ਉਸੇ ਤਰ੍ਹਾਂ ਦੀਆਂ ਬਾਕੀ ਖੇਡਾਂ, ਜਿਮਨਾਸਟਿਕ ਵੀ ਹੈਗਾ, ਜੈਵਲਿਨ ਥਰੋ ਹੈਗੀ, ਔਰ ਫੁੱਟਬਾਲ ਵੀ ਹੈਗਾ, ਵਾਲੀਬਾਲ ਵੀ ਹੈਗਾ, ਔਰ ਅੱਛੀ ਗੱਲ ਕਿਉਂਕਿ ਪੰਜਾਬ ਥੋੜ੍ਹਾ ਜਿਹਾ ਪਛੜ ਚੁੱਕਿਆ ਸੀਗਾ, ਔਰ ਇਹ ਦੁਬਾਰਾ ਇਹਨਾਂ ਨੇ ਸ਼ੁਰੂ ਕਰਤਾ, ਔਰ ਭਗਵੰਤ ਮਾਨ ਸਰਕਾਰ ਆਈ, ਇਹਨਾਂ ਨੇ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ। ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵਿੱਚ ਸ਼ੁਰੂ ਹੋਈਆਂ, ਭਗਵੰਤ ਮਾਨ ਜੀ ਆਪ ਖੇਡੇ ਇੱਥੇ ਵਾਲੀਬਾਲ, ਔਰ ਇਹਦੇ ਵਿੱਚ ਸਾਰਾ ਕੁਛ ਇਹ ਉਤਸ਼ਾਹ ਹੈ ਲੋਕਾਂ ਲਈ। ਅੱਛੀ ਗੱਲ ਕਿ ਜਿੱਥੇ ਲੋਕ ਨਸ਼ਿਆਂ ਵਾਲੇ ਪਾਸੇ ਨੂੰ ਡਿੱਗ ਰਹੇ, ਸਾਰਾ ਕੁਛ ਹੈਗਾ, ਜੇ ਖੇਡਾਂ ਆ ਜਾਣਗੀਆਂ ਘੱਟੋ ਘੱਟ ਆਪਣੇ ਸਰੀਰ ਨੂੰ ਤਾਂ ਸੰਭਾਲਣਗੇ ਲੋਕ, ਮੁੰਡੇ ਜਿੰਨੇ ਇੱਥੇ ਹੈਗੇ ਜਿਹੜੇ ਪੰਜਾਬ 'ਚ ਰਹਿ ਰਹੇ ਆ। ਬਾਕੀ ਸਾਡੀ ਜਵਾਨੀ ਤਾਂ ਵੈਸੇ ਇਸ ਵੇਲੇ ਬਾਹਰਲੇ ਦੇਸ਼ਾਂ 'ਚ ਬੈਠੀ ਆ, ਜਿਹਦੇ 'ਚ ਅਮਰੀਕਾ 'ਚ ਵੀ ਆ, ਕੈਨੇਡਾ 'ਚ ਵੀ ਹੈਗਾ, ਬਜ਼ੁਰਗ ਵੀ ਉੱਥੇ ਬੈਠੇ ਆ, ਬੜਾ ਕੁਛ ਹੈਗਾ। ਜਿੱਥੇ ਕੰਮ ਹੋਗਾ, ਜਿੱਥੇ ਲੋਕਾਂ ਦੀ ਰੋਜ਼ੀ ਰੋਟੀ ਹੈ, ਲੋਕ ਰੋਜ਼ੀ ਰੋਟੀ ਤੇ ਕਮਾਉਣਗੇ। ਪੈਸਾ ਫਿਰ ਕਿੱਥੇ ਹੋਣਾ ਕਮਾਈ ਦਾ? ਪੰਜਾਬ 'ਚ ਹੀ ਆ ਰਿਹਾ। ਪੰਜਾਬ 'ਚ ਹਰੀ ਕ੍ਰਾਂਤੀ ਜਦੋਂ ਆਈ ਹੈ, ਬਾਹਰਲੇ ਪੈਸੇ ਨਾਲ ਹੀ ਆਈ ਹੈ, ਕੁਝ ਕਿਸਾਨਾਂ ਦੇ ਹਿੰਮਤ ਨਾਲ, ਕਿਸਾਨਾਂ ਦੇ ਪੈਸੇ ਨਾਲ, ਕੁਝ ਬਾਹਰਲੇ ਕੰਟਰੀਆਂ 'ਚੋਂ ਪੈਸਾ ਜਦੋਂ ਆਇਆ ਉਹ ਆਇਆ। ਵਾਈਟ ਰੈਵੋਲੂਸ਼ਨ ਵੀ ਇਸੇ ਤਰ੍ਹਾਂ ਆਈ ਹੈ, ਜਦੋਂ ਹਾਲੈਂਡ ਦੀਆਂ ਗਾਵਾਂ ਲੈਂਦੀਆਂ ਇੱਥੇ ਬੜਾ, ਔਰ ਪੰਜਾਬੀ ਯੂਨੀਵਰਸਿਟੀ ਔਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜਿੰਨੇ ਵੀ ਸਾਇੰਸਦਾਨ ਨੇ ਇਕੱਠੇ ਹੋਏ, ਉਹਨਾਂ ਨੇ ਵੇਖਿਆ ਕਿ ਇਹ ਹੁਣ ਇਸ ਵੇਲੇ ਸਾਡਾ ਅਸੀਂ ਕਿੱਥੇ ਸਟੇਟਸ ਸਾਡਾ ਪਹੁੰਚ ਗਿਆ। ਇਹ ਗੱਲਾਂ ਹੈਗੀਆਂ, ਇਹ ਹੁਣ ਵੀ ਆਉਣਗੀਆਂ, ਕਿਉਂਕਿ 5 ਦਰਿਆਵਾਂ ਦੀ ਧਰਤੀ ਹੈ, ਇੱਥੇ ਬੜਾ ਕੁਝ ਬੇਸ਼ੁਮਾਰ ਹੈ, ਬਹੁਤ ਕੁਝ ਹੁੰਦਾ, ਔਰ ਧਰਤੀ 'ਚ ਜੋ ਬੀਜਦੇ ਉਹਦੀ ਉਪਜ ਹੀ ਬਹੁਤ ਅੱਛੀ ਹੈ, ਬੜਾ ਇਹਨਾਂ ਨੂੰ ਬਖਸ਼ਿਸ਼ ਹੈ ਇੱਥੇ, ਔਰ ਹੋਣੀ ਚਾਹੀਦੀ ਹੈ। ਤੇ ਅਗਲਾ ਵੇਖੋ ਮੌਸਮ ਕੀ ਕੁਛ ਹੁੰਦਾ ਪੰਜਾਬ ਦੀ ਧਰਤੀ। ਨੈਸ਼ਨਲ ਗੇਮ ਹੈ ਹਾਕੀ, ਹਾਂ, ਇਹਨੂੰ ਜਿੰਨਾ ਜ਼ਿਆਦਾ ਪ੍ਰਫੁੱਲਿਤ ਕੀਤਾ ਜਾਵੇ ਵਧੀਆ। ਸੋ ਹੁਣ ਚੱਲਿਆ ਜਾਵੇ ਬਲਕਾਰ ਜੀ। ਹਾਂਜੀ ਬਿਲਕੁਲ, ਸਮਾਂ ਹੋ ਗਿਆ, ਔਰ ਸਾਡੇ ਮੁੱਦੇ ਵੀ ਸਾਰੇ ਅਸੀਂ ਛੂ ਲਏ ਨੇ। ਤੁਸੀਂ ਵੈਸੇ ਵਾਕਿਆ ਜਦੋਂ ਕੰਮ ਕਰਦੇ ਨਾ ਜਾਂ ਗੱਲ ਕਰਦੇ ਜੇ, ਐਕੂਰੇਸੀ ਹੁੰਦੀ ਟਾਈਮ ਦੀ,
ਔਰ ਜਿੰਨੇ ਮੁੱਦੇ ਆ ਤੁਸੀਂ ਡਿਸਕਸ ਕੀਤੇ ਸਾਰੇ ਇਸ ਵੇਲੇ ਆਪਾਂ ਰਲ ਕੇ ਦੋਵਾਂ ਨੇ ਸਾਡੇ ਆਪਣੇ ਦਰਸ਼ਕਾਂ ਨਾਲ, ਉਹਦੇ ਵਿੱਚ ਸਭ ਤੋਂ ਵਧੀਆ ਗੱਲ ਰਹੀ ਹੈ ਕਿ ਟਾਈਮ ਵੀ ਪੂਰੇ ਦਾ ਪੂਰਾ ਰਿਹਾ ਔਰ ਮੁੱਦੇ ਵੀ ਜਿਹੜੇ ਤੁਸੀਂ ਬੜੇ ਚੁਣਵੇਂ, ਬੜੇ ਗਿਣਵੇਂ, ਬੜੇ ਚੰਗੇ ਜਿਹੜੇ ਮੁੱਦੇ ਲਏ ਆ। ਹਾਕੀ ਲੈ ਲਈ, ਮਿੰਨੀ ਖੇਡਾਂ ਵਾਲਾ ਜਿਹੜਾ ਸੀ ਸ਼ੁਰੂ ਕੀਤਾ ਤੁਸੀਂ, ਇਹ ਕਿਲ੍ਹਾ ਰਾਏਪੁਰ ਦਾ, ਇਹ ਵੀ ਵਧੀਆ ਲੱਗਿਆ ਕਿਉਂਕਿ ਲੋਕਾਂ ਨੂੰ, ਸਾਡੇ ਦਰਸ਼ਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਇਹ ਤੇ ਬੜੀ ਲਗਾਤਾਰ ਗੇਮਾਂ ਹੁੰਦੀਆਂ ਹਰ ਸਾਲ। ਇਹਦਾ ਵਾਅਦਾ ਕਰ ਲਿਆ ਉਹਨਾਂ ਨੇ ਕਿ ਅਸੀਂ ਦੂਜੇ ਸਾਲ 'ਚ ਫਿਰ ਉਸੇ ਤਰ੍ਹਾਂ ਰੌਣਕਾਂ ਲਾਵਾਂਗੇ, ਉਸੇ ਤਰ੍ਹਾਂ ਜਿਮਨਾਸਟਿਕ, ਉਸੇ ਤਰ੍ਹਾਂ ਨਾਲ ਵਾਲੀਬਾਲ, ਹਾਕੀ ਸਾਰੇ ਖੇਡਾਂਗੇ। ਬੜੀ ਅੱਛੀ ਗੱਲ ਹੈ ਸਾਡੇ ਪੰਜਾਬੀਆਂ। ਬਿਲਕੁਲ ਜੀ। ਔਰ ਕਿਹਾ ਜਾਂਦਾ ਨਾ ਕਿ ਹਾਕੀ ਟਾਈਮਿੰਗ ਦੀ ਗੇਮ ਹੈ, ਹਰ ਚੀਜ਼ ਟਾਈਮਿੰਗ ਹੈ, ਟਾਈਮਿੰਗ ਦੇ ਨਾਲ ਹੀ ਹਰ ਚੀਜ਼ ਹੈ। ਟਾਈਮ ਆ ਉਹਦੇ ਵਿੱਚ ਉਨੇ ਹੀ ਖਿਡਾਰੀ, ਉਨੀ ਗਰਾਊਂਡ, ਉਨੇ ਹੀ ਉਹਦੇ ਜਿਹੜਾ ਗੋਲ ਜ਼ਿਆਦਾ ਕਰ ਗਿਆ ਉਹੀ ਜੇਤੂ। ਸਿੱਧਾ ਇਹ ਤਾਂ ਹਿੱਕ ਨੂੰ ਹਿੱਕ ਹੀ ਹੈ, ਸਿੱਧੇ ਦੇ ਸਿੱਧੇ। ਹਾਂ ਉਹ ਆ। ਹਾਂ ਉਹ ਇੱਕ ਸਾਡੀ ਗੇਮ ਬੜੀ ਜ਼ਬਰਦਸਤ ਹੈ, ਕਬੱਡੀ। ਉਹ ਧੱਕੇ 'ਤੇ ਧੱਕਾ ਹੀ ਆ, ਉਹ 'ਚ ਪਤਾ ਲੱਗਦਾ ਵੀ ਕਿਹਦੇ 'ਚ ਕਿੰਨਾ ਜ਼ੋਰ ਆ, ਧੱਕੇ ਕੌਣ ਲੈ ਗਿਆ ਲਾਈਨ ਤੱਕ। ਕਬੱਡੀ ਵੀ ਬੜੀ ਜ਼ਬਰਦਸਤ ਗੇਮ ਹੈ। ਉਹ ਨਾਲ ਫਿਰ ਬੋਲਣਾ ਵੀ ਕਬੱਡੀ ਉਹ ਵੀ ਕਰਨਾ, ਨਾਲ ਸਾਹ ਦਾ ਵੀ ਹੈ ਨਾ, ਜਿੰਨੇ ਸਾਹ ਟੁੱਟ ਕੇ ਗਿਆ। ਸੋ ਅਸੀਂ ਆਪਣੇ ਦਰਸ਼ਕਾਂ ਨੂੰ ਕਹਾਂਗੇ ਕਿ ਤੁਸੀਂ ਵੀ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ ਤੇ ਸਾਡਾ ਚੈਨਲ ਪੰਜਾਬ ਮਿਲ USA TV ਸਬਸਕ੍ਰਾਈਬ ਕਰੋ। ਠੀਕ ਹੈ ਬਲਕਾਰ ਜੀ, ਚੱਲਦੇ ਆਪਾਂ। ਬਿਲਕੁਲ, ਚਲਿਏ ਜੀ। ਸਤਿ ਸ਼੍ਰੀ ਅਕਾਲ ਜੀ।